ਵਾਹਿਗੁਰੂ। ਧੰਨ ਵਾਹਿਗੁਰੂ ਸਾਹਿਬ ਜੀ। ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੇ ਘਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਝਣ ਕਉ ਦਾਉ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨ ਛਾੜੈ ਖੇਤ। ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਣੈ ਸਗਲ ਵਸਤਾਂ ਕੈ, ਜਾਂ ਕਾ ਸਤਿਗੁਰ ਪੂਰਾ। ਇਕ ਓੰਕਾਰ ਸਤਿਨਾਮ, ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜੋ ਸਤਿਗੁਰ ਚਰਨੀ ਜਾਏ ਪਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਨ ਹਰ ਨਾਮਾ ਮੁਖ ਰਾਮ ਕਹਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਸ ਹਰ ਨਾਮ ਸੁਣੈ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰ ਸਿੱਖ ਕੋ ਹਾਂ ਸਦਾ ਨਮਸਕਾਰੀ। ਜੋ ਗੁਰ ਕੈ ਭਾਣੈ ਗੁਰ ਸਿੱਖ ਚਲਿਆ। ਧੰਨ ਧੰਨ ਸੋ ਗੁਰ ਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰ ਸਿੱਖ ਕੋ ਹਾਂ ਸਦਾ ਨਮਸਕਾਰੀ। ਜੋ ਗੁਰ ਕੈ ਭਾਣੈ ਗੁਰ ਸਿੱਖ ਚਲਿਆ। ਪਰਮ ਸਨਮਾਨਯੋਗ ਧੰਨ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ
ਅੱਜ ਦਾ ਇਤਿਹਾਸਕ ਦਿਨ 101 ਸਾਲ ਹੋ ਚੁੱਕਾ ਹੈ। 1921 ਨੂੰ 21 ਫਰਵਰੀ 19 ਅਤੇ 20 21 3 ਦਿਨ ਸਿੱਖ ਕੌਮ ਦਾ ਬੜਾ ਵਡਮੁੱਲਾ ਇਤਿਹਾਸ ਹੈ। ਅਸੀਂ ਜੋ ਅਰਦਾਸ ਵਿੱਚ ਪਹਿਰਾ ਬੋਲਦੇ ਹਾਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਗੁਰਦੁਆਰੇ ਦੀ ਸੇਵਾ ਲਈ ਅੱਜ ਦੇ ਸਮੇਂ 'ਚ ਸਾਡੀ ਕਿੰਨੀ ਕੁਰਬਾਨੀ ਹੋ ਸਕਦੀ ਹੈ। ਵੱਧ ਤੋਂ ਵੱਧ ਮੈਂ ਅੱਧਾ ਪੌਣਾ ਘੰਟਾ 2 ਘੰਟੇ ਆਪਣਾ ਕਾਰੋਬਾਰ ਛੱਡ ਸਕਦਾ। ਕੋਈ ਮਨੁੱਖ ਥੋੜਾ ਬਹੁਤਾ ਆਪਣੇ ਵਿੱਚੋਂ ਕਮਾਈ ਵਿੱਚੋਂ ਕੋਈ ਪੈਸਾ, ਕੋਈ ਦਸਵੰਧ ਦੇ ਸਕਦਾ ਹੈ। ਪਰ ਇੱਥੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਜਦੋਂ ਕੁਰਬਾਨੀਆਂ ਦੀ ਗੱਲ ਆਈ, ਉੱਥੋਂ ਜਾਨਾਂ ਵੀ ਵਾਰੀਆਂ ਗਈਆਂ ਨੇ, ਆਪਣਾ ਆਪ ਕੁਰਬਾਨ ਕੀਤਾ ਗਿਆ। ਜਿਨ੍ਹਾਂ ਗੁਰਦੁਆਰਿਆਂ 'ਚ ਅੱਜ ਅਸੀਂ ਬੈਠ ਕੇ ਬੜੇ ਮਾਣ ਨਾਲ ਸਿਰ ਉੱਚਾ ਚੁੱਕ ਕੇ ਗੁਰੂ ਦੀ ਗੱਲ ਕਰਨ ਜੋਗੇ ਹੋਏ ਆ, ਇਹਦੇ ਪਿੱਛੇ ਬਹੁਤ ਲੰਬਾ ਇਤਿਹਾਸ ਹੈ। ਤੇ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਬਹੁਤ ਪੁਰਾਣਾ ਹੈ। 101 ਸਾਲ ਇੱਥੇ ਤਾਂ ਬਜ਼ੁਰਗ ਮਿਲ ਜਾਂਦੇ ਨੇ ਜਿਨ੍ਹਾਂ ਦੀ 120 ਸਾਲ 25 ਸਾਲ 100 ਸਾਲ 95 ਸਾਲ 90 ਸਾਲ ਦੀ ਆਰਜ਼ੂ ਹੈ। ਇਹਦਾ ਮਤਲਬ ਇੱਕ ਪੀੜ੍ਹੀ ਨੇ ਇਹ ਸਾਰਾ ਕੁਝ ਆਪਣੀ ਅੱਖਾਂ ਨਾਲ ਵੇਖਿਆ। ਇੱਕ ਬੰਨੇ ਕਈਆਂ ਦਾ ਬਹੁਤ ਪੁਰਾਣਾ ਇਤਿਹਾਸ ਹੈ, ਬਹੁਤ ਪੁਰਾਣੀ ਹਿਸਟਰੀ ਹੈ। ਉਹਨਾਂ ਨੇ ਸਮੇਂ-ਸਮੇਂ ਤੇ ਆਪਣੀ ਹਿਸਟਰੀ ਨੂੰ, ਆਪਣੇ ਇਤਿਹਾਸ ਨੂੰ ਆਪਣੇ ਆਉਣ ਵਾਲਿਆਂ ਬੱਚਿਆਂ ਦੇ ਸਾਹਮਣੇ ਰੱਖਿਆ ਹੈ। ਸਾਡੇ ਕੋਲ ਏਡਾ ਲਾਸਾਨੀ ਇਤਿਹਾਸ, ਕੁਰਬਾਨੀਆਂ ਭਰਿਆ ਇਤਿਹਾਸ ਨਾ ਅਸੀਂ ਖੁਦ ਪੜ੍ਹ ਪਾਏ ਹਾਂ, ਨਾ ਅਸੀਂ ਖੁਦ ਸਮਝ ਪਾਏ ਹਾਂ, ਨਾ ਅਸੀਂ ਆਪਣੇ ਬੱਚਿਆਂ ਨੂੰ ਦੱਸਣ ਜੋਗੇ ਹੋਏ ਹਾਂ। ਬਹੁਤ ਟਾਵੇਂ ਪਰਿਵਾਰ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਨ੍ਹਾਂ ਘਰਾਂ 'ਚ ਚਰਚਾ ਹੁੰਦੀ ਹੈ, ਜਿਨ੍ਹਾਂ ਘਰਾਂ ਵਿੱਚ ਵਿਚਾਰ ਕੀਤੀ ਜਾਂਦੀ ਹੈ। ਆਓ ਗੁਰੂ ਬਖਸ਼ਿਸ਼ ਕਰੇ। ਮੇਰੇ ਤੋਂ ਪਹਿਲਾਂ ਆਪ ਜੀ ਨੇ ਬਹੁਤ ਪਿਆਰ ਨਾਲ ਜਿੱਥੇ ਸੋਦਾ ਰਹਿਰਾਸ ਪਾਵਨ ਬਾਣੀ ਦਾ ਪਾਠ ਸਰਵਣ ਕੀਤਾ, ਉਸ ਤੋਂ ਬਾਅਦ ਸਤਿਕਾਰਯੋਗ ਭਾਈ ਸਾਹਿਬ ਹੋਣਾ ਦੇ ਜਥੇ ਪਾਸੋਂ ਆਪਾਂ ਸਾਰਿਆਂ ਨੇ ਸਤਿਗੁਰ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਉਸ ਤੋਂ ਉਪਰੰਤ ਵਡਹੰਸ ਕੀ ਵਾਰ ਜੋ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਹੈ, ਉਸ ਵਾਰ ਦੇ ਵਿੱਚ 18 ਨੰਬਰ ਪੌੜੀ ਦਾ ਆਪਾਂ ਸਾਰਿਆਂ ਨੇ ਪਾਠ ਸਰਵਣ ਕੀਤਾ। ਧੰਨ ਧੰਨ ਸੋ ਗੁਰ ਸੇ ਕਹੀ ਹੈ, ਜੋ ਸਤਿਗੁਰ ਚਰਨੀ ਜਾਏ ਪਿਆ। ਜਿਵੇਂ ਰਹਿਰਾਸ ਦੀ ਗੱਲ ਹੁਣੇ ਹੀ ਬਹੁਤ ਪਿਆਰ ਨਾਲ ਭਾਈ ਸਾਹਿਬ ਕਰ ਰਹੇ ਸੀ ਵੀ ਗੁਰੂ ਸਾਡਾ ਇੱਕ ਹੈ, ਰਹਿਰਾਸ ਸਾਡੀ ਸਾਰਿਆਂ ਦੀ ਵੱਖਰੀ ਵੱਖਰੀ। ਤੇ ਅੱਜ ਜਦੋਂ ਸਿੱਖ ਦੀ ਗੱਲ ਆਉਂਦੀ ਹੈ, ਸਿੱਖ ਵੀ ਤਰ੍ਹਾਂ ਤਰ੍ਹਾਂ ਦੇ ਹੋ ਗਏ ਨੇ, ਤੇ ਉਹਨਾਂ ਵਿੱਚੋਂ ਲੱਭਣਾ ਪੈਂਦਾ ਵੀ ਕਿਹੜਾ ਸਿੱਖ ਹੈ ਜਿਹੜਾ ਸਿਰਫ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਦਾ ਹੈ। ਨਹੀਂ ਤੇ ਥਾਂ ਥਾਂ ਤੇ ਸਿਰ ਝੁਕਾਉਣ ਵਾਲਾ ਵੀ ਆਪਣੇ ਆਪ ਨੂੰ ਸਿੱਖ ਖਵਾਉਂਦਾ ਵੀ ਮੈਂ ਵੀ ਸਿੱਖ ਹਾਂ ਜੀ ਗੁਰੂ ਦਾ, ਮੈਂ ਵੀ ਗੁਰੂ ਦੀ ਬਾਣੀ ਪੜ੍ਹਦਾ ਵਾਂ, ਮੇਰਾ ਵੀ ਸਿਰ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿਰ ਝੁਕਾਉਣ ਤੋਂ ਪਹਿਲਾਂ ਪਤਾ ਹੀ ਨਹੀਂ ਉਹਨੇ ਕਿੱਥੇ ਕਿੱਥੇ ਜਾ ਕੇ ਸਿਰ ਝੁਕਾਇਆ ਵੀ ਆ ਤੇ ਝੁਕਾ ਵੀ ਰਿਹਾ। ਆਓ ਇਹ ਪਾਵਨ ਪੌੜੀ 593 ਨੰਬਰ ਅੰਕ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਭਾਇਮਾਨ ਨੇ 18 ਨੰਬਰ ਪੌੜੀ ਹੈ, ਜਿੱਥੇ ਆਪਾਂ ਨਾਲ ਪੌੜੀ ਦੀ ਵਿਚਾਰ ਕਰਨੀ ਹੈ। ਉੱਥੇ ਨਾਲ ਇਤਿਹਾਸਕ ਵਿਚਾਰਾਂ ਵੀ ਆਪਾਂ ਬੜੇ ਪਿਆਰ ਨਾਲ ਸਾਂਝੀਆਂ ਕਰਨੀਆਂ ਨੇ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਬੜੇ ਅਦਬ ਨਾਲ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ ਤੇ ਗੱਜ ਕੇ ਆਖੋ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਉਹਨਾਂ ਮਹਾਨ ਯੋਧਿਆਂ ਦਾ ਪਰਉਪਕਾਰੀ ਜਿਨ੍ਹਾਂ ਨੇ ਸਾਡੇ ਲਈ ਇੰਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਉਹਨਾਂ ਦੇ ਇਤਿਹਾਸ ਵਿਚਾਰਨ ਤੋਂ ਪਹਿਲਾਂ ਰਲ ਕੇ ਇੱਕ ਵਾਰ ਬਾਣੀ ਦੀਆਂ ਤੁਕਾਂ ਦਾ ਪਾਠ ਕਰ ਲਈਏ, ਤਾਂ ਕਿ ਸਾਡਾ ਮਨ ਬਾਣੀ ਦੀ ਵਿਚਾਰ ਵਾਸਤੇ ਤਿਆਰ ਹੋ ਸਕੇ। ਸਾਰੀ ਸੰਗਤ ਬੜੇ ਪਿਆਰ ਨਾਲ ਬਾਣੀ ਨੂੰ ਗਾਓ, ਫਿਰ ਆਪਾਂ ਸਤਿਗੁਰ ਦੀ ਬਾਣੀ ਦੀਆਂ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਕੋਈ ਰਸਨਾ ਵਾਂਝੀ ਨਾ ਰਵੇ, ਸਾਰੀ ਸੰਗਤ ਹਾਜ਼ਰੀ ਲਵਾਓ ਜੀ। ਗਗਨ ਦਮਾਮਾ ਬਾਜਿਓ, ਗਗਨ ਦਮਾਮਾ ਬਾਜਿਓ, ਵਾਹ ਵਾਹ।
ਗगन ਦਮਾਮਾ ਬਾਜਿਓ, ਗगन ਦਮਾਮਾ ਬਾਜਿਓ। ਪਰਿਓ ਨਿਸ਼ਾਨੈ ਘਾਉ, ਪਰਿਓ ਨਿਸ਼ਾਨੈ ਘਾਉ। ਵਾਹ ਵਾਹ। खेत जो मांडियो सूरमा, खेत जो मांडियो सूरमा। अब जूझण को दाऊ, अब जूझण को दाऊ। वाह वाह। सूरा सो पहचानिए, सूरा सो पहचानिए। सूरा सो पहचानिए, सूरा सो पहचानिए। जो लरै दीन कै हेत, जो लरै दीन कै हेत। पुरजा पुरजा कट मरै, पुरजा पुरजा कट मरै। कबू न छाड़ै खेत, कबू न छाड़ै खेत। कबू न छाड़ै खेत, कबू न छाड़ै खेत। सूरा सो पहचानिए, सूरा सो पहचानिए। जो लरै दीन कै हेत, जो लरै दीन कै हेत। वाह वाह। गगन दमामा बाजयो, गगन दमामा बाजयो। परेओ निशान घाओ, परेओ निशान घाओ। खेत जो मांडियो सूरमा, खेत जो मांडियो सूरमा। अब जूझण को दाऊ, अब जूझण को दाऊ। अब जूझण को दाऊ, अब जूझण को दाऊ। गुरु प्यारी साध संगत जी, गुरु गोबिंद सिंह सच्चे पातशाह महाराज 8 अक्तूबर 1708 ਵਿੱਚ ਜੋਤੀ ਜੋਤ ਸਮਾਉਂਦੇ ਨੇ। ਉਹਨਾਂ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਉਂਦਾ ਹੈ। ਉਹਨਾਂ ਦਾ ਸਮਾਂ ਬੀਤਣ ਤੋਂ ਬਾਅਦ ਮਿਸਲਾਂ ਦਾ ਸਮਾਂ ਆਉਂਦਾ ਹੈ। 12 ਮਿਸਲਾਂ ਸੀ, ਭਾਵੇਂ ਆਪਸ ਵਿੱਚ ਉਹਨਾਂ ਦੀ
नहीं सी बनती, पर फिर भी जो बाहरों दुश्मन चढ़ के आउंदा सी, वो सारे इकट्ठे हो जाते सन। समा अपनी रफ्तार तुरदा है। अंग्रेज ने पूरे भारत नूं अपने अधीन कर लिया। ਜਿਹੜੇ ਤੁਹਾਡੇ ਵਿੱਚੋਂ ਹਿਸਟਰੀ ਪੜ੍ਹਦੇ ਨੇ, ਜਿਹੜੇ ਇਤਿਹਾਸ ਪੜ੍ਹਨ ਦੇ ਸ਼ੌਕੀਨ ਨੇ, ਇਹ ਕਦੀ ਕਦੀ ਮਨ ਵਿੱਚ ਖਿਆਲ ਆਉਂਦਾ ਹੈ, ਸਾਡਾ ਇਤਿਹਾਸ ਬੜਾ ਕੁਰਬਾਨੀਆਂ ਭਰਿਆ ਹੈ, ਗੁਰਬਾਣੀ ਸਾਡੇ ਕੋਲ ਏਡਾ ਵੱਡਾ ਖਜ਼ਾਨਾ ਹੈ, ਪਰ ਉਹਦੇ ਬਾਵਜੂਦ ਵੀ ਅੱਜ ਸਾਡੀ ਹਾਲਤ ਤਰਸਯੋਗ ਕਿਉਂ ਹੈ? ਕਿਉਂਕਿ ਹਾਲਤ ਇਹ ਬਣੀ ਪਈ ਹੈ ਵੀ ਸਾਡੇ ਸਾਹਮਣੇ ਭੋਜਨ ਪਿਆ, ਅਸੀਂ ਉਹ ਭੋਜਨ ਛਕਣ ਨੂੰ ਤਿਆਰ ਨਹੀਂ ਹੈ। ਹੁਣ ਇੱਕ ਤੇ ਬੰਦੇ ਕੋਲ ਭੋਜਨ ਨਾ ਹੋਵੇ ਤੇ ਫਿਰ ਬੰਦਾ ਭੁੱਖਾ ਹੋਵੇ ਤੇ ਕਹਿ ਸਕਦੇ ਵੀ ਬੰਦੇ ਕੋਲ ਖਾਣ ਲਈ ਕੁਝ ਨਹੀਂ ਸੀ ਹੈਗਾ ਤਾਂ ਇਹ ਭੁੱਖਾ ਮਰ ਗਿਆ। ਪਰ ਇਨਸਾਨ ਦੇ ਕੋਲ ਭੋਜਨ ਵੀ ਪਿਆ ਹੋਵੇ ਤੇ ਤਾਂ ਵੀ ਇਨਸਾਨ ਭੁੱਖਾ ਰਵੇ, ਫਿਰ ਤੇ ਇਹੋ ਹੀ ਕਹਿਣਾ ਪਵੇਗਾ ਕਿ ਇਸ ਨੂੰ ਉਸ ਭੋਜਨ ਦਾ ਪਤਾ ਨਹੀਂ ਸੀ, ਉਸ ਭੋਜਨ ਦੀ ਸਾਰ ਨਹੀਂ ਸੀ, ਉਸ ਭੋਜਨ ਦੀ ਕਦਰ ਨਹੀਂ ਸੀ। ਅਸੀਂ ਪੜ੍ਹਦੇ ਹਾਂ ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ नाम, सारे बोलो अमृत नाम ठाकुर का पयो, जिसका सब आधारो। जे को खावे, खाना दंदा ने जिथे आए बंदे दे अंदर गया है, तुहाडे जिस्म दा हिस्सा वो तां बनना है खाना जे हजम हो गया। दंदां दा जिथे होया जे भोजन पचिया नहीं अंदर जाके ते ओदा खून नहीं बनना, उन्हें साडे जिस्म दा हिस्सा नहीं बनना। इत्थे शब्द वेखो किड्डा कमाल दा वरत्या भी जे को खावे, खा ते लिया है पर नाल पचाउणा भी बहुत जरूरी है, उन्होंने हजम करना भी बहुत जरूरी है। हुण बाणी बंदा पढ़दा है, पाठ करदा, हजम होने का अर्थ की है? उहदे विहार चों बाणी दसे, उहदे उठण चों, उहदे बैठण चों, उहदे समाज विच विचरण चों पता लगे ये बाणी पढ़दा नहीं, ये बाणी जिउंदा है। गुरबाणी बनी है जदों शब्द वरते, असीं अखर थोड़ा बनना है। गुरबाणी बनी है दा अर्थ है गुरबाणी वर्गे बनना है, गुरबाणी दे उस उपदेश नूं जिंदगी दा आधार बनाउणा है। हुण अंग्रेज ने पूरे भारत नूं अपने अधीन कीता है, पर पंजाब देश नूं एक देश सी, एक स्टेट नहीं सी, देश सी अपना एक वखरा, जिथों दे गवर्नर अपने सी, जिथों दा बादशाह अपना सी। अखीरली जंग हुई अंग्रेजां दे नाल सबरा पिंड 1846 दे विच, जिस जंग विच सरदार शाम सिंह अटारी वाले ने हिस्सा लिया। 10 फरवरी नूं सरदार शाम सिंह सबरावां दी जंग 10 फरवरी नूं सरदार शाम सिंह अटारी वाला उस जंग विच शहादत दा जाम पी जांदे ने। 46 तो लैके 49 तक 3 साल बहुत तरीके नाल उन्होंने भावें महाराजा दलीर सिंह नूं बादशाह स्थापित कर दिता, पर राज भाग उन्होंने अपने कंट्रोल कर लिया, अधीन कर लिया। 49 विच फिर पूर्ण तौर पर पंजाब देश गोरियां दे अधीन हो गया, गुलाम इनू कह सकते हैं भी गुलाम कर लिया उन्होंने, अपने अधीन कर लिया। 49 दे विच 1849 विच जदों अंग्रेज पंजाब विच काबज होए, जिहड़े तुहाडे विचों हिस्टरी पढ़ते ने, जिन्हां नूं पढ़न दा खुद शौक है, उन्हां नूं पता होएगा। फिर हौली हौली उन्होंने इत्थे अपने स्कूल खोले। 1872 दे विच सिख परिवार नाल संबंध रखने वाले 4 बच्चे जिहड़े ईसाई मत दा प्रभाव कबूल चले सी, कबूलिया नहीं सी, कबूल चले सी ते सिखां तक खबर पहुंची। उन्होंने रात नूं नींद ना आई कि साडे हुंदियां साडे बच्चे सिखी तो कोरे रह जाण। अज किन्नियां मावां ने, किन्ने बाप ने जिन्हां दे बच्चे नूं सिੱਖੀ बारे ना पता होवे ते मां नूं रात नूं नींद ना आवे, बाप नूं रात नूं नींद ना आवे। क्योंकि मां बाप नूं नींद तां नहीं आएगी जे मां बाप नूं खुद आप पता होएगा। पुराणियां मावां नूं, पुराणियां बजुर्गां नूं भावें विचारियां अनपढ़ सी, पर जिन्ना को उन्हां नूं पता सी उन्हें अपने बच्चों के अगे परोसण का यतन किया। एजुकेशन बहुत है, पढ़ लिख बहुत गए हैं,
पर जिन्नी की हिस्टरी है असी अपने बच्चों के सामने रखने में किते ना किते फेल हो गए। मैं एक एग्जाम्पल देने लगा, ध्यान ना सुनियो। तुसी बाजार जाते हो फ्रूट लैन, कोई मठियाई लैन, सानू उन्हां दा नाम पता हुंदा भी मैं किहड़ा फ्रूट लैन चले। असी जाके दुकान ते ये नहीं कहते फ्रूट दे दे, असी नाम लेने भी फ्रूट तो बहुत है दुकान ते, पर मैं उस की लैना, मैं नाम लेना जाके। मैं संतरे लैन आया, मैं एप्पल लैन आया, मैं अंगूर लैन आया, मैं जो लैना उसका नाम लेना। मैं कीवी फ्रूट लैना, जो लैना उसका नाम लेंदे हो। मठियाई की दुकान ते कदी नहीं जा कहते मैनू कोई मठियाई दे दो, उत्थे मठियाई ते भरी पई है, तुसीं की लैन आए हो, नाम लेंदे हो। कपड़े की दुकान ते कदी नहीं जा कहते मैं मैनू को कपड़ा चंगा जा विखाओ, तुसीं कपड़े का नाम लेंदे हो भी की लैन आए हो, कॉटन का लैन आए हो, पेंट कोट लैन आए हो, पेंट कमीज लैन आए हो, कुर्ता पजामा लैन, तुसीं नाम लेंदे हो। बाहर स्टाल लगा है, कदी अपनी जिंदगी च नोट करना किताबां के स्टाल ते जाके कोई टावा बंदा जिहड़ा जाके कहंदा मैनू फलाने राइटर की किताब दिओ, जिवें फ्रूट का नाम लईदा जाके मैनू फलानी किताब दे, उत्थे जाके कहंदे ने कोई चंगी जी किताब हैगी है। कदी फ्रूट वाली दुकान ते इंज कहा भी चंगा जा फ्रूट हैगा, वो कहंदा सारा चंगा ही है, चंगा रख के ते बैठा, माड़ा ते रख के मैं बैठा ही नहीं। उत्थे असीं नाम लेने में आ लैन आया। गड्डी दी तुसीं किसी एजेंसी की गड्डी लैनी है, तुसीं जाके कहा भी चंगी जी गड्डी विखाओ, तुसीं घरों मन बना के खड़दे हो मैं आ गड्डी लैन आया। एक एजेंसी दियां भावें 15 गड्डियां होण, शुरू 5-7 लाख तो शुरू हो जाती है, एंड जाके करोड़ तो उत्थे हुंदी है। हुण तुसीं उत्थे जाके थोड़ा चंगी जी गड्डी विखाओ, वो अगले सानूं चंगी जी गड्डी विखा देण महंगी, ते आपां कहांगे ना पाइए मेरे बजट तो बाहर है। पर जदों किते किताबां दी गल आउंदी है, मारिओ आपां सारे जिन्ने बैठे आ, कदी इदां होया कि जाके आपां कहा होवे कि मैनूं सरदार करम सिंह हिस्टोरीअन की किताब दिओ, मैनूं गंडा सिंह की किताब दिओ, मैं प्रोफैसर साहिब सिंह जी की फलानी किताब लैन आया, मैं आ तुहाडे कोलों हिस्टरी लैन आया, मैं तुहाडे कोल किताब लैन वास्ते आया। नहीं, उत्थे जाके ये बोलिया जांदा कोई चंगी जी किताब हैगी ते दे दिओ। इहदा मतलब सानू किताबां बारे, हिस्टरी बारे कोई भी पता, बोलो जी, नहीं। ये तो समझ आ गई, असीं कोरे हां। जदों असीं पढ़ांगे नहीं, असीं समझांगे नहीं, साडे घरां च कोई लाइब्रेरी नहीं होएगी, कोई किताब नहीं होएगी, सानू किद्दां पता लगेगा। 72 दे विच 4 बच्चे सिख परिवार दे अजे सिर्फ यही कह रहे सी कि असीं ईसाई प्रभाव कबूल लिया है। सिखां नूं नींद ना आई। खालसा कॉलेज वर्गियां संस्थावां इत्थों निकलियां सी। प्रोफैसर गुरमुख सिंह, ज्ञानी दित सिंह, ऐदां झोली अड्ड अड्ड के ऐदां झोली अड्ड अड्ड के फंड इकट्ठा करके ये संस्थावां कौम दियां ने, ये किसी एक परिवार की निजी जायदाद नहीं है, इहदे विच तुहाडियां पुरखियां दा हिस्सा है। पर जदों आपां नहीं जागांगे, अगले तेनूं निजी जायदाद, बोलो जी, बनाउणगे ही, क्योंकि जदों आपां नहीं जागांगे। ये संस्थावां उन्हां समयां च, मैं कहना किड्डी बहादरी की गल है, राज अंग्रेज दा होवे ते संस्थावां अगलियां ने तुहाडियां खड़ियां कीतियां होण, किन्ना काम कीता होएगा उन्होंने। अज जे कोई असी स्कूल एक अद्धा खोल भी लेने, उहदे च गुस्सा ना मनाओ, मैं पहला माफी मंग लवां। बच्चों की बहुत दूर की गल है, पढ़ाउण वालियां नूं कई वारी गुरुआं बारे नहीं पता हुंदा। स्कूल का नाम गुरु हरकृष्ण पब्लिक स्कूल हुंदा है, स्कूल का नाम गुरु अमरदास पब्लिक स्कूल हुंदा है। बच्चों की तो बहुत दूर की गल है, विच पढ़ाउण वाले नूं नहीं कई बारी पता हुंदा कि जिस गुरु के नाम ते स्कूल है, मैं कम से कम उहदे बारे ते माड़ी मोटी हिस्टरी पढ़ लवां। इत्थे आण के असीं नुकसान खता खादा सी। संस्थावां खोलियां अगलियां ने, दिन रात सुते नहीं हो। 73 दे विच सिंह सभा लहर ने जन्म लिया, जिहदा 150 साला वीर जी हुणे दस ही चुके ने कि 150 साला जिहदा मना रहे हैं। ते अज दा इतिहासक दिन पंजाब विच किन्ने पिंड होणगे ते पिंडां विच किन्ने गुरुद्वारे होणगे, जिन्हां गुरुद्वारियां अज सवेरे अमृत वेले पाठ दे नाल उन्हां शहीद सिंघां नूं याद करके अरदास कीती गई होएगी। बरसियां मनाउण चों सानूं वेल नहीं है। कोई सुधारण जिहा बाबा 5-7 पिंडां दा सांझा चढ़ाई करदा है, संघ थक जांदा है, अनाउंसमेंटां कर दिंदा।
भाई लक्ष्मण सिंह धारवाड़िया का छोटा जिहा साहबजादा सी जिन्हों नाल लैके गए सन। पता भी सी कि उत्थे कोई मेला नहीं लगा, पता नहीं उसों असीं वापस आउणा है कि नहीं आउणा। इत्थे माड़ी जी अग लगन लगे पोलीटिकल बंदे अखौती धार्मिक बंदे अपने बच्चे नूं सेफ जगह ते पहुंचा दिंदे ने ते इस अग विच किते मेरा बच्चा ना लपेट विच आ जाए। नारे जकारे मार के दूजियां दे बच्चे मरवाने बहुत सौखे ने। मैनूं पता है ये मेरियां गल्लां सारिआं नूं हजम नहीं होणीआं। नारे जकारे मार के दूजियां दे बच्चों नूं अग विच झोकना बहुत सौखा है, पर जदों अपने घर नूं सेक लगे पता फिर लगदा। जिन्हां दे दिन मना रहे हैं उन्होंने एक पक्ष साडे सामने रखिया। पता भी सी भाई लक्ष्मण सिंह नूं कि उत्थे कोई मेला नहीं है, उत्थे जाके उत्थों वापस नहीं आया जाना। अंग्रेज इन्ने तेज सी, उन्होंने सब तो पहला वेखिया भी सिखां च ये एनर्जी आउंदी कित्थों। आ जिहड़ी असीं गोलक विच माया पाउने आ ना, एक कदी पुरानी हिस्टरी पढ़ के वेखियो इहदा पिछे कारण की सी। सिखां दी दसवंध दी कमाई नाल इस पैसे नाल अगलियां ने सरकारां नाल टक्कर लई है। लाहौर दी धरती ते काल पैंदा ते गुरु अर्जन साहब सच्चे पातशाह महाराज उत्थे लोकां दा इलाज करदे ने, कोड़ी खाने तैयार कर दिते। जे कोई हिंदू पूरा होया उहदा संस्कार किया, उहदा घर बनाया। जे कोई मुसलमान पूरा होया उहनूं दफनाया गया। उन्हां दीयां जिहड़ियां रीतियां ने उहदे मुताबक उन्हां दे दुख दर्द विच गुरु साहब नाल खलोते। अज कित्थे चले गए असीं? अज जिड्डा वड्डा गुरुद्वारा है ओडी वड्डी लड़ाई है। सेवा संभाल वास्ते लड़ाई नहीं है, लड़ाई गोलक दी है। जे सेवा संभाल की गल होवे किसी पिंड के गुरुद्वारे की कदी लड़ाई वेखी? क्योंकि जे गुरुद्वारे गोलक छोटी है उत्थे मत्था टेकन वाले घट ने ते लड़ाई भी है नहीं। जिड्डा वड्डा गुरुद्वारा होएगा ओडी वड्डी गोलक होएगी ते ओडे मोटे जिंदरे मारे होणगे ते ओडी वड्डी लड़ाई होएगी। जिदन ये समझ आ गया, जिदन पता लग गया कि एक एक पैसा जिहड़ा इत्थे डिग रहा है ये मैं समाज के भले वास्ते काम करना, किसी की मजाल सी। असीं तां प्यार वंड ही नहीं पाए। गुरु नानक साहिब दा बेसिक असूल सी मन हाली करसानी करनी, शर्म पानी तन खेत, नाम बीज संतोख सुहागा रख गरीबी वेश, दया कपा संतोख सूत जत गंढी सत वट ए जनेऊ जी का हई पांडे कत। गुरु नानक साहब नमाजां दी गल करदे ने, पहला सच। किसी मुसलमान भरा ना बैठ के गल करो। असीं उत्थे ਸਿੰਘੂ बार्डर कुंडली बार्डर जो साडे को मुसलमान भरा आउंदे सी ते असीं उन्हां नाल कई मजाक च गल्लां करनियां, कहना वीरे साडे बाबे ने भी सानूं नमाजां पढ़न लई आखिआ। उन्हें कहना अच्छा, ये कहना हाँ जी पहला सच साडी पहली नमाज है जिंदगी च सच बोल। पहला सच हलाल दोए, हक हलाल दी कमाई खा, ये तेरी दूजी नमाज है। पहला सच हलाल दो, तीजा खैर खुदाए जिहड़ी आपां कहने नानक नाम चढ़दी कला तेरे भाणे, मैं सारियां दी खैर मंगदा, ये साडी तीजी नमाज है। चौथी नीयत रास मन, साडी नीयत साफ होवे, ये साडी चौथी नमाज है। ते पंजवीं सिफत सुनाए, असीं जदों दी सिफत सलाह करदे हां ये साडी पंजवीं नमाज है। अगला क्यों ना मनेगा? तुहाडा बाबा फिर कल्लियां दा नहीं, ये बाबा फिर सारियां दा साझा है। इत्थों गल शुरू हुई सी कि जहर पीर, सारे बोलो जहर पीर। फिर मुसलमान भी कहणगे ये बाबा तुहाडा नहीं साडा भी है, क्योंकि इस बाबे ने साडी गल भी की है। पर गल फिर उत्थे आउंदी है, किसी हिंदू वीर नाल गल करियो तुसीं जनेऊ पाउंदे हो, तुसीं तन ते पाउंदे हो, साडे बाबे ने मन दे जनेऊ दी गल कीती है। किहड़ा? दया कपा संतोख सूत जत गंढी, पढ़ो नाल नाल सत वट ए जनेऊ जी का। बस फर्क है ना, तुहाडा जनेऊ तन ते पैंदा, साडा बाबा जनेऊ मन दा दे रहा है ही तां पांडे कत। समझाओ किसी हिंदू वीर नूं, अगला लम्मे नहीं पएगा भी क्या बात है फिर बाबा तुहाडा थोड़ा, ये बाबा ते साडा भी है। गुरु साहब ने कलावे च लिया, प्यार दिता, मुहब्बत दी गल फिर उसी इहो कारण सी। गुरु साहब लहर वड्डी करते गए, जो जो प्यार वंडते गए लहर वड्डी हुंदी गई।
ਪੋਲੀਟੀਕਲ ਬੰਦਾ, ਰਾਜਨੀਤਿਕ ਬੰਦਾ ਧੱਕੇ ਨਾਲ ਆਪਣਾ ਗੁਲਾਮ ਬਣਾਉਣਾ ਚਾਹੁੰਦਾ ਹੈ। ਬਾਬੇ ਨੇ ਪਿਆਰ ਨਾਲ ਕਲਾਵੇ ਚ ਲਿਆ ਸਾਰਿਆਂ ਨੂੰ। ਫਿਰ ਉਹਨਾਂ ਵੇਖਿਆ ਇਹਨਾਂ ਦੇ ਸਰੋਤ ਕੀ ਨੇ, ਜਿਹੜੇ ਜਿਹੜੇ ਗੁਰਦੁਆਰੇ ਸਨ ਉਹਨਾਂ ਨੇ ਸਰਬਰਾਹ ਆਪਣੇ ਲਾਏ। ਤਰਨ ਤਾਰਨ ਇੱਥੇ ਸਰਬਰਾਹ ਉਹਨਾਂ ਨੇ ਆਪਣਾ ਲਾਇਆ। ਗੁਰੂ ਕਾ ਬਾਗ ਉੱਥੇ ਸਰਬਰਾਹ ਪ੍ਰਬੰਧਕ ਗੋਰਿਆਂ ਨੇ ਆਪਣੇ ਲਾਤੇ। ਨਨਕਾਣਾ ਸਾਹਿਬ ਇੱਥੇ ਉਹਨਾਂ ਨੇ ਪ੍ਰਬੰਧਕ ਆਪਣਾ ਲਾਤਾ। ਮਹੰਤ ਨਰੈਣੂ ਉੱਥੋਂ ਦਾ ਮੇਨ ਸੰਚਾਲਕ ਸੀ, ਮੇਨ ਪ੍ਰਬੰਧਕ ਸੀ। ਤਰਨ ਤਾਰਨ ਦੇ ਸਰੋਵਰ ਵਿੱਚੋਂ ਜਲ ਲੈ ਕੇ ਉੱਥੋਂ ਦੇ ਗੁੰਡੇ ਕਿਸਮ ਦੇ ਮਹੰਤ ਲੋਕ ਸ਼ਰਾਬਾਂ ਕੱਢਿਆ ਕਰਦੇ ਸੀ। ਕਦੀ ਹਿਸਟਰੀ ਪੜ੍ਹੋ ਆਪਣੀ ਕੌਮ ਦੀ, ਉੱਥੇ ਮੇਰੇ ਖਿਆਲ ਟਰੈਕਟ ਪਿਆ ਹੋਣਾ ਬਾਹਰ ਸਟਾਲ ਤੇ। ਜਾਣ ਲੱਗਿਆ ਨਨਕਾਣਾ ਸਾਹਿਬ ਦੀ ਹਿਸਟਰੀ ਦਾ ਟਰੈਕਟ ਲੈ ਕੇ ਜਾਓ, ਪੜ੍ਹਿਓ ਜ਼ਰੂਰ ਇੱਕ ਵਾਰ। ਸਰੋਵਰ ਵਿੱਚੋਂ ਜਲ ਲੈ ਕੇ ਸ਼ਰਾਬ ਕੱਢਿਆ ਕਰਦੇ ਹੁੰਦੇ ਸਨ, ਪੱਠੀਆਂ ਲਾਉਂਦੇ ਹੁੰਦੇ ਸਨ। ਦਿਨ ਦਿਹਾੜੇ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਮਹੰਤ ਛੇੜਦੇ ਸਨ, ਉਹਨਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਸਨ। ਦਰਬਾਰ ਸਾਹਿਬ ਇੱਕ ਦਰਮਿਆਨੇ ਪਰਿਵਾਰ ਦਾ ਵਿਅਕਤੀ, ਦਲਿਤ ਕਿਸਮ ਦੇ ਲੋਕ ਜਿਨ੍ਹਾਂ ਨੂੰ ਵਿਪਰ ਨੇ ਦਲਿਤ ਬਣਾਇਆ ਸੀ, ਖੰਡੇ ਦੀ ਪਹੁ ਲੈ ਲਈ ਉਹਨੇ। ਮਹੰਤਾਂ ਕੋ ਬਰਦਾਸ਼ਤ ਨਾ ਹੋਈ ਇਹ ਗੱਲ। ਉਹ ਦੇਗ ਲੈ ਕੇ ਗਿਆ ਦਰਬਾਰ ਸਾਹਿਬ, ਉਹਦੀ ਦੇਗ ਪ੍ਰਵਾਨ ਨਾ ਕੀਤੀ ਗਈ ਕਿ ਤੂੰ ਨੀਵੀਂ ਜਾਤ ਹੈ, ਤੂੰ ਨੀਵੀਂ ਜਾਤ ਦਾ, ਤੇਰੀ ਦੇਗ ਇੱਥੇ ਦਰਬਾਰ ਸਾਹਿਬ ਪ੍ਰਵਾਨ ਨਹੀਂ ਹੋ ਸਕਦੀ। ਉਹ ਚਲਾ ਗਿਆ, ਉਹਨੇ ਪੱਗ ਵੀ ਲਾਤੀ, ਸ੍ਰੀ ਸਾਹਿਬ ਵੀ ਲਾਤੀ, ਵਾਲ ਕਟਾ ਕੇ ਉਹਨੇ ਈਸਾਈ ਧਰਮ ਗ੍ਰਹਿਣ ਕਰ ਲਿਆ। ਟੋਪ ਪਾਇਆ, ਪੈਂਟ ਕੋਟ ਪਾਇਆ, ਸਿਰ ਤੇ ਟੋਪ ਪਾਇਆ, ਦਰਬਾਰ ਸਾਹਿਬ ਗਿਆ ਤੇ ਦਰਬਾਰ ਸਾਹਿਬ ਦੇ ਉਥੋਂ ਦੇ ਬੈਠੇ ਹੋਏ ਮਹੰਤਾਂ ਨੇ ਉਹਦੇ ਗਲ 'ਚ ਸਰੋਪਾ ਪਾ ਦਿੱਤਾ। ਪਿਕਚਰ ਨਾਲ ਜੋੜੀ ਜਾਇਓ, ਅੱਜ ਵੀ ਹੋ ਰਿਹਾ ਕਿ ਨਹੀਂ ਹੋ ਰਿਹਾ ਜੀ, ਬੋਲ ਕੇ ਦੱਸਿਓ। ਉਹ ਬੋਲੋ ਗੁਰੂ ਕੇ ਪਿਆਰਿਓ। 750 ਤੋਂ ਵੱਧ ਲਾਸ਼ਾਂ ਪੰਜਾਬ ਦੀ ਧਰਤੀ ਤੇ ਆਈਆਂ ਆ ਕਿਸਾਨੀ ਅੰਦੋਲਨ ਵੇਲੇ ਆਈਆਂ ਨੇ ਜੀ, ਬੋਲੋ ਜੀ। ਤੇ ਅਮਿਤ ਸ਼ਾਹ ਦੇ ਗਲ ਵਿੱਚ ਸਰੋਪਾ ਕਿਹਨੇ ਪਾਇਆ, ਬੋਲ ਕੇ ਦੱਸਿਓ। ਉੱਚੀ ਬੋਲੋ ਪਿਆਰਿਓ। ਤੁਹਾਡੇ ਵੱਲ ਕੈਮਰਾ ਹੈ ਨਹੀਂ ਕਿਸੇ ਵੱਲ, ਤੁਹਾਡੀ ਕਿਸੇ ਦੀ ਸਹੁੰ ਰੱਬ ਦੀ ਕਿਸੇ ਦੀ ਫੋਟੋ ਨਹੀਂ ਆਉਣੀ ਵਿੱਚ। ਡਰਦੇ ਬੜੇ ਨਾ ਅੱਜ ਕੱਲ, ਡਰ ਬੜਾ ਬਣਿਆ ਪਿਆ। ਅਮਿਤ ਸ਼ਾਹ ਦੇ ਗਲ ਸਰੋਪਾ ਕਿਹਨੇ ਪਾਇਆ ਜੀ, ਉੱਚੀ ਬੋਲੋ ਪਿਆਰਿਓ। ਹਾਂਜੀ, ਤੇ ਸਰੋਪਾ ਕਾਹਦੇ ਲਈ ਪਾਈਦਾ ਭਲਾ, ਕਿ ਤੂੰ ਕੋਈ ਚੰਗਾ ਕੰਮ ਕੀਤਾ? ਸੋਚ ਕੇ ਦੇਖੋ। ਸਨਮਾਨਿਤ ਕੀਤਾ ਵੀ ਤੁਸੀਂ ਸਾਡੇ ਬਜ਼ੁਰਗਾਂ ਨੂੰ 1 ਸਾਲ 13 ਦਿਨ ਸੜਕਾਂ ਤੇ ਵਿਛਾ ਛੱਡਿਆ, ਇਸ ਕਰਕੇ ਅਸੀਂ ਤੁਹਾਨੂੰ ਸਨਮਾਨਿਤ ਕਰਦੇ ਹਾਂ। ਸਾਡਾ ਜੀ ਕਰਦਾ ਤੁਹਾਡੇ ਗੱਲ ਸਰੋਪਾ ਪਾਈਏ। ਸਰੋਪੇ ਦੀ ਕੀ ਵੈਲਿਊ ਰਹਿਣ ਦਿੱਤੀ ਜੀ ਸੀ? ਕਿਤੇ ਸਰੋਪਾ ਪੀਰ ਬੁੱਧੂ ਸ਼ਾਹ ਦੇ ਗਲ 'ਚ ਗੁਰੂ ਗੋਬਿੰਦ ਸਿੰਘ ਇਸ ਕਰਕੇ ਪਾਉਂਦੇ ਨੇ ਕਿ ਤੂੰ ਆਪਣੀ ਜਾਨ ਤੋਂ ਪਿਆਰੇ ਪੁੱਤਰ ਭੰਗਾਣੀ ਦੇ ਯੁੱਧ ਵਿੱਚ ਕੁਰਬਾਨ ਕਰ ਦਿੱਤੇ। ਤੇ ਕਿੱਥੇ ਸਰੋਪਾ, ਕਿੱਥੋਂ ਸਰੋਪਾ ਤੇ ਕਿੱਥੇ ਆਣ ਖੜਿਆ? ਇੱਥੇ ਸਰੋਪੇ, ਇੱਕ ਬੰਦਾ ਅਕਾਲੀਆਂ ਨੂੰ ਛੱਡ ਕੇ ਕਾਂਗਰਸ ਚਾਹੁੰਦਾ ਤਾਂ ਸਰੋਪਾ, ਕੋਈ ਕਾਂਗਰਸ ਨੂੰ ਛੱਡ ਕੇ ਅਕਾਲੀਆਂ ਚਾਹੁੰਦਾ ਤਾਂ ਸਰੋਪਾ, ਕੋਈ ਝਾੜੂ ਨੂੰ ਛੱਡ ਕੇ ਬੀਜੇਪੀ ਜੁਆਇਨ ਕਰਦਾ ਤਾਂ ਸਰੋਪਾ, ਕੋਈ ਬੀਜੇਪੀ ਨੂੰ ਛੱਡ ਕੇ ਝਾੜੂ ਨੂੰ ਜੁਆਇਨ ਕਰਦਾ ਤੇ ਤਾਂ ਸਰੋਪਾ। ਨਹੀਂ ਪੈ ਰਹੇ ਜੀ, ਬੋਲ ਕੇ ਦੱਸਿਓ ਜੀ, ਬੋਲੋ ਭਾਈ, ਪੈ ਰਹੇ ਆ ਨਾ? ਕੋਈ ਸਰੋਪੇ ਦੀ ਮਹੱਤਤਾ ਰਹਿਣ ਦਿੱਤੀ ਅਸੀਂ? ਅੱਜ ਅਸੀਂ ਖਲੋਤੇ ਕਿੱਥੇ ਆ? ਅੱਛਾ, ਪਤਾ ਸਾਰਿਆਂ ਨੂੰ ਆ, ਆਫ ਕੈਮਰੇ ਸਾਰੇ ਗੱਲਾਂ ਕਰ ਜਾਣਗੇ, ਬੜਾ ਮਾੜਾ ਲੀਡਰਾਂ ਨੇ ਮਾੜਾ ਕਰਤਾ। ਤੇ ਪੱਕੀ ਗੱਲ ਹੈ, ਵੋਟਾਂ ਫੇਰ ਉੱਥੇ ਪਾਈਆਂ ਹੋਣੀਆਂ ਨੇ, ਕੱਲ ਡਿੱਗੇ ਫੇਰ ਉੱਥੇ ਹੀ। ਸੱਚ ਹੈ। ਅਣਖ, ਗੈਰਤ, ਸੁਲੈਮਾਨ, ਸਾਡਾ ਸਾਰਾ ਕੁਝ ਖਤਮ ਕਰ ਦਿੱਤਾ ਅਗਲਿਆਂ ਨੇ। ਅਸੀਂ ਕਦੋਂ ਆਜ਼ਾਦ ਹੋਵਾਂਗੇ? ਕਿੱਥੇ? ਉਹ ਮਾਫ ਕਰਨਾ, ਇੱਕ ਮੈਂ ਬੇਨਤੀ ਕਰ ਦਵਾਂ, ਕੋਠੀਆਂ ਵੀ ਬਣ ਜਾਣਗੀਆਂ, ਕਾਰਾਂ ਵੀ ਆ ਜਾਣਗੀਆਂ, ਘਰ ਬਹੁਤ ਵੱਡੇ ਬਣ ਜਾਣਗੇ, ਪਰ ਜਿੱਦਣ ਮਰਾਂਗੇ ਉਦਣ ਹੀ ਮਰ ਜਾਵਾਂਗੇ। ਜਿਹੜੇ ਸੱਚ ਦੇ ਨਾਲ ਤੁਰਦੇ ਨੇ ਉਹਨਾਂ ਦਾ ਸੰਸਕਾਰ ਤੇ ਹੋ ਜਾਂਦਾ, ਪਰ ਉਹ ਕਦੀ ਮਰਦੇ ਨਹੀਂ। ਪਤਾ ਕਿਉਂ? ਕਿਉਂਕਿ ਉਹ ਜਿਹਦੇ ਨਾਲ ਜੁੜੇ ਹੁੰਦੇ, ਜੇ ਉਹ ਆਦ ਸੱਚ ਹੈ ਤੇ ਤੁਹਾਨੂੰ ਕਿਉਂ ਨਹੀਂ ਆਦ ਸੱਚ ਕਰੇਗਾ? ਵੀ ਨਿਗਾਹ ਜਾ ਕਿੱਲ ਤੁਸੀਂ ਬਾਲਟੀ ਪਾਣੀ ਦੀ ਭਰੀ ਵਿੱਚ ਸੁੱਟ ਕੇ ਵੇਖੋ, ਸੁੱਟਦਿਆਂ ਸਾਰ ਬਾਲਟੀ ਦੇ ਥੱਲੇ ਨਾ ਜਾ ਲੱਗਦਾ, ਡੁੱਬ ਜਾਂਦਾ। ਪਰ ਇੱਕ ਲੱਕੜ ਦੇ ਨਾਲ ਕਿੰਨੀਆਂ ਕਿੱਲ ਪੱਤੀਆਂ ਲੱਗੀਆਂ ਹੁੰਦੀਆਂ। ਜਦੋਂ ਆਪਾਂ ਕੋਈ ਕਿਸ਼ਤੀ ਤਿਆਰ ਕਰਦੇ ਹਾਂ, ਕੋਈ ਬੇੜੀ ਤਿਆਰ ਕਰਦੇ ਹਾਂ, ਨਿੱਕੇ ਨਿੱਕੇ ਕਿੱਲ ਪੱਤੀਆਂ ਨਹੀਂ, ਕਿੰਨਾ ਕੁਝ ਉਹਦੇ ਨਾਲ ਨਟ ਬੋਲਟ ਕੱਸੇ ਹੁੰਦੇ ਨੇ। ਇੱਕ ਨਦੀ ਦੇ ਕੰਢੇ ਤੋਂ, ਇੱਕ ਦਰਿਆ ਦੇ ਕੰਢੇ ਤੋਂ ਦੂਜੇ ਕੰਢੇ ਤੱਕ ਪਹੁੰਚ ਜਾਂਦਾ। ਕਿਸੇ ਨੇ ਸਵਾਲ ਕੀਤਾ, ਉਹ ਕਿੱਲ ਨੂੰ ਤੂੰ ਪਹਿਲਾਂ ਡੁੱਬ ਜਾਂਦਾ ਸੀ, ਹੁਣ ਕਿਉਂ ਨਹੀਂ ਡੁੱਬਦਾ? ਕਹਿੰਦਾ ਮੈਂ ਸੰਗ ਉਹਦਾ ਕੀਤਾ ਜਿਹੜਾ ਪਾਣੀ 'ਚ ਆਪ ਤਰਦਾ ਹੈ। ਜਿਹੜੀ ਲੱਕੜ ਆ ਪਾਣੀ 'ਚ ਨਹੀਂ ਡੁੱਬਦੀ, ਮੈਨੂੰ ਕਿੱਥੋਂ ਡੁੱਬਣ ਦਊ?
जे मैं संग सच दा कीता होएगा, सच आद, आद सच है, जुगाद सच है भी सच नानक। अज किन्नियां घरां च पाठ हो रहे, इसे करके अज अंदरों हौले पै गए। खुराक ते डिपेंड करता, जिद्दां दी इंसान खुराक खांदा उदां दा उहदा असर शरीर ते हुंदा है। जिद्दां दी मन खुराक खाएगा उदां दा मन बनेगा। जे मन नूं सवेरे उठदिआं सार असीं चंगी खुराक देवांगे, चंगे विचार देवांगे, मन मजबूत होएगा। मन धक्के ना कोई किसी नूं झुका नहीं सकदा। एक घाई सी ना गुरु हरगोबिंद पातशाह महाराज वेले, वो घाह दी पंड ते टका अग्गों चुकण दी जुरत रखदा है। वो भावें भुलेखे नाल ही तंबू च जा वड़िया घाई, जहांगीर दे जाके पैरां च उन्हें देश दा बादशाह होवे उहदे पैरां च घाह दी पंड ते टका रख दिता ते जांदे हाथ जोड़ के आंदा सच्चिया पातशाह मेरा जम्मण मरना कट दिओ। ते जहांगीर नूं पता लग गया ये भुलेखे ना मेरे तंबू च आ गया है, गुरु दा सिख है। दो तंबू इकट्ठे लगे सी, एक गुरु हरगोबिंद पातशाह दा, एक तंबू जहांगीर बादशाह दा। ते उन्हें गाड़ी कहा जे मैं तेरा सच्चा पातशाह ना होवां ते, बादशाह ने कहा जे मैं तेरा सच्चा पातशाह ना होवां ते, आंदा जे तुसीं मेरे सच्चे पातशाह नहीं होवोगे तो फिर मैं घाह दी पंड ते टका चक के लै जावांगा। ये घाह दी पंड मेरे गुरु पातशाह जी दे घोड़ियां लई आ ते टका उन्हां दे प्रचार फंड लई आ। ते अग्गों बादशाह ने शब्द बोलिया, कहंदा तैनूं पता मैं कौन आ? जिस धरती ते तू खलोता है इस धरती दा बादशाह मैं, इत्थे मेरा सिक्का चलता है। तो सोच के वेखो एक बार इस चीज नूं सोच के वेखियो, किसी घर कोई गैसट आया होवे उहदे गाड़ी खाण पीण लई समान रखिया होवे, जदों खाण लगे हथ पाउण लगे तां आपां उहदी गाड़ी नूं चक के लै जाइए, दोबारा तुहाडे घर आएगा? तू कहेगा मेरा अपमान कीता है, मेरी इंसल्ट की, तुसीं किसी नूं हाथ ही मिलाउण लगो अगला हाथ पिछां खिच ले, बंदा इह च भी अपनी बेइज्जती महसूस करदा। ते देश दा बादशाह होवे उहदे अग्गों घाह दी पंड ते टका चुकण दी जुरत क्यों? क्योंकि अंदर तगड़ा सी ना। अज अंदरों इन्ने कमजोर आ, अगों पिछों पोलीटिकल बंदियां बारे गल्लां करी जाणगे, किते आ जाए सही उहदे नाल सेल्फियां लैण लग पैंदे, मगर सरोपा लैके तुरे फिरदे। डर है अंदर पै पी तो जिन निरभओ, जिन हर निरभओ ध्याया जी तिनका भओ सब गवासी। जिहड़ा निरभओ नूं ध्याएगा वो भौ तो रहत हो जाएगा, डर तो रह। अज डर दे अधीन जिंदगी जी रहे हाँ। अंग्रेज ने हौली हौली सरबराह अपने लाए, प्रबंध अपने अधीन कर लिया। दरबार साहिब दीआं परिक्रमा च अगलियां ने मूर्तियां तक स्थापित कर दित्तियां सन। लिटरेचर लिया के जिहड़ा चंगा लिटरेचर नहीं सी, गंदा लिटरेचर लिया के उत्थे स्टाल लाने शुरू कर दिते गए। वो तां समा सी जदों असीं उन्हां योधियां दा नाम लैंदे आ, सिर उच्चा चुक के माण नाल जिंदगी जीउण दा जिन्हां ने बल बख्शिश कीता, सिंह सभा लहर चली, वो मूर्तियां चकवाइयां गईयां। ज्ञानी देत सिंह वर्गियां ने बेदी परिवार दे जिन्हां दे गदेले लगे सी, गदेले चुक चुक सरोवर सुटे कि गुरु दी हजूरी च तुहानूं असीं मत्थे टेकण दी, मत्थे टकाउण दी आग्या नहीं देवांगे। अज गुरु दी हजूरी विच ही गदेला लगा हुंदा ते लैन लगी हुंदी है, बाबियां दे पैरां ते मत्थे टेके जा रहे हुंदे ने। क्यों साध संगत जी? ते 4 दिन पहला आपां वेख ही लिया, मैं तो यह भी बोल के पाया सी पछाण लो आपो अपने जिहड़े PM दे लागे बैठे ने। वो बोलो गुरु के प्यारे हो, उन्हां च बंगला साहिब दे भी हैगे आ, हैड ग्रंथी भी, पटना साहिब दे भी, वो च बाबे भी तरह तरह दे, किद्दां बैठे आ सारे बीबे पुत बन के। सोच के देखो, तुसीं की सोचदे भी सिੱਖੀ दे प्रचार की गल करन गए होणगे उन्हां नाल? सिੱਖੀ दी जड़ी तेल किद्दां देना है? ये वो ने जिहड़े आपां पाले ने, गुस्सा ना मनाए। हुण मैनूं पहिलां पता भी ये गल्लां हजम होणीआं बहुत सौखियां नहीं। ये वो ने जिन्हां नूं आपां पालिया, जिवें आसान नहीं हुंदे पिंडां 'च तुरे फिरदे अवारा। वो गाचा भी पिंड वालियां दा खांदे आ, जदों रात नूं पिंड वाले सौंदे आ ते कंधां भी पिंड वालियां ਦੀਆਂ ਢਾਉਂਦੇ आ। वो जो रात को किसान आन के सौ जाता ना, वो फसलां किहदियां उजाड़दे आ जी। वो बोलो प्यारिओ, फसलां भी किसान दियां उजाड़दे आ ते रात नूं अच्छा फसल भी किसान दी खांदे आ ते फिर कंधां किहदियां ढाउंदे रात नूं? हाँ जी, किसानां दी। किन्नियां गावां च वज के किन्ने एक्सीडेंट होए ने, खादा भी पब्लिक दा ते एक्सीडेंट भी किन्ने इन्हां राहीं होए। कदों पछाणांगे जी असीं अपने?
कोई पुछण दी जरूरत करेगा बाबा जी किहड़ी मीटिंग करन गए तुसीं पीएम नाल? सानू कोई रिकॉर्डिंग दे दिओ, कोई स्टेटमेंट दे दिओ, कोई बयान दे दिओ भी सिੱਖੀ विच कोई विचार करन गए जे। छड्डे होए ने हरना बाजा तय सकदारां इन्हां पढ़िया नाउ। मेरे वर्गा प्रचारक बोलदा है ते गल पैण दी कोशिश करदे, तुसीं क्यों दा बोलदे जी? बहुतिआं दे स्टेटमेंट भी नहीं देनी क्योंकि उन्हां दीआं बरसियां ते जाके बोलदे ने, उन्हां दी बरसियां जाके कीर्तन करना अगलियां ने, उन्हां दी बरसियां जाके उन्होंने बोलना है। मैं अज तक 25 साल हो गए ने मैनू, ना मैं कभी किसी साध की बरसी ते गया, ना मैं कभी किसी साध बाबे की तारीफ की है, क्योंकि साडा इक्को ही बाबा घर घर बाबा गावी है। गुरु की बाणी पढ़ो, गुरु की बाणी समझो, अपने बच्चों बच्चियां नू बाणी की विचार ना जोड़ो। कभी समा सी साडा बाबा घर घर गाया जाता सी, अज साडे बाबे भी वखरे वखरे हो गए, असीं खलोते किथे? सोच साडी किन्नी है, इन्ना भय पीत किया होया है, अंदरों डरे पे आ, अंदरों डर मार रहे सानू क्योंकि अंदर खोखला है। एक वो सिख जिहड़ा बादशाह दे अगों घाह दी पंड ते टका चुकण दी जुरत रखदा है ते किथे आ बाबे। अच्छा कमाल दी गल है, इन्हां चों बहुते बाबे किसी दे हत्थ दा छकदे नहीं। उथे कौन छका रहा भला उन्हां नूं? उच्ची बोलो जी। हाँ जी, पीएम ने खंडे दी पौल लई है, वो बोलो इत्थे कहणगे सानू ना आटा लिया दो वखरा, दाल वखरी लिया दो, साडा गड़वा वखरा, साडा भांडा वखरा, किसे दे हत्थ दा निशाना। उत्थे किहदे हत्थ दा खा रहे? बोलो भाई। हुण उथों आण के फिर नखरे कर रहे लोगों के घर जाण के, बाबा जी समुंदर छकदे आ, बाबा जी चाह नहीं पींदे, बाबा जी लौंगा ना दुध पींदे, बाबा जी लाचियां वाला पींदे आ। ऐदां तुहाडा जवाक घर च करे ना, बीबी आंदी इहनूं भी पुੱਤ अकल सिख तू, ये की करदा पिया? ते कमाल की गल, एडी मत मारी हुई है जेडे इन्हां नाल लोग जुड़े हुए ने, कोई एक शब्द सुन ली तैयार नहीं इन्हां बारे, एक शब्द ना ना ना, मतलब कोई नहीं, कित्थों लिया के खड़ा किया। अच्छा मैं एक गल मैं होर कहण लगा, ध्यान नाल सुनियो, बेशक नोट कर लियो। पंजाब विच किन्ने डेरे ने? कभी साके ननकाने का नाम या साका ननकाना कभी इन्होंने अपने डेरे च मनाया? पुछ के वेखियो कभी कभी साका ननकाना पता क्यों नहीं मनाया? सुनियो हुण मैं लाइव कह रहा गल, पता क्यों नहीं मनाया? क्योंकि कोई ढाडी आएगा उत्थे साका ननकाना सुनाउण, कोई कविशर आऊ सुनाउण, कोई प्रचारक आऊगा उन्हें मंत नरैणू दीआं गल्लां सुनाउणीआं ने, ते संगत ने बैठे ने हिसाब लाउणा भी लछण ते साडे बाबे दे भी मंत वाले ही आ। वो बोलो भाई फर्क तो थोड़ा बहुत ही आ। इस करके वो कहते आ वो दिन मनाओ ना जिहदे नाल साडे बाबे लोकां सामने नंगे हुंदे आ, वो दिन ही ना मनाओ। की मनाओ फिर? बरसियां मनाओ। बाबा जी इन्ने पाठ करके फिर रोटी खांदे सी, बाबा जी इन्ने जप करते सी, बाबा इन्ने जी तप करते सी, बाबा जी रेता ते खलोंदे सी, बाबा जी दरख्त नाल पुट्ठा लमकदे सी। ये बंदगी नूं सिੱਖੀ च कोई थां नहीं। सिर तलवाया पाइए चमकदड़ जूहे, भाई गुरदास जी कहते जे सिर नीवा करके लत्तां तां करके रब मिलता होवे ते चाम चड़क ते चमगिद्दड़ नूं मिल जे। मड़ी मसाणी जे मिले विच खुड्डां चूहे, जे धरती पुट के भोरा पुटिया रब मिलता होवे ते सब तो पहला चूहे नूं मिल जे, चूहा रहिंदे धरती च। शुक्र करो भी चूहे जे बोलते नहीं तो चूहियां ने भी साडे ते दावा कर देना सी। जे असीं कहिए साडा बाबे दा भोरा साहब, चूहियां कहना हद हो गई, असीं धरती पुट के बईए साडी खुड साडी रोड तुहाडे बाबे दा भोरा साहब। शुक्र करो कि जे चूहे बोलते नहीं तो वह भी अपन खुडा रुडा नूं मथे टिकाउण लग पैण। ये मैं नहीं कह रहा, भाई गुरदास जी कह रहे आ, गुरु अमरदास पातशाह दे सके भतीजे आ, गुरु पंजवें पातशाह दे मामा जी लगते रिश्ते वजों, जिन्हां दा अंतिम संस्कार गोविंदवाल साहब की धरती ते गुरु हरगोबिंद पातशाह जी ने किया, जिन्हां ने सब तो पहला गुरु अर्जन साहब की गोद विच बैठ के बाणी लिखी है। विरसा साडे कोल कमाल दा। फिर उन्होंने अपने सरबला लाए, हौली हौली गुरुद्वारियां विच इदां दा प्रबंध किया, जंगां होईयां, अंग्रेजां दे इत्थे पैर जमाउण तो पहला सिੱਖੀ दे 3 थंम सी ना शेरे पंजाब महाराजा रणजीत सिंह, अकाली फूला सिंह 1823 दे विच नौशहरे दी जंग विच शहादत दा जाम पींदा है। अकाली फूला सिंह
23 ਦੇ ਵਿੱਚ ਨਸ਼ਹਿਰਾ, ਜਿਹੜਾ ਪਾਕਿਸਤਾਨ ਦੇ ਵਿੱਚ ਨਸ਼ਹਿਰਾ ਹੈ, ਉੱਥੇ ਸ਼ਹਾਦਤ ਦਾ ਜਾਮ ਪੀਂਦਾ ਹੈ ਅਕਾਲੀ ਫੂਲਾ ਸਿੰਘ। 1837 ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਜਮਰਾਉਦ ਦੀ ਜੰਗ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ। ਤੇ 46 ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ। ਇਹ 3 ਸਿੱਖੀ ਦੇ ਥੰਮ ਸੀ। ਅੱਜ ਕਿੰਨਿਆਂ ਨੂੰ ਪਤਾ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਬਾਰੇ? ਕਿੰਨਿਆਂ ਨੂੰ ਪਤਾ ਅਕਾਲੀ ਫੂਲਾ ਸਿੰਘ ਬਾਰੇ? ਕਿੰਨਿਆਂ ਨੂੰ ਪਤਾ ਸਰਦਾਰ ਹਰੀ ਸਿੰਘ ਨਲੂਏ ਬਾਰੇ? ਕਿ ਹੁਣ ਕਵਾਂਗੇ ਸਵਾਲ ਇਹ ਪੈਦਾ ਹੁੰਦਾ, ਦੱਸਣਾ ਕਿਹਨੇ ਸੀ? ਦੱਸਣਾ ਤੇ ਆਪਣੀਆਂ ਪੀੜ੍ਹੀਆਂ, ਆਪਣੇ ਬੱਚਿਆਂ ਆਪ ਹੀ ਦੱਸਣਾ ਸੀ। ਤੇ ਦੱਸਣ ਵਾਸਤੇ ਸਾਨੂੰ ਖੁਦ ਪੜ੍ਹਨਾ ਪੈਣਾ ਸੀ ਕਿ ਆਪ ਆਪਣੀ ਕੌਮ ਦੀ ਹਿਸਟਰੀ ਪੜ੍ਹੋ ਕਿ ਸਾਡੀ ਕੌਮ ਦੇ ਇਦਾਂ ਦੇ ਮਰ ਜਿਵੜੇ ਹੋਏ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਇੱਕ 5 ਹੱਥਾ ਸਰਦਾਰ ਨਿਧਾਨ ਸਿੰਘ, ਉਹਨੂੰ 5 ਹੱਥਾ ਖਿਤਾਬ ਮਿਲਿਆ ਸੀ। 5 ਹੱਥਾ ਖਿਤਾਬ ਪਤਾ ਕਿਉਂ ਮਿਲਿਆ ਸੀ? ਉਹ ਲੜਦਿਆਂ ਲੜਦਿਆਂ ਬਿਨਾਂ ਹਥਿਆਰਾਂ ਤੋਂ ਦੁਸ਼ਮਣਾਂ ਦੇ ਇਲਾਕੇ ਚਲੇ ਗਿਆ। 5 ਬੰਦਿਆਂ ਕੋਲੋਂ ਹਥਿਆਰ ਖੋਹ ਕੇ, ਮੁਸ਼ਕਾਂ ਬੰਨ ਕੇ ਲਿਆ ਕੇ ਉਹਨੇ ਆਪਣੇ ਬਾਦਸ਼ਾਹ ਦੇ ਕੋਲ ਲੈ ਆਂਦਾ। ਤੇ ਸ਼ੇਰੇ ਪੰਜਾਬ ਨੇ ਖੁਸ਼ ਹੋ ਕੇ ਫਿਰ ਉਹਨੂੰ ਖਿਤਾਬ ਦਿੱਤਾ ਸੀ ਸਰਦਾਰ ਨਿਧਾਨ ਸਿੰਘ 5 ਹੱਥਾ। ਉਹ ਤੇਰੇ 2 ਹੱਥ ਨਹੀਂ, ਤੇਰੇ ਤੇ 5 ਹੱਥ ਨੇ। ਕਿੰਨਿਆਂ ਨੂੰ ਪਤਾ ਸਾਡੀ ਪੀੜ੍ਹੀ ਚ? ਇੱਥੇ ਕੋਈ ਫਿਲਮਾਂ ਦਾ ਹੀਰੋ ਨਕਲੀ ਸ਼ੇਰ ਮਾਰ ਦੇਵੇ ਤੇ ਸਾਡੇ ਜਵਾਕ ਸਟੋਰੀਆਂ ਸੁਣਾਉਂਦੇ ਸਵੇਰੇ ਉੱਠ ਕੇ। ਸਰਦਾਰ ਹਰੀ ਸਿੰਘ ਨਲੂਏ ਨੇ ਅਸਲੀ ਸ਼ੇਰ ਮਾਰਿਆ ਸੀ, ਅਸਲੀ ਸ਼ੇਰ ਦਾ ਚਬਾੜਾ ਪਾੜਿਆ ਸੀ। ਉਹਦੀ ਬਹਾਦਰੀ ਵੇਖ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹਨੂੰ ਫੌਜ ਵਿੱਚ ਭਰਤੀ ਕੀਤਾ ਸੀ। ਪਰ ਦੱਸੂ ਕੌਣ? ਸਵਾਲ ਫਿਰ ਉਹ ਪੈਦਾ ਹੁੰਦਾ ਵੀ ਦੱਸੂ ਕੌਣ? ਕਿਉਂਕਿ ਅਸੀਂ ਤੇ ਆਪ ਪੜ੍ਹਨਾ ਲਿਖਣਾ ਛੱਡ ਹੀ ਬੈਠੇ ਆ। ਸ਼ੌਂਕ ਪਾਲੋ ਆਪਣੇ ਘਰਾਂ ਦੇ ਵਿੱਚ। ਤੁਹਾਡੇ ਬੈੱਡ ਦੇ ਸਰਾਣੇ ਕਿਤਾਬ ਪਈ ਹੋਵੇ, ਰਾਤ ਨੂੰ ਸੌਣ ਲੱਗਿਆਂ 2-3 ਪੇਜ ਨਹੀਂ, ਸ਼ੌਂਕ ਪਹਿਲਾਂ 1 ਪੇਜ ਪੜ੍ਹਨਾ ਸ਼ੁਰੂ ਕਰੋ, ਫਿਰ 2 ਪੜ੍ਹਨਾ ਸ਼ੁਰੂ ਕਰੋ, ਫਿਰ 3 ਪੜ੍ਹਨਾ ਸ਼ੁਰੂ ਕਰੋ। ਹੌਲੀ ਹੌਲੀ ਤੁਹਾਨੂੰ ਰੁਚੀ ਪੈਦਾ ਹੋਗੀ। ਜਦੋਂ ਤੁਹਾਡੇ ਅੰਦਰ ਕੋਈ ਚਿਣਗ ਲੱਗ ਗਈ, ਜਦੋਂ ਤੁਹਾਨੂੰ ਕਿਸੇ ਗੱਲ ਦਾ ਪਤਾ ਹੋਇਆ, ਵਧੋ ਵਧੀ ਤੁਸੀਂ ਜਿੱਥੇ 4 ਬੰਦਿਆਂ 'ਚ ਬਹੋਗੇ, ਤੁਸੀਂ ਗੱਲ ਸਿੱਖੀ ਦੀ ਜ਼ਰੂਰ ਕਰੋਗੇ, ਕਿਉਂਕਿ ਤੁਹਾਡੇ ਅੰਦਰੋਂ ਗਿਆਨ ਤੁਹਾਨੂੰ ਖਲੋਣ ਨਹੀਂ ਦੇਵੇਗਾ। ਅੱਜ ਪਤਾ ਹੀ ਕੱਖ ਨਹੀਂ ਹੈਗਾ। ਮੈਂ ਆਪਣੀ ਜ਼ਿੰਦਗੀ 'ਚ ਵਿਦੇਸ਼ਾਂ 'ਚ ਵੇਖਿਆ, ਗੋਰਾ ਬੈਠਾ ਮੇਰੇ ਲਾਗੇ ਏਅਰਪੋਰਟ ਤੇ ਪਲੇਨ ਦੇ ਵਿੱਚ, ਉਮਰ ਉਹਦੀ 60 ਸਾਲ ਹੈ। ਪਲੇਨ ਉੱਡਣ ਤੋਂ ਲੈ ਕੇ ਉਹਦੇ ਹੱਥ ਵਿੱਚ ਕਿਤਾਬ ਹੈ। 2-2.5-3 ਘੰਟੇ ਦੀ ਲੋਕਲ ਫਲਾਈਟ ਵਿੱਚ ਵੀ ਉਹ ਜਦੋਂ ਤੱਕ ਪਲੇਨ 'ਚ ਉਤਰਦਾ ਨਹੀਂ, ਕਿਤਾਬ ਆਪਣੇ ਹੱਥੋਂ ਛੱਡਦਾ ਨਹੀਂ। ਤੇ ਮੈਂ ਮਨ 'ਚ ਸੋਚਦਾ ਹੁੰਦਾ, ਤੁਸੀਂ ਆਪਣੀ ਜ਼ਿੰਦਗੀ 'ਚ ਕਦੀ ਸਿੱਖ ਵੇਖੇ ਇਦਾਂ ਦੇ ਵੀ ਕਿਤੇ ਤੁਸੀਂ ਬੱਸ ਸਟੈਂਡ ਤੇ ਬੈਠੇ ਹੋ, ਕਿਸੇ ਰੇਲ 'ਚ ਸਫ਼ਰ ਕਰਦੇ ਹੋ, ਕਿਤੇ ਪਲੇਨ 'ਚ ਸਫ਼ਰ ਕਰਦੇ ਹੋ, ਤੇ ਆਪਣੇ ਹੱਥ ਵਿੱਚ ਕਿਸੇ ਸਿੱਖ ਦੇ ਕੋਲ ਤੁਸੀਂ ਕਿਤਾਬ ਫੜੀ ਵੇਖੀ ਹੋਵੇ ਕੋਈ ਸਾਡਾ ਪੜ੍ਹ ਰਿਹਾ? ਸਾਡੇ ਜੇ ਅਨੰਦਪੁਰ ਸਾਹਿਬ ਵੀ ਜਾਣਗੇ ਨਾ, ਤਾਸ਼ ਦੀ ਡੱਬੀ ਲੈ ਜਾਣਗੇ ਟਰਾਲੀ 'ਚ ਨਾਲ। ਜੇ ਹਜ਼ੂਰ ਸਾਹਿਬ ਨੂੰ ਜਾਣਗੇ ਤੇ 4 ਜਾਣੇ ਬਹਿ ਕੇ ਆਪਣੀਆਂ ਗੱਲਾਂ ਕਰਨਗੇ, ਕਿਉਂਕਿ ਪੜ੍ਹਨ ਦਾ ਸ਼ੌਂਕ ਸਾਡੇ ਪਰਿਵਾਰਾਂ 'ਚ ਹੈ ਹੀ ਨਹੀਂ। ਹਿਸਟਰੀ ਜ਼ਰੂਰੀ ਨਹੀਂ ਕਿ ਅਸੀਂ ਕਿਸੇ ਵਾਸਤੇ ਪੜ੍ਹਨਾ। ਮੈਨੂੰ ਕਮ ਸੇ ਕਮ ਪਤਾ ਹੋਵੇ, ਮੈਨੂੰ ਕਿਸੇ ਗੱਲ ਦਾ। ਫਿਰ ਸੇਮ ਏਦਾਂ ਗੱਲ ਹੈ, ਖਾਣਾ ਸਰਾਣੇ ਪਿਆ ਵਾ, ਬੱਚਾ ਘਰ ਭੁੱਖਾ ਹੋਵੇ, ਸ਼ਾਮਾਂ ਨੂੰ ਮਾਂ ਆਵੇ ਤੇ ਆਣ ਕੇ ਕਹੇ ਮਾਂ ਮੈਂ ਸਵੇਰ ਦਾ ਭੁੱਖਾ ਬੈਠਾ, ਤੇ ਮਾਂ ਕਹਿੰਦੀ ਪੁੱਤ ਮੈਂ ਤੇ ਸਾਰਾ ਕੁਝ ਬਣਾ ਕੇ ਰੱਖ ਕੇ ਗਈ ਸੀ, ਤੂੰ ਖਾ ਲੈਂਦਾ। ਹੁਣ ਇਹ 'ਚ ਤੇ ਮਾਂ ਦਾ ਕੋਈ ਕਸੂਰ ਨਹੀਂ ਨਾ, ਬਣਾ ਕੇ ਘਰ ਰੱਖਿਆ ਸੀ, ਤੂੰ ਖਾਧਾ ਵੀ ਨਹੀਂ। ਸਾਡਿਆਂ ਪੁਰਖਿਆਂ ਨੇ ਸਾਡੇ ਲਈ ਇੰਨਾ ਕੁਝ ਬਣਾ ਕੇ ਦਿੱਤਾ, ਅਸੀਂ ਖਾਣ ਨੂੰ ਵੀ ਤਿਆਰ ਨਹੀਂ, ਅਸੀਂ ਪੜ੍ਹਨ ਨੂੰ ਵੀ ਤਿਆਰ ਨਹੀਂ। ਆ ਕਿਤਾਬਾਂ ਦੇ ਸਟਾਲ ਲੱਗੇ ਨੇ, ਕਦੀ ਕੱਪੜਿਆਂ ਦੇ ਸਟਾਲ ਇਦਾਂ ਲੱਗੇ ਵੇਖੇ, ਕੱਪੜਾ ਲੱਭਣ ਜਾਂਦੇ ਆ ਘਰੋਂ 50 ਕਿਲੋਮੀਟਰ ਸਫ਼ਰ ਤੈਅ ਕਰਕੇ, ਪਤਾ ਵੀ ਕੱਪੜਾ ਮੈਨੂੰ ਚਾਹੀਦਾ, ਗੱਡੀ ਸਪੈਸ਼ਲ ਏਜੰਸੀ ਤੋਂ ਲੈਣ ਜਾਂਦੇ ਆ। ਪਰ ਕਿਤਾਬਾਂ ਦੇ, ਕਿਉਂਕਿ ਇਹ ਸਾਡਾ ਤਜਰਬਾ ਹੈ, ਅਸੀਂ ਲਗਾਤਾਰ 5-7 ਸਾਲਾਂ ਤੋਂ ਪਿੱਛੇ ਵੇਖਿਆ ਸਟਾਲਾਂ ਤੇ ਕਿਤਾਬਾਂ ਦੇ ਸਟਾਲ ਲਾਉਣੇ ਪੈਂਦੇ ਨੇ। ਤੇ ਉੱਥੇ ਵੀ ਕਈ ਆਣ ਕਹਿਣਗੇ ਏਦਾਂ, ਮੰਨ ਲਓ ਵੀ ਜੇ ਕਿਤੇ ਕਿਸੇ ਬੀਬੀ ਦਾ ਕਿਤਾਬ ਪੜ੍ਹਨ ਨੂੰ ਜੀ ਕਰੂਗਾ ਵੀ ਨਾ ਵੀ ਮੈਂ ਲੈ ਜਾਵਾਂ, ਤੇ ਲਾਗੇ ਉਹ ਬੰਦਾ ਖਲੋਤਾ ਏਦਾਂ ਕਹਿੰਦਾ, ਉਹ ਛੱਡ ਪਰਾਂ, ਤੂੰ ਘਰ ਜਾ ਕੇ ਰੱਖ ਹੀ ਲੈਣੀ ਹੈ। ਉਹ ਅਗਲਾ ਸੋਚਦਾ ਵੀ ਤੂੰ 200 ਇਹ ਤੇ ਲਾ ਦੇਣਾ, ਮੇਰੀ 200 ਦੀ ਬੋਤਲ ਆ ਜਾਣੀ ਅੱਧੀ। ਗੁੱਸਾ ਨਾ ਮਨਾਇਓ, ਇਹ ਗੱਲ ਸੱਚ ਹੈ। ਜਿਹਨੇ ਸਰੀਰ ਦਾ ਨੁਕਸਾਨ ਕਰਨਾ ਹੈ, ਅਸੀਂ ਇਸ ਬੰਨੇ ਧਿਆਨ ਨਹੀਂ ਦਿੱਤਾ ਕਿ ਇੱਕ ਅੱਧੀ ਕਿਤਾਬ ਸਾਡੇ ਘਰ ਪਤਾ ਹੋਵੇ। ਸਾਨੂੰ ਪਤਾ ਹੁੰਦਾ, ਜੇ ਪੜ੍ਹਿਆ ਹੁੰਦਾ ਨਾ, ਤੇ ਸਾਨੂੰ ਪੋਲੀਟੀਕਲ ਲੋਕ ਵੀ 5-5 ਸਾਲਾਂ ਬਾਅਦ ਇਦਾਂ ਬੇਵਕੂਫ ਨਾ ਬਣਾਉਂਦੇ। ਅਜੇ ਵੀ ਨਹੀਂ ਅਸੀਂ ਸਮਝ ਪਾ ਰਹੇ ਵੀ ਅੰਦਰੋਂ ਲੋਕ ਇੱਕ ਨੇ, ਇਹ ਬਾਹਰੋਂ ਵੇਖਣ ਨੂੰ ਵੱਖਰੇ ਵੱਖਰੇ ਨੇ।
ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜਾਂਗੇ, ਸਮਝਾਂਗੇ, ਵਿਚਾਰਾਂਗੇ, ਸਾਨੂੰ ਪਤਾ ਲੱਗੇਗਾ ਕਿੱਦਾਂ ਉਹਨਾਂ ਲੋਕਾਂ ਨੇ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਂਦੀ ਹੈ। 21 ਦੇ ਵਿੱਚ ਸਾਕਾ ਨਨਕਾਣਾ ਵਾਪਰਦਾ ਹੈ। ਮਹੰਤ ਨੇ ਉੱਥੇ ਟਕੂਏ, ਗਡਾਸੇ, ਮੁਜਰੇ ਕਰਾਉਂਦਾ ਸੀ ਅਗਲਾ ਨਨਕਾਣਾ ਸਾਹਿਬ। ਸ਼ਰਾਬਾਂ ਦੇ ਜਾਮ ਚੱਲਦੇ ਸੀ। ਪੂਰਾ ਜਿਹਨੂੰ ਪੰਜਾਬੀ ਚ ਕਹੀਏ ਹਰ ਕਿਸਮ ਦਾ ਐਬ ਨਨਕਾਣਾ ਸਾਹਿਬ। ਇੱਕ ਸਿੰਧੀ ਜੱਜ ਸੀ ਨਾ, ਰਿਟਾਇਰ ਹੋਇਆ, ਉਹ ਜਦੋਂ ਰਿਟਾਇਰਮੈਂਟ ਲਈ ਉਹਨੇ ਤੇ ਆਪਣੇ ਪਰਿਵਾਰ ਸਮੇਤ, ਉਹਦੇ ਮਨ ਦੀ ਇੱਛਾ ਸੀ ਮੈਂ ਉਸ ਜਗ੍ਹਾ ਦੇ ਦਰਸ਼ਨ ਕਰਕੇ ਆਵਾਂ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਉਹਦੀ 13 ਸਾਲਾਂ ਦੀ ਬੱਚੀ, ਉਹਦਾ ਪਰਿਵਾਰ, ਉਹਦੀ ਵਾਈਫ ਚਲੇ ਗਏ ਨਨਕਾਣਾ ਸਾਹਿਬ ਦਰਸ਼ਨ ਕਰਨ ਲਈ। ਇਹ ਨਨਕਾਣਾ ਸਾਹਿਬ ਦਾ ਸਾਕਾ ਵਾਪਰਨ ਤੋਂ ਪਹਿਲਾਂ ਦੀ ਗੱਲ ਕਰ ਰਿਹਾ ਮੈਂ। ਰਾਜ ਅੰਗਰੇਜ਼ ਦਾ ਉੱਥੇ ਰਾਤ ਰਹਿਣ ਲਈ ਉਹਨੇ ਕਿਹਾ ਜੀ ਮੈਨੂੰ, ਮੈਂ ਇੱਥੇ ਆਇਆ ਵਾਂ ਦਰਸ਼ਨ ਪਰਸ਼ਨ ਕਰ ਲਈ, ਮੈਨੂੰ ਜਿਵੇਂ ਬੰਦਾ ਗੁਰਦੁਆਰੇ ਆਉਂਦਾ ਵੀ ਮੈਨੂੰ ਰਾਤ ਰਹਿਣ ਲਈ ਕਮਰਾ ਦਿਓ, ਮੈਨੂੰ ਕਮਰਾ ਦੇ ਦਿਓ, ਮੇਰਾ ਪਰਿਵਾਰ ਨਾਲ ਹੈ। ਮਹੰਤ ਦੇ ਗੁੰਡਿਆਂ ਨੇ ਕਿਹਾ ਤੁਹਾਨੂੰ ਅੱਗ ਬਾਲਣ ਲਈ ਕੋਈ ਕਮਰੇ 'ਚ ਦੀਵਾ ਤੇਲ ਚਾਹੀਦਾ, ਕਿਉਂਕਿ ਉਦੋਂ ਕਿਹੜੀਆਂ ਲਾਈਟਾਂ ਸੀ, ਆ ਬਿਜਲੀ ਤੇ ਹੈ ਨਹੀਂ ਸੀ। ਉਹਨੇ ਕਿਹਾ ਜੀ ਕੋਈ ਪ੍ਰਬੰਧ? ਕਹਿੰਦੇ ਹਾਂਜੀ ਕੋਈ ਗੱਲ ਨਹੀਂ। ਹੁਣ ਸਿੰਧੀ ਜੱਜ ਸੀ, ਉਹਨੇ ਆਪਣੇ 13 ਸਾਲਾਂ ਦੀ ਧੀ ਨੂੰ ਕਿਹਾ ਜਾ ਬਾਬਾ ਜੀ ਦੇ ਨਾਲ ਚਲ ਜਾ, ਤੇਲ ਤੇ ਦੀਵਾ, ਰੂੰ ਦੀ ਵੱਟੀ ਲਾਇਆ, ਆਪਾਂ ਆਪਣੇ ਕਮਰੇ 'ਚ ਚਾਨਣ ਕਰ ਲਈਏ। ਪਰ ਉਹਨਾਂ ਦਰਿੰਦਿਆਂ ਨੇ ਉਸ 13 ਸਾਲਾਂ ਦੀ ਧੀ ਦੀ ਇੱਜ਼ਤ ਲੀਰੋ ਲੀਰ ਕਰਕੇ ਰੱਖ ਦਿੱਤੀ। ਕਾਫੀ ਦੇਰ ਡੀਕਣ ਤੋਂ ਬਾਅਦ ਮਾਂ ਕਹਿੰਦੀ ਹੈ ਆਪਣੇ ਪਤੀ ਨੂੰ, ਜੱਜ ਨੂੰ, ਕਿ ਆਪਣੀ ਬੇਟੀ ਆਈ ਕਿਉਂ ਨਹੀਂ? ਬਾਰ-ਬਾਰ ਕਹਿਣ ਤੇ ਬਾਪ, ਹੁਣ ਬਾਪ ਦੇ ਦਿਮਾਗ ਤੇ ਖਿਆਲ ਹੈ ਹੀ ਨਹੀਂ ਕਿ ਅਸੀਂ ਜਿੱਥੇ ਆਏ ਆ ਇੱਥੇ ਸਾਡੇ ਨਾਲ ਐਸਾ ਹੋ ਸਕਦਾ ਹੈ, ਸਾਡੇ ਨਾਲ ਏਦਾਂ ਦੀਆਂ। ਹੁਣ ਇਸੇ ਕਰਕੇ ਅਗਲੇ ਸਾਕਾ ਨਨਕਾਣਾ ਨਹੀਂ ਵਾਪਰ ਆਪਣੇ ਡੇਰੇ 'ਚ ਮਨਾਉਂਦੇ। ਜਦੋਂ ਸਾਕੇ ਨਨਕਾਣੇ ਦੀ ਹਿਸਟਰੀ ਸੁਣਾਈ ਜਾਏਗੀ ਤੇ ਡੇਰਿਆਂ ਵਿੱਚ ਵੀ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਇੱਕਦਮ ਸਰੋਤਿਆਂ ਦੇ ਦਿਮਾਗ 'ਚ ਜਾਣਾ ਕਿ ਜੇ ਮਹੰਤ ਨਰੈਣੂ ਵੇਲੇ ਕੰਮ ਵਾਪਰਦਾ ਸੀ, ਡੇਰਿਆਂ 'ਚ ਕਿਹੜਾ ਨਹੀਂ ਵਾਪਰਦਾ। ਕਈ ਬਾਬੇ ਜਗਜਾਰ ਹੋ ਗਏ ਤੇ ਕਈ ਬਾਬੇ ਦੇ ਜਗਜਾਰ ਬੋਲੋ ਭਾਈ ਨਹੀਂ ਹੋਏ। ਜਦੋਂ ਬਾਰ-ਬਾਰ ਪਤਨੀ ਦੇ ਕਹਿਣ ਤੇ ਜੱਜ ਗਿਆ, ਉਦੋਂ ਤੱਕ ਧੀ ਦੀ ਇੱਜ਼ਤ ਬਰਬਾਦ ਹੋ ਚੁੱਕੀ ਸੀ। ਤੇ ਜਦੋਂ ਉਸ ਧੀ ਨੂੰ ਤਰਲੇ ਲਾਏ ਮੇਰੀ ਧੀ ਮੇਰੇ ਹਵਾਲੇ ਕਰ ਦਿਓ, ਸੋਚ ਕੇ ਵੇਖੋ ਬਾਪ ਆਪਣੀ ਪਰਿਵਾਰ ਨਾਲ ਕਿਸੇ ਗੁਰਦੁਆਰੇ 'ਚ ਗਿਆ ਹੋਵੇ, ਉਹਦੇ ਨਾਲ ਘਟਨਾ ਵਾਪਰ ਜਾਏ, ਉਹਦਾ ਕਦੀ ਗੁਰਦੁਆਰੇ ਆਉਣ ਨੂੰ ਦਿਲ ਕਰੂ? ਉਹ ਆਪਣੀ ਧੀ ਦੇ ਪੈਰੀ ਪੈ ਗਿਆ ਜੱਜ, ਧੀਏ ਇਹ ਬਾਹਰ ਜਾ ਕੇ ਕਿਸੇ ਨੂੰ ਦੱਸਣਾ ਨਹੀਂ। ਆਪਾਂ ਰਾਤ ਰਹਿਣ ਆਏ ਸੀ, ਅੱਧੀ ਰਾਤ ਹੀ ਉੱਥੋਂ ਉੱਠ ਕੇ ਤੁਰ ਪਏ, ਨਿਕਲ ਗਏ ਗੁਰਦੁਆਰਾ ਸਾਹਿਬ ਤੋਂ ਬਾਹਰ। 2 ਸਿੱਖ ਗਾਤਰਿਆਂ ਵਾਲੇ ਲਾਹੌਰ ਸਟੇਸ਼ਨ ਤੇ ਮਿਲੇ ਉਹਨਾਂ ਨੂੰ, 2 ਸਿੱਖ ਗਾਤਰਿਆਂ ਵਾਲੇ, 2 ਸਿੱਖ। ਸਿੰਧੀ ਜੱਜ ਦੀ ਧੀ 13 ਸਾਲਾਂ ਦੀ ਹੱਥ ਛਡਾ ਕੇ ਨਾ ਬਾਪ ਦਾ, ਭੱਜ ਕੇ ਜਾ ਕੇ ਸਿੱਖ ਦੇ ਗਾਤਰੇ ਨੂੰ ਹੱਥ ਪਾ ਕੇ ਆਂਦੀ ਤੁਸੀਂ ਗੁਰੂ ਦੇ ਸਿੱਖ ਹੋ? ਜਾਓ ਜਾ ਕੇ ਆਪਣੇ ਗੁਰੂ ਦਾ ਗੁਰਦੁਆਰਾ ਵੇਖੋ, ਸਥਾਨ ਵੇਖੋ ਜਿੱਥੇ ਮੈਂ ਇੱਜ਼ਤ ਲੈ ਕੇ ਆਈ ਸੀ, ਅੱਜ ਇੱਜ਼ਤ ਲੁਟਾ ਕੇ ਜਾ ਰਹੀ ਹੈ। ਸਿੱਖਾਂ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਗਈ। ਆਹ ਕੁਝ ਵਾਪਰ ਰਿਹਾ। ਇਕੱਠੇ ਹੋਏ, ਇਕੱਠ ਕੀਤਾ, ਅਰਦਾਸਾ ਸੋਧਿਆ ਗਿਆ ਕਿ ਅਸੀਂ ਇਹਨਾਂ ਮਹੰਤਾਂ ਕੋਲੋਂ ਗੁਰਦੁਆਰੇ ਬੋਲੋ ਜੀ ਆਜ਼ਾਦ ਕਰਾਉਣੇ ਨੇ। ਅੱਜ ਜੇ ਕੋਈ ਸਾਨੂੰ ਇਸ ਮੂਵਮੈਂਟ ਦੀ ਗੱਲ ਕਰਦਾ ਵੀ ਹੈ ਤਾਂ ਸਾਡੇ ਕਿੰਨੇ ਕੁ ਲੋਕ ਨੇ ਜਿਹੜੇ ਹਾਮੀ ਭਰਦੇ ਨੇ ਜੀ। ਅੱਗੇ ਪਤਾ ਕੀ ਕਹਿੰਦੇ ਨੇ, ਅਸੀਂ ਕੀ ਲੈਣਾ ਜੀ ਇਸ ਕੰਮ ਚੋਂ। ਇਹ ਜਵਾਬ ਮਿਲਦਾ ਅੱਗੇ, ਕਹਿੰਦੇ ਅਸੀਂ ਕੀ ਲੈਣਾ ਜੀ ਇਸ ਕੰਮ ਚੋਂ। ਅੱਜ ਬਹੁਤੇ ਸਿੱਖ ਤਾਂ ਜਿਹੜੇ ਇੱਜ਼ਤਦਾਰ ਰਖਾਉਂਦੇ ਨੇ ਉਹ ਪਤਾ ਕੀ ਕਹਿੰਦੇ ਨੇ, ਭਾਵੇਂ ਵਿਦੇਸ਼ਾਂ ਦੀ ਗੱਲ ਹੈ ਭਾਵੇਂ ਦੇਸ਼ ਦੀ ਗੱਲ ਹੈ, ਅੱਗੇ ਜਵਾਬ ਮਿਲਦਾ ਕਹਿੰਦੇ ਆਪਾਂ ਨਹੀਂ ਜੀ ਇਹਨਾਂ ਕੰਮਾਂ 'ਚ ਪੈਂਦੇ, ਆਪਾਂ ਕੀ ਲੈਣਾ, ਬਸ ਰੋਟੀ ਪਾਣੀ ਖਾਈਦਾ, ਘਰ ਆਣ ਕੇ ਸੌਂ ਜਾਈਦਾ। ਤੁਹਾਡੀ ਜ਼ਮੀਨ, ਤੁਹਾਡੀ ਕੋਠੀ ਕੋਈ ਦੂਜਾ ਵਿਅਕਤੀ ਮੰਨ ਲਵੇ, ਉੱਥੇ ਲਫ਼ਜ਼ ਕਿਹਾ ਸਰ ਜਾਂਦਾ ਜੀ। ਜਦੋਂ ਤੱਕ ਉਹ ਜ਼ਮੀਨ, ਉਹ ਕੋਠੀ ਅਗਲੇ ਕੋਲੋਂ ਖਾਲੀ ਨਹੀਂ ਕਰਾ ਲੈਂਦੇ, ਉਦੋਂ ਤੱਕ ਸਾਨੂੰ ਚੈਨ ਦੀ ਨੀਂਦ। ਤੇ ਗੁਰਦੁਆਰਿਆਂ ਬਾਰੇ ਕੀ ਕਹਿੰਦੇ ਅਸੀਂ ਕੀ ਲੈਣਾ ਜੀ ਇਹ ਚੋਂ? ਕਿਉਂ ਨਹੀਂ ਲੈਣਾ ਬਈ? ਤੁਹਾਡੇ ਤੋਂ ਗੁਰੂ ਨੇ ਬੱਚੇ ਕੁਰਬਾਨ ਕੀਤੇ, ਤੁਹਾਡੇ ਤੋਂ ਆਪਣਾ ਸਰਬੰਸ ਵਾਰ ਦਿੱਤਾ, ਤੁਹਾਨੂੰ ਕੋਈ ਜ਼ਿੰਮੇਵਾਰੀ ਦੇ ਕੇ ਗਏ। ਅੱਜ ਅਸੀਂ ਖਲੋਤੇ ਕਿੱਥੇ ਆ? ਹੁਣੇ ਗੱਲ ਹੋ ਰਹੀ ਸੀ ਨਾ, ਗੁਰੂ ਗ੍ਰੰਥ ਸਾਹਿਬ ਇੱਕ ਹੈ, ਸਾਡਾ ਸ਼ਾਮ ਦਾ ਪਾਠ ਇੱਕ ਨਹੀਂ ਹੈਗਾ, ਸਾਡਾ ਸਵੇਰ ਦਾ ਨਿਤਨੇਮ ਇੱਕ ਨਹੀਂ ਹੈਗਾ, ਸਾਡੀ ਅਰਦਾਸ ਇੱਕ ਨਹੀਂ ਹੈਗੀ। ਜਿਹੜੇ ਇਲਾਕੇ 'ਚ ਅਰਦਾਸ ਹੁੰਦੀ, ਅਗਲਾ ਆਪਣੇ ਬਾਬੇ ਦਾ ਨਾਮ ਬਦੋ ਬਦੀ ਅਰਦਾਸ ਵਿੱਚ ਲੈਂਦਾ ਹੈ। ਅਰਦਾਸ ਇੱਕੋ ਸੀ।
ਜਿਹੜੀ ਸਿੱਖ ਰਹਿਤ ਮਰਿਆਦਾ ਬਣਾਈ 1931-32 ਚ ਤਿਆਰ ਕੀਤਾ ਖਰੜਾ, 45 ਚ ਲਾਗੂ ਕੀਤੀ ਗਈ। ਮਾਰਿਓ ਧਿਆਨ, ਕਿੰਨਿਆਂ ਨੇ ਪੜ੍ਹੀ ਹੈ? ਕਿੰਨਿਆਂ ਪਰਿਵਾਰਾਂ ਨੇ ਉਹ ਮਰਿਆਦਾ ਪੜ੍ਹੀ ਹੈ? ਕਿੰਨਿਆਂ ਨੇ ਗਾਂ ਆਪਣੇ ਬੱਚਿਆਂ ਨੂੰ ਪੜ੍ਹਾਈ ਹੈ? ਕਿੰਨਿਆਂ ਨੂੰ ਪਤਾ ਹੈ? ਬਹੁਤਿਆਂ ਨੂੰ ਤਾਂ ਉਸ ਮਰਿਆਦਾ ਬਾਰੇ ਪਤਾ ਵੀ ਨਹੀਂ। ਤੇ ਜਿਹੜੇ ਜਥੇਦਾਰ ਅਮਿਤ ਸ਼ਾਹ ਦੇ ਗੜ ਵਿੱਚ ਉੱਥੇ ਜਾ ਕੇ ਸਰੋਪੇ ਪਾ ਰਹੇ ਨੇ, ਡੇਰਿਆਂ ਦੀ ਓਪਨਿੰਗ ਕਰਨ ਵੀ ਇਹੋ ਜਾਂਦੇ ਨੇ, ਨਾਲੇ ਮਰਿਆਦਾ ਵੀ ਛਾਪੀ ਜਾਂਦੇ ਆ, ਨਾਲੇ ਮਰਿਆਦਾ ਦਾ ਪ੍ਰਚਾਰ ਵੀ ਕਰੀ ਜਾਂਦੇ ਆ, ਨਾਲੇ ਇਹਦਾ ਮਤਲਬ ਤੁਹਾਡੀ ਸਹਿਮਤੀ ਉਹਨਾਂ ਡੇਰਿਆਂ ਨਾਲ? ਇਹਦਾ ਮਤਲਬ ਇਹੋ ਹੀ ਹੋਇਆ ਨਾ, ਤੁਸੀਂ ਪਬਲਿਕ ਨੂੰ ਬੇਵਕੂਫ ਬਣਾ ਰਹੇ ਜੇ। ਜਾਗਣਾ ਪੈਣਾ। ਕਈ ਸਾਨੂੰ ਪੁੱਛਦੇ ਜੀ ਕੀ ਕਰੀਏ? ਇੱਥੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਸਾਡੀ ਧੀ ਪਾਠ ਕਰ ਸਕਦੀ ਹੈ, ਇੱਥੇ ਸਾਡੀ ਬੱਚੀ ਬੈਠ ਕੇ ਕੀਰਤਨ ਕਰ ਸਕਦੀ ਹੈ। ਕਦੀ ਮਨ 'ਚ ਸਵਾਲ ਆਇਆ, ਇੰਨੇ ਸਾਡੇ ਬੀਬੀਆਂ ਦੇ ਰਾਗੀ ਜਥੇ ਨੇ, ਦਰਬਾਰ ਸਾਹਿਬ ਕਿਉਂ ਨਹੀਂ ਬੀਬੀਆਂ ਕੀਰਤਨ ਕਰਦੀਆਂ? ਕਿਉਂਕਿ ਇੱਥੇ ਵੀ ਤੇ ਮਹਾਰਾਜ ਦਾ ਸਰੂਪ ਉਹੀ ਹੈ। ਇਹਦਾ ਮਤਲਬ ਗੁਰੂ ਸਾਹਿਬ ਵਿਤਕਰਾ ਕਰਦੇ ਸੀ। ਇਸੇ ਦਰਬਾਰ ਸਾਹਿਬ ਦੇ ਅੰਦਰ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਮਾਤਾ ਜੀਵਨ ਕੌਰ ਗੁਰਬਾਣੀ ਦਾ ਕੀਰਤਨ ਕਰਦੇ ਰਹੇ ਨੇ। ਅਗਲੇ ਬੜੇ ਤੇਜ਼ ਸੀ, ਜਿਨ੍ਹਾਂ ਨੇ ਤੁਹਾਨੂੰ ਲੱਤ ਥੱਲਿਓਂ ਕੱਢਣਾ ਸੀ, ਉਹ ਇੰਨੇ ਤੇਜ਼ ਸੀ, ਉਹ ਕਹਿੰਦੇ ਜੇ ਸਾਡੇ ਧਰਮ ਦੇ ਵਿੱਚ ਜਨੇਊ ਪਾਉਣ ਦਾ ਔਰਤ ਨੂੰ ਅਧਿਕਾਰ ਨਹੀਂ, ਤੁਹਾਡਾ ਕੇਂਦਰੀ ਸਥਾਨ ਦਰਬਾਰ ਸਾਹਿਬ ਹੈ। ਅਗਲਿਆਂ ਨੇ ਇਦਾਂ ਰਲਗੜ ਕੀਤਾ ਕਿ ਤੁਹਾਡੇ ਵੀ ਕੇਂਦਰੀ ਸਥਾਨ ਬੀਬੀ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ। ਫਿਰ ਤੁਹਾਡੇ ਗੁਰੂ ਨੇ ਕਿਹੜਾ ਬੀਬੀਆਂ ਨੂੰ ਬਰਾਬਰ ਰੱਖਿਆ? ਅਗਲੇ ਏਦਾਂ ਗੁਲਾਮ ਬਣਾਉਂਦੇ ਨੇ। ਹੁਣ ਇਹ ਆਵਾਜ਼ ਕਿਹਨੇ ਉਠਾਉਣੀ ਸੀ? ਮੈਂ ਪਿੱਛੇ ਜੇ ਸੁਝਾਤਾ ਸੀ, ਹਰ ਗੁਰਦੁਆਰੇ ਸਾਹਿਬ ਵੱਲੋਂ ਇੱਕ ਲੈਟਰ ਪੈਡ ਦੇ ਉੱਤੇ ਸਿਗਨੇਚਰ ਹੋ ਕੇ ਸੰਗਤਾਂ ਦੇ ਜਾਣ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਬੀਬੀਆਂ ਪਾਠ ਕੀਰਤਨ ਕਰਨ। ਇਹ ਆਗਿਆ ਦੇਣੀ। ਆਵਾਜ਼ ਨਹੀਂ ਆਈ, ਵੇਖ ਲਓ। ਅੱਜ ਤੁਹਾਡੀ ਧੀ ਤੁਹਾਡੇ ਤੋਂ ਸਵਾਲ ਕਰੇ, ਕੀ ਜਵਾਬ ਹੈ ਸਾਡੇ ਕੋਲ? ਤੁਹਾਨੂੰ ਪਤਾ, ਇੱਥੇ ਆਪਾਂ ਜਕਾਰਾ ਵੀ ਛੱਡਦੇ ਹਾਂ, ਦੋਹਰਾ ਵੀ ਬੋਲਦੇ ਹਾਂ। ਦਰਬਾਰ ਸਾਹਿਬ ਜਕਾਰਾ ਨਹੀਂ ਛੱਡਦੇ, ਪਤਾ ਤੁਹਾਨੂੰ? ਨਾ ਉੱਥੇ ਜਕਾਰਾ ਬੋਲਿਆ ਜਾਂਦਾ। ਕਿਉਂ ਭਲਾ? ਇਹ ਵੀ ਅੰਗਰੇਜ਼ਾਂ ਵਾਲੇ ਬੰਦ ਹੋਇਆ ਸੀ। ਕਿਉਂਕਿ ਜਦੋਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ, ਉਹ ਵਿੱਚੇ ਬੈਠੇ ਸੀ ਟਾਊਟ ਕਿਸਮ ਦੇ ਲੋਕ, ਵਿੱਚੇ ਬੈਠੇ ਸੀ ਜਿਹੜੇ ਗੋਰਿਆਂ ਨੂੰ ਦੱਸਦੇ ਸੀ ਇਹਨਾਂ ਵਿੱਚੋਂ ਰਾਜ ਦੀ ਸਮੈਲ ਆ ਰਹੀ ਹੈ, ਇਹ ਰਾਜ ਦੀਆਂ ਗੱਲਾਂ ਕਰਦੇ ਆ। ਹੁੰਦੇ ਅੱਛਾ, ਕਹਿੰਦੇ ਫਿਰ ਇੱਥੇ ਨਾ ਦੋਹਰਾ ਪੜਿਆ ਜਾਊ ਤੇ ਨਾ ਇੱਥੇ ਉਹ ਬੋਲੋ ਭਾਈ, ਨਾ ਜਕਾਰਾ ਛੱਡਿਆ ਜਾਊ। ਹੁਣ ਜਦੋਂ ਦਰਬਾਰ ਸਾਹਿਬ ਗਏ, ਕਰਿਓ ਸਵਾਲ, ਉੱਥੇ ਦੇਗ ਲੈ ਕੇ ਤੇ ਮੱਥਾ ਟੇਕ ਕੇ ਘਰ ਨੂੰ ਆ ਜਾਂਦੇ ਅਸੀਂ। ਪੁੱਛੋ, ਸਾਰਿਆਂ ਦਾ ਫਰਜ਼ ਬਣਦਾ ਆਵਾਜ਼ ਬੁਲੰਦ ਕਰੋ। ਜਿੱਥੇ ਵੀ ਹੈਗੇ ਆ, ਪੰਜਾਬ ਤੋਂ ਬਾਹਰ ਜਿੰਨੇ ਵੀ ਗੁਰਦੁਆਰੇ ਨੇ, ਹਰ ਥਾਂ ਤੇ ਆਵਾਜ਼ ਉੱਠੇ। ਪਤਾ ਸਾਰਿਆਂ ਨੂੰ ਹੈ। ਦਰਬਾਰ ਸਾਹਿਬ ਦੇ ਕਈਆਂ ਰਾਗੀਆਂ ਨਾਲ ਮੇਰੀ ਗੋਸ਼ਟੀ ਹੁੰਦੀ ਹੈ। ਮੈਂ ਕਿਹਾ ਮੈਨੂੰ ਦੱਸਿਓ ਭਲਾ ਬੀਬੀਆਂ ਕੀਰਤਨ ਕਰ ਸਕਦੀਆਂ? ਕਹਿੰਦੇ ਹਾਂਜੀ। ਮੈਂ ਕਿਹਾ ਫਿਰ ਸਾਰੇ ਮਤਾ ਕਿਉਂ ਨਹੀਂ ਪਾਉਂਦੇ? ਸਾਰੇ ਇੱਕ ਸੁਰ ਹੋ ਕੇ ਬੋਲੋ। ਜਦੋਂ ਸਾਡੇ ਘਰ ਵਿੱਚ ਈਵਨ ਇੱਥੋਂ ਤੱਕ ਸਿੱਖ ਰਹਿਤ ਮਰਿਆਦਾ ਵਿੱਚ ਲਿਖਿਆ ਹੈ ਕਿ ਖੰਡੇ ਦੀ ਪੌਲ ਤਿਆਰ ਕਰਨ ਵਕਤ ਵੀ ਬੀਬੀਆਂ ਸ਼ਾਮਲ ਹੋ ਸਕਦੀਆਂ ਨੇ। ਜੇ ਸਾਡੀਆਂ ਮਾਵਾਂ ਨੇ, ਜੇ ਸਾਡੇ ਪਿਆਰੇ ਸਿੱਖਾਂ ਨੇ ਬੱਚੇ ਦਾ ਦਿਲ ਕਢਵਾ ਕੇ ਮੂੰਹ ਚ ਪਵਾ ਲਿਆ ਬਾਬਾ ਬੰਦਾ ਸਿੰਘ ਬਹਾਦਰ ਨੇ, ਤੇ ਸਾਡੀਆਂ ਮਾਵਾਂ ਪਿੱਛੇ ਰਹੀਆਂ ਜਿਨ੍ਹਾਂ ਨੇ ਮਾਸੂਮ ਨਿੱਕੇ ਨਿੱਕੇ ਬੱਚਿਆਂ ਦੇ ਟੁਕੜੇ ਕਰਕੇ ਗਲਾਂ ਵਿੱਚ ਹਾਰ ਪਾਏ ਗਏ। ਗੁਰੂ ਕੇ ਪਿਆਰੇ ਸਿੱਖਾਂ ਨੇ ਅਰਦਾਸਾ ਸੋਧਿਆ ਮਹੰਤ ਨਰੈਣੂ ਕੋਲੋਂ ਗੁਰਦੁਆਰੇ ਆਜ਼ਾਦ ਕਰਾਉਣ ਵਾਸਤੇ। ਤੁਰ ਪਏ ਗੁਰੂ ਕੇ ਪਿਆਰੇ ਸਿੱਖ ਭਾਈ ਲਛਮਣ ਸਿੰਘ ਧਾਰੋਵਾਲੀਆ। ਇਹ ਗੁਰੂ ਕੇ ਪਿਆਰੇ ਸਾਰੇ ਸਿੱਖਾਂ ਨੇ ਨਾਲ ਆਪਣਾ ਬੇਟਾ ਸਾਹਿਬਜ਼ਾਦਾ ਵੀ ਲੈ ਲਿਆ। ਇਹ ਕੋਈ ਮੇਲਾ ਵੇਖਣ ਨਹੀਂ ਚੱਲੇ। ਪਤਾ ਵੀ ਹੈ ਕਿ ਅੱਗੇ ਫੁੱਲ ਤਿਆਰੀ ਉਹਨਾਂ ਦੀ। ਉਹਨਾਂ ਟਕੂਏ ਗਡਾਸੇ ਪੂਰੀ ਤਿਆਰੀ ਕੀਤੀ ਹੋਈ ਹੈ। 150 ਸਿੱਖਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ। 150 ਉਹਨਾਂ ਦੀਆਂ ਖੋਪਰੀਆਂ ਗਿਣੀਆਂ ਗਈਆਂ ਜਦੋਂ ਜੰਡ ਨਾ ਬੰਨ ਕੇ ਸਾੜਿਆ ਗਿਆ ਸਰਦਾਰ ਲਛਮਣ ਸਿੰਘ। ਕੇਸਾਂ ਵਾਲੇ ਬੰਨੇ ਅੱਗ ਲਾ ਦਿੱਤੀ ਗਈ। ਪਰ ਅੱਜ ਦੁੱਖ ਨਾ ਕਹਿਣਾ ਪੈਂਦਾ ਹੈ, ਜਿਸ ਜੰਡ ਥੱਲੇ ਮਿਰਜ਼ਾ ਵੱਢਿਆ ਸੀ 10-10 ਸਾਲ ਦੇ ਜਵਾਕਾਂ ਨੂੰ ਪਤਾ ਹੈ। ਪਰ ਜਿਹੜੇ ਜੰਡ ਨਾਲ ਭਾਈ ਲਛਮਣ ਸਿੰਘ ਨੂੰ ਬੰਨ ਕੇ ਕੇਸਾਂ ਵਾਲੇ ਬੰਨੇ ਅੱਗ ਲਾਈ ਗਈ, ਪੁੱਛ ਕੇ ਵੇਖੋ, ਪਤਾ ਹੀ ਕੱਖ ਨਹੀਂ। ਪਤਾ ਹੀ ਨਹੀਂ ਕਿ ਸਾਡੇ ਉਹ ਮਹਾਨ ਪੁਰਖੇ ਜਿਨ੍ਹਾਂ ਨੇ ਏਡੀਆਂ ਸਾਡੇ ਲਈ ਕੁਰਬਾਨੀਆਂ ਕੀਤੀਆਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਪਰ ਧਰਮ ਨਹੀਂ ਆ ਰਿਹਾ। ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਕਮਾਈ ਆਪਾਂ ਵੀ ਕਰਦੇ ਹਾਂ। ਕਿੰਨਾ ਕੁ ਯਾਦ ਕਰ ਲੈਣਗੇ ਲੋਕ? ਵੱਧ ਤੋਂ ਵੱਧ ਇਹੋ ਕਹਿਣਗੇ ਤੂੰ ਕੋਈ ਵੱਖਰਾ ਥੋੜਾ ਕੀਤਾ, ਕਰਕੇ ਵੇਖ ਲਓ। ਆਪਾਂ ਸਾਰੇ ਗ੍ਰਸਤੀ ਆ।
जो माँ बाप कहता पुत मैं तेरे लिए तेरे लिए किया, बच्चे एको ही शब्द बोलते हैं ना, तुसी को वखरा नहीं किया, सारे करते हैं। फिर चुप करके बह जाते ढिले जे होके भी लै मैं सोचा सी मेरा मान सन्मान होएगा, सारिਆਂ ਲਈ इंज होना है। करो, मैं नहीं कहता आप गृहस्थी हाँ, करना साडा फर्ज है, मुढ़ला फर्ज है, असूल है साडा कि असीं अपनियां परिवारक जिम्मेवारियां नाल निभाईए। पर थोड़ियां साडियां कौमी तौर दे उत्ते पंथक तौर ते भी कोई जिम्मेवारियां बनदियां कि नहीं बनदियां, इधर ध्यान ही है नहीं साडा किसी दा। अज किधर नूं साडा समाज चल गया, किन्ने असीं वहमां भरमां पखंडां विच पै गए, पढ़िया लिखिया वर्ग भी अज साडा वहमां दा शिकार हो गया। असीं गुरु दी विचार, गुरु दे उपदेश नूं अपनी जिंदगी विचों मनफी करके बैठ गए हैं। असीं जिन्हां लोकां दे मगर हुण जिहड़े बाबे उत्थे केंद्र सरकार नाल जाके मीटिंगां करदे फिरदे आ, उन्हां दे चेले पुछण दी जरूरत करनगे बाबा जी की लैण गए सी? पुछना तो उन्होंने है ना जिन्होंने मत्थे टेक टेक के उन्होंने सत्ता विच लिआंदा, जिन्होंने उन्होंने डेरे पक्के कीते ने, अगले फिर उन्होंने वो कहणगे जी लीला साडे महापुरखां दी। फर्क वेखो, एक गुरु अमरदास महाराज तो अकबर बादशाह प्रभावित है ते हाथ जोड़ के आंदा अकबर बादशाह महाराज मैं तुहाडे तो बहुत प्रभावित हाँ, दसो तुहाडे लंगर वास्ते जिहड़ी माया चाहिदी है, जिन्ना भी माया चाहिदी है, ये मैं कानून बना देना, सरकार दे खजाने चों जाऊगी। पता महाराज ने की अगे जवाब दिता, कहंदे अकबर बादशाह जे माया खजाने च आउण लग पई, ये लंगर गुरु दा नहीं रहना, फिर ये लंगर सरकार दा ते बादशाह दा हो जाना है। उन्हें कहा जी कुछ मंगो। हुण सोचो बादशाह आया होवे चल के खुद देश दा बादशाह, ते गुरु अमरदास जो मंगदे मिल सकदा सी ना, जो राज भाग मंगदे मिल सकदा सी ना। पर पातशाह ने आख्या जे कुछ करना है ना फिर आ कर। कहंदे की? कहंदे एक सती प्रथा खत्म कर। तुहानूं पता सती प्रथा आ जिहड़ा औरत पति दे चढ़ाई करन तो बाद जे दोनों परिवारां दी सहमति होवे, छोटी उम्र च ओहदा पति चढ़ाई कर जाए, वो दोबारा विआह करा सकदी है जे परिवारां दी सहमति होवे। जे एक अद्धा बच्चा हैगा भी है ते परिवारां दी सहमति है, एडी लंबी उम्र विचारी किदां कढू, चलो आपां इहदा दूजा विआह कर दईए। एक कानून पहली बार इस देश विच गुरु अमरदास जी ने अकबर बादशाह जी दे कोलों पास करवाया सी। नहीं ते इत्थे पति मरदा सी ते औरत नूं तैयार करके ओदी चिखा विच नाल साड़ दिता जांदा सी कि तैनूं इत्थे पति तो बाद जिउंदे रहण दा कोई हक नहीं, तेरे वास्ते तू बड़े चंगे पुण्य कीते आ, तैनूं सती होण दा मान मिलिया। ते जे किसी दा पति जे किसी दी पत्नी चढ़ाई करदी सी ते मर्द वास्ते दूजा रिश्ता आ जांदा सी। ये हुण मैं नहीं कह रहा, ये गुरबाणी च लिखिया भंड मूआ भंड भाली गए। पहली भंड इस्त्री चढ़ाई की ते नाल ही दूजी इस्त्री दा रिश्ता उसे वेले, अजे चिखाड़ी ठंडी होई, अजे भोग नहीं पिया, अंगीठा नहीं संभालिया ते कुसमुस होण लग पई कि आपां इहदा विआह कर दईए। पर औरत वास्ते इस देश विच पहली बार, मैं कली सिखां दियां धीआं दी गल नहीं करदा, इस देश दी हर औरत की हर औरत नूं गुरु नानक साहब जी दे घर दा एहसानमंद होना चाहिए कि तुहानूं जे पति दे चढ़ाई करन तो बाद भी जिंदगी जीउण दा मान मिलिया ते ओहदा सेहरा गुरु अमरदास पातशाह जी नूं जांदा है। पर किन्नियां नूं पता है जी? सवाल फिर आउंदा, किन्नियां नूं पता इस गल दा? सानूं ते अपने राइट दा भी नहीं पता, सानूं अपने हक्कां दा भी नहीं पता। पता कदों होएगा? जे असीं खुद पढ़ांगे, जे खुद असीं विचारांगे। गुरु के महान, गुरु के प्यारे सिखां ने कुर्बानियां कीतियां, शहादत दे जाम पीते, सजावां दित्तियां गईयां, मंत नरैणू नूं उत्थों बाहर कढिया गया ते गुरुद्वारियां दा सारा प्रबंध गुरु के सिखां कोल दोबारा आया। उस तो बाद फिर मर्यादा प्यार की गई। ਜਿਹੜੇ ਕਹਿੰਦੇ ਨੇ ਪੁਰਾਤਨ ਮਰਿਆਦਾ ਮੰਨਣੀ ਚਾਹੀਦੀ ਹੈ, ਤੁਹਾਨੂੰ ਵੀ ਕਈ ਮਿਲਦੇ ਹੋਣੇ ਜੀ ਪੁਰਾਤਨ ਮਰਿਆਦਾ ਮੰਨ। ਹੁਣ ਇੱਕ ਸਵਾਲ ਕਰਿਆ ਕਰੋ ਵੀ ਸਾਨੂੰ ਇਹ ਦੱਸੋ ਪੁਰਾਤਨ ਮਰਿਆਦਾ ਕਿਹੜੀ ਸੀ? ਗੁਰਦੁਆਰੇ ਦੀਆਂ ਪ੍ਰਕਰਮਾਂ ਚ ਅਗਲੇ ਨੇ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਸੀ। ਨਿਰਮਲੇ ਉਦਾਸੀਏ ਕਿੱਦਾਂ ਅਗਲਿਆਂ ਨੇ ਆ ਜਿਹੜੀਆਂ ਮਨਮਤਾਂ ਚ ਆਰਤੀਆਂ ਹੋ ਰਹੀਆਂ ਨੇ ਸ਼ਾਮਾਂ ਨੂੰ ਗੁਰਦੁਆਰਿਆਂ ਵਿੱਚ, ਇਹ ਸਾਰਾ ਕੁਝ ਕਿੱਥੋਂ ਆਇਆ? ਜਿਹੜੇ ਗੁਰੂ ਪਾਤਸ਼ਾਹ ਜੀ ਬਾਣੀ ਚ ਇਹ ਕਹਿੰਦੇ ਗगन में थाल, सारे बोलो जी, गगन में रव चंद तारिका मंडल जनक मोती। जेड़े पातशाह कहंदे आ आरती करन दी लोड़ नहीं, उस परमेश्वर दी आरती अपने आप हो रही आ।
ਅਸੀਂ ਉਸ ਗਿਆਨ ਦੀ ਆਰਤੀ ਕਰਨ ਲੱਗ ਪਏ। ਥਾਲ ਘੁਮਾਏ ਜਾ ਰਹੇ ਨੇ, ਪ੍ਰਕਰਮਾਂ ਹੋ ਰਹੀਆਂ ਨੇ, ਕਿੰਨਾ ਕੁਝ ਵਾਪਰ ਰਿਹਾ ਜੀ। ਥਾਲ ਘੁਮਾਏ ਜਾ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ, ਜਿਹੜੇ ਗੁਰੂ ਪਾਤਸ਼ਾਹ ਕਹਿੰਦੇ ਪਰਮੇਸ਼ਰ ਦੀ ਆਰਤੀ ਵਾਸਤੇ ਗगन ਆਕਾਸ਼ ਥਾਲ ਹੈ। ਤੇ ਸੋਚੋ, ਜਿਸ ਰੱਬ ਦੀ ਆਰਤੀ ਲਈ ਥਾਲ ਨਹੀਂ ਮਿਣਿਆ ਜਾ ਸਕਦਾ, ਰੱਬ ਕਿੱਡਾ ਵੱਡਾ ਹੋਏਗਾ। ਗगन ਮੈਂ ਥਾਲ, ਰੱਬ ਚੰਦ, ਸੂਰਜ ਤੇ ਚੰਦਰਮਾ ਵਿੱਚ ਦੀਵੇ ਨੇ, ਤਾਰਿਕਾ ਮੰਡਲ ਜਿੰਨੇ ਤਾਰੇ ਨੇ ਇਹ ਜਨਕ ਮੋਤੀ ਆ। ਧੂਪ ਮਲਿਆਣ ਲੋ, ਆ ਜਿਹੜੀ ਹਵਾ ਵਗਦੀ ਆ ਮੰਨ ਲਓ ਧੂਪ ਆ, ਪਵਨ ਚਵਰੋ ਕਰੇ, ਹਵਾ ਚੌਰ ਕਰ ਰਹੀ ਆ। ਪਾਸ਼ਾ ਕਹਿੰਦੇ ਕੈਸੀ ਆਰਤੀ ਹੋਏ ਭਵਖੰਡ ਨਾ ਤੇਰੀ ਆਰਤੀ। ਹੇ ਮੇਰੇ ਮਾਲਕ ਜੀ, ਅਸੀਂ ਤੁਹਾਡੀ ਕਿੱਦਾਂ ਆਰਤੀ ਕਰ ਰਹੇ ਆ? ਤੁਹਾਡੀ ਤੇ ਆਰਤੀ ਆਪਣੇ ਆਪ ਕੁਦਰਤ ਕਰ ਰਹੀ ਆ, ਅਸੀਂ ਆਰਤੀ ਕਰਨੀ ਨਹੀਂ, ਅਸੀਂ ਹੋ ਰਹੀ ਆਰਤੀ ਵਿੱਚ ਸ਼ਾਮਲ ਹੋਣਾ ਹੈ। ਤੇ ਅੱਜ ਮਾਰ ਲਓ ਧਿਆਨ, ਜਿਹੜੀਆਂ ਅੱਜ ਗੁਰਦੁਆਰਿਆਂ ਵਿੱਚ ਮਹਾਰਾਜ ਦੇ ਸਰੂਪ ਨਾਲ ਜੋਤਾਂ ਜਗ ਰਹੀਆਂ ਨੇ, ਕਿੱਥੋਂ ਆਈਆਂ ਨੇ? ਪਤਾ ਤੁਹਾਨੂੰ ਜੋਤ ਕਿੱਥੋਂ ਆਈ ਹੈ? ਪੁਰਾਣੇ ਸਮੇਂ ਵਿੱਚ ਜਦੋਂ ਸ਼ਾਮਾਂ ਪੈਣੀਆਂ, ਲਾਈਟ ਤੇ 1960 ਵਿੱਚ ਆਈ ਹੈ। ਉਸ ਤੋਂ ਪਹਿਲਾਂ ਤੇ ਆਮ ਦੀਵੇ ਘਰਾਂ ਜਗਦੇ ਹੁੰਦੇ ਸੀ, ਲਾਂਟਣਾ ਹੁੰਦੀਆਂ ਸੀ। ਸ਼ਾਮਾਂ ਜਦੋਂ ਭਾਈ ਸਾਹਿਬ ਨੇ ਪ੍ਰਕਾਸ਼ ਕਰਨਾ, ਜਦੋਂ ਸ਼ਾਮਾਂ ਨੂੰ ਪਾਠ ਕਰਨਾ, ਸਵੇਰੇ ਪ੍ਰਕਾਸ਼ ਕਰਨਾ, ਤੇ ਗੁਰਦੁਆਰੇ ਸੰਗਤ ਨੇ ਮੱਥਾ ਟੇਕਣ ਜਾਣਾ, ਤੇ ਭਾਈ ਸਾਹਿਬ ਨੇ ਦੀਵਾ ਜਗਾਉਣਾ ਗੁਰਦੁਆਰੇ। ਤੇ ਪਿੰਡਾਂ ਵਿੱਚ ਆਮ ਮੱਝਾਂ ਗਾਵਾਂ ਖੁੱਲੀਆਂ, ਦੁੱਧ ਵਾਧੂ ਹੋਣਾ। ਜਿਹਨੇ ਮੱਥਾ ਟੇਕਣ ਜਾਣਾ ਉਹਨੇ ਨਾਲ ਕੌਲੀ 'ਚ 2-4 ਚਮਚੇ ਘਿਓ ਵੀ ਲੈ ਜਾਣਾ। ਹੁਣ ਘਿਓ ਨਾਲ ਲੈ ਜਾਣਾ, ਇੱਕ ਬੰਨੇ ਲਾਗੇ ਬਰਤਨ ਪਿਆ ਹੋਣਾ, ਘਿਓ ਉਹ 'ਚ ਪਾਈ ਜਾਣਾ, ਤੇ ਉਹਦੇ 'ਚ ਚਮਚਾ ਕੱਢ ਕੇ ਲਾਗੇ ਜੋਤ 'ਚ ਪਾਈ ਜਾਣਾ। ਹੁਣ ਬਲਿਆ 2-4 ਚਮਚੇ, ਚੜ ਗਿਆ 1.5-2-3 ਕਿਲੋ ਘਿਓ। ਤੇ ਹੁਣ ਇਮਾਨਦਾਰ ਨਾਲ ਦੱਸਿਓ, ਲਾਈਟਾਂ ਆਉਣ ਤੋਂ ਬਾਅਦ ਵੀ ਕਿਸੇ ਦਾ ਜੋਤ ਬੁਝਾਉਣ ਨੂੰ ਜੀ ਕਰੂ? ਜਿਹਨੂੰ ਬਹਾਨੇ ਨਾਲ 2-3 ਕਿਲੋ ਮਹੀਨੇ ਦਾ 4-5 ਕਿਲੋ ਘਿਓ ਮਿਲ ਜੂ, ਉਹ ਤਾਂ ਕਹੂਗਾ ਜੋਤਾਂ ਜੁਗੋ ਜੁਗ ਅਟਲ ਰਹਿਣ। ਉਹ ਬੋਲੋ ਭਾਈ ਗੁਰੂ ਕੇ ਪਿਆਰੇ, ਉਹ ਕਿਉਂ ਕਹੂਗਾ ਜੋਤ ਬੁਝ ਹੈ? ਉਦਾਂ ਤੁਸੀਂ ਉਹਨੂੰ ਤਨਖਾਹ ਨਹੀਂ ਦੇਣੀ ਗ੍ਰੰਥੀ ਨੂੰ, ਉਹ ਕਹੂਗਾ ਜੋਤ ਜਗਦੀ ਰਹਿਣ ਦਿਓ। ਜੋਤ ਦੇ ਬਹਾਨੇ ਅਗਲਾ ਕਹਿੰਦਾ 5-7 ਕਿਲੋ ਘਿਓ ਜੁੜ ਜਾਂਦਾ। ਉਦਾਂ ਘਿਓ ਲੈ ਦੋ, ਹਾਂ 10 ਕਿਲੋ ਕੁਇੰਟਲ ਟੀਨ ਘਿਓ ਲੈ ਦੋ ਗੁਰਦੁਆਰੇ ਨੂੰ, ਪਰ ਘਿਓ ਫੂਕੀ ਜਾਂਦੇ ਆ। ਕਈ ਬੰਦੇ ਜਿਆਦੀ ਫੈਟ ਨਾਲ ਮਰ ਰਹੇ ਆ, ਤੇ ਕਈ ਫੈਟ ਤੋਂ ਬਿਨਾਂ ਵੀ ਮਰ ਰਹੇ ਆ। ਜਿੱਥੇ ਚਾਹੀਦਾ ਉੱਥੇ ਦੇਣਾ ਨਹੀਂ। ਦਿਹਾੜੀਦਾਰ ਦੇ ਮੂੰਹ ਚੋਂ ਦਿਹਾੜੀ ਖਿੱਚੀ ਜਾਣੀ ਹੈ, ਉਹਦੇ ਨਾਲ ਠੱਗੀਆਂ ਮਾਰੀ ਜਾਣੀਆਂ ਵਾ, ਉਹਦੀ ਦਿਹਾੜੀ ਕੱਟ ਲੈਣੀ ਆ। ਤੇ 400-500 ਕਿਲੋ ਲਿਆ ਕੇ ਦੇਸੀ ਘਿਓ 3 ਦਿਨਾਂ 'ਚ ਪਾਠ ਦੇ ਨਾਲ ਸੁੱਖ ਨਾਲ ਕਹਿਣਾ ਜੀ ਇਹਦੇ ਨਾਲ ਬੜੀ ਖੁਸ਼ੀ ਹੁੰਦੀ ਹੈ। ਅੱਜ ਕੱਲ ਤਾਂ ਇਨਵੇਟਰ ਆ ਗਏ, ਸਰਜ ਲਾਈਟਾਂ ਆ ਗਈਆਂ, ਪ੍ਰਬੰਧ ਹੀ ਐਡੇ ਤਗੜੇ ਆ ਗਏ, ਲੋੜ ਹੀ ਨਹੀਂ। ਪਰ ਗੱਲ ਫਿਰ ਉੱਥੇ ਆਉਂਦੀ ਆ, ਜਿਹੜੇ ਵੀ ਇਹਨਾਂ ਜੋਤਾਂ ਦੇ ਹੱਕ 'ਚ ਪਛਾਣੋ ਕੌਣ ਨੇ, ਜਿਹੜੇ ਆਰਤੀਆਂ ਦੇ ਹੱਕ 'ਚ ਪਛਾਣੋ ਕੌਣ ਨੇ। ਅੱਜ ਟੱਲੀਆਂ ਮੈਂ ਨਹੀਂ ਕਰ ਰਿਹਾ, ਮਰਿਆਦਾ 'ਚ ਲਿਖੀਆਂ ਗੁਰਦੁਆਰੇ ਦੇ ਟੱਲੀਆਂ ਖੜਕਾਉਣੀਆਂ, ਸੰਖਪੂਰ ਨੇ ਆਦਿਕ, ਇਹ ਚੀਜ਼ਾਂ ਇਹ ਕਿੱਥੋਂ ਆਈਆਂ? ਪੜ੍ਹ ਕੇ ਵੇਖੋ ਤਾਂ ਸਹੀ। ਕਈ ਵਾਰੀ ਬਾਹਰ ਖਲੋਤੇ ਨੂੰ ਫੀਲਿੰਗ ਆਉਂਦੀ ਹੈ ਮੈਂ ਗੁਰਦੁਆਰੇ ਖਲੋਤਾ, ਕਿਸੇ ਮੰਦਿਰ 'ਚ ਖਲੋਤਾ। ਜੇ ਕੋਈ ਪ੍ਰਚਾਰਕ ਰਾਗੀ ਬੋਲਦਾ ਹੈ, ਅਗਰਬੱਤੀ ਦਾ ਕੀ ਸੰਬੰਧ ਸੀ? ਵਾਤਾਵਰਨ ਸਾਫ਼ ਕਰ ਲਈ, ਪ੍ਰਕਾਸ਼ ਹੈ ਨਾ ਮਹਾਰਾਜ ਦਾ। ਸਿਰਫ ਘਰ 'ਚ ਪਾਠ ਰੱਖਣਾ, ਨਾਲ ਅਗਰਬੱਤੀ ਲਾਉਣੀ ਕਿ ਵਾਤਾਵਰਨ ਸਾਫ਼ ਰਹੇ। ਉਹ ਆਪਾਂ 3 ਦਿਨ ਪਾਠ ਕਰਦੇ ਆ, ਸੁੱਖ ਨਾਲ 5-7 ਡੱਬੇ ਅਗਰਬੱਤੀ ਦੇ ਲੈ ਆਉਨੇ ਆ। ਸਹੁੰ ਖਾਧੀ ਹੁੰਦੀ ਹੈ ਵੀ ਪਰਸੋਂ ਤੱਕ ਥਾਲੀ ਸਵਾਹ ਨਾ ਭਰਨੀ ਹੈ। ਹੁਣ ਗ੍ਰੰਥੀ ਵਿਚਾਰਾ ਦਮੇ ਨਾ ਮਰਿਆ, ਉਹ ਆਵਾਜ਼ਾਂ ਮਾਰੀ ਜਾਂਦਾ ਇਦਾਂ। 4 ਪਹਿਲਾਂ ਲਾਈਆਂ, 4 ਪੁੱਤ ਲਾ ਗਿਆ, 4 ਮਗਰੋਂ ਪਾਪਾ ਜੀ ਆਣ ਕੇ ਲਾਉਂਦੇ ਨੇ, ਮਗਰੋਂ ਨਾਨਾ ਜੀ ਆਂਦੇ ਮੈਂ ਕੋ ਪਿੱਛੇ ਰਵਾਂ। ਉਹ ਗ੍ਰੰਥੀ ਅੱਗੇ ਆਉਂਦਾ ਬਸ ਵੀ ਨਾ ਲਾ, ਉਹਨੂੰ ਬਿਠਾ ਕੇ ਰੌਲ ਤੋਂ ਆਂਦੇ ਆ ਘਬਰਾ ਨਾ, ਆ ਲਾਚੀਆਂ ਬਦਾਮ ਲਿਆਂਦੇ ਆ, ਚਾਹ ਬਣਾਓ ਖਸਖਸ ਦੀ, ਨਾਲੇ ਆਪ ਪੀਓ ਨਾਲੇ ਸਾਨੂੰ ਪਿਆਓ। ਪਹਿਲਾਂ ਅਸੀਂ ਮਸ਼ੀਨਰੀ ਖਰਾਬ ਕਰਦੇ ਆ, ਫਿਰ ਉਹਨੂੰ ਆਪ ਹੀ ਤੇਲ ਦਿੰਨੇ ਆ। ਇਹਨੂੰ ਅਸੀਂ ਸਿੱਖੀ ਸਮਝ ਰਹੇ ਆ। ਅਸੀਂ ਇਹ ਸਿੱਖੀ ਨਹੀਂ ਹੈ। ਸਿੱਖੀ ਵਿਚਾਰ ਬੈਠ ਕੇ ਪਰਿਵਾਰਾਂ 'ਚ ਬੈਠ ਕੇ ਚਰਚਾ ਕਰੋ, ਸਹਿਜ ਪਾਠ ਕਰੋ। ਆਪਣੇ ਪੁੱਤਰਾਂ ਧੀਆਂ ਨੂੰ ਇੱਕ ਉਮਰ ਹੈ 10, 15, 20 ਸਾਲ ਤੱਕ ਨੀਂਹ ਪੱਕੀ ਕਰ ਦਿਓ। ਪੁੱਤਰ ਧੀ ਤੁਹਾਡੀ ਵਿਦੇਸ਼ ਪੜਨ ਚਲਾ ਜਾਏ, ਭਾਵੇਂ ਤੁਹਾਡਾ ਬੱਚਾ ਗੋਰਿਆਂ 'ਚ ਖਲੋਤਾ ਵੀ ਯੁਰਤ ਨਾਲ ਗੱਲ ਕਰ ਸਕੇ। ਮੇਰੇ ਮਾਂ-ਬਾਪ ਨੇ ਮੈਨੂੰ ਇਹ ਅਸੂਲ ਦੱਸੇ। ਮੈਂ ਇਹ ਨਹੀਂ ਕਹਿੰਦਾ ਬੱਚਾ ਤੁਹਾਡਾ ਭਾਵੇਂ ਕਨਵੈਂਟ ਸਕੂਲ 'ਚ ਕਿਉਂ ਨਾ ਪੜ੍ਹੇ, ਮਾਫ ਕਰਨਾ, ਮੈਂ ਇਸ ਗੱਲ ਦੇ ਹੱਕ 'ਚ ਵੀ ਨਹੀਂ ਆ ਕਿ ਜਿਹੜਾ ਸਕੂਲ ਸਿੱਖੀ ਦੇ ਸਕੂਲ 'ਚ ਪੜ੍ਹੇਗਾ ਉਹਨੂੰ ਸਿੱਖੀ ਬਾਰੇ ਜ਼ਿਆਦਾ ਪਤਾ ਹੈ। ਨਾ 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 ਨਾ, ਆ ਮੇਰੀ ਗੱਲ ਧਿਆਨ ਨਾਲ ਸੁਣਿਓ। ਭਾਈ ਸ਼ਬੇਗ ਸਿੰਘ ਦਾ ਸਾਹਿਬਜ਼ਾਦਾ ਸ਼ਾਬਾਸ਼ ਸਿੰਘ ਮੌਲਵੀ ਕੋ ਪੜ੍ਹਨ ਜਾਂਦਾ ਹੈ, ਪਰ ਘਰੋਂ ਨਹੀਂ ਪੱਕੀ ਹੈ ਨਾ, ਘਰੋਂ ਨਹੀਂ ਪੱਕੀ ਸੀ। ਸਾਡੀਆਂ ਘਰੋਂ ਦੀਆਂ ਕੱਚੀਆਂ ਨੇ, ਜਿਹੜੇ ਮਰਜ਼ੀ ਸਕੂਲ 'ਚ ਪੜ੍ਹਨ ਭੇਜ ਦਿਓ। ਸਕੂਲ ਹੁਣ ਜਿਹੜੇ ਬਾਹਰ ਵਿਦੇਸ਼ਾਂ ਸਾਡੇ ਬੱਚੇ ਗੋਰਿਆਂ ਦੇ ਸਕੂਲਾਂ 'ਚ ਪੜ੍ਹਦੇ ਨੇ, ਜੇ ਘਰੋਂ ਨਹੀਂ ਪੱਕੀ ਹੋਏਗੀ ਵਿਦੇਸ਼ਾਂ 'ਚ ਵੀ ਬੱਚੇ ਕਈ ਕੇਸ ਨਹੀਂ ਕਟਾਉਂਦੇ। ਤੇ ਕਈਆਂ ਦੇ ਇੱਥੇ ਤੁਹਾਨੂੰ
ਸਕੂਲ ਗੁਰੂਆਂ ਦੇ ਨਾਂ ਤੇ ਰੱਖੇ ਹੁੰਦੇ ਨੇ, ਸਕੂਲਾਂ ਦੇ ਨਾਂ ਤੇ ਜਿਹੜੇ ਵਿੱਚ ਪੜ੍ਹਾਉਣ ਜਾਂਦੇ ਟੀਚਰ, ਉਹਨਾਂ ਨੂੰ ਪੁੱਛ ਕੇ ਵੇਖੋ ਕਿ ਗੁਰੂ ਅਮਰਦਾਸ ਪਬਲਿਕ ਸਕੂਲ ਹੈ, ਗੁਰੂ ਅਮਰਦਾਸ ਜੀ ਕੌਣ ਸੀ, ਉਹਦੇ ਬਾਰੇ ਕੋਈ ਮਾੜਾ ਮੋਟ ਪਤਾ ਹੈ? ਮਤਲਬ ਵੀ ਕੋਈ ਨਹੀਂ। ਜੇ ਪੜ੍ਹਾਉਣ ਵਾਲੇ ਨੂੰ ਨਹੀਂ ਪਤਾ ਤੇ ਪੜ੍ਹਨ ਵਾਲਿਆਂ ਬੱਚਿਆਂ ਨੂੰ ਕੀ ਪਤਾ ਹੋਏਗਾ? ਸਕੂਲਾਂ ਦੇ ਨਾਂ ਰੱਖਣਾ ਹੈ ਤੇ ਸੇਮ ਇਦਾਂ ਹੀ ਆ ਜਿਵੇਂ ਬਾਹਰ ਲਿਖ ਦੋ ਖਾਲਸ ਦੇਸੀ ਘਿਓ ਵਿੱਚ ਡਾਲਡਾ ਭਰ ਦੋ। ਬਾਹਰ ਦੇਸੀ ਘਿਓ ਲਿਖਣ ਨਾਲ ਦੇਸੀ ਘਿਓ ਬਣ ਜੂ ਜੀ ਡੱਬੇ ਦੇ ਬਾਹਰ ਲਿਖਣ ਨਾਲ। ਬੋਲੋ ਸਾਧ ਸੰਗਤ ਜੀ, ਕਿਉਂ ਸਾਧ ਸੰਗਤ ਜੀ? ਹੁਣ ਅੰਦਰ ਡਾਲਡਾ ਹੋਵੇ, ਅੰਦਰ ਰਿਫਾਈਨਡ ਭਰਿਆ ਹੋਵੇ ਤੇ ਬਾਹਰ ਦੇਸੀ ਘਿਓ ਲਿਖ ਦੋ ਡੱਬੇ ਉੱਤੇ, ਤਾਂ ਲੱਗਦਾ ਨਹੀਂ ਤੁਹਾਨੂੰ ਸਕੂਲਾਂ ਦੇ ਨਾਲ ਇੰਜ ਹੋ ਰਿਹਾ? ਅੱਜ ਬਹੁਤਿਆਂ ਸਕੂਲਾਂ ਤੇ ਕਈ ਵਾਰੀ ਇਹ ਵੀ ਹੁੰਦਾ ਤੁਸੀਂ ਇੱਥੇ ਪੰਜਾਬੀ ਨਹੀਂ ਬੋਲ ਸਕਦੇ। ਅੱਜ ਪੰਜਾਬੀ ਦੀ ਗੱਲ ਆਪਾਂ ਕਰਦੇ ਹਾਂ, ਬਹੁਤਿਆਂ ਪਰਿਵਾਰਾਂ 'ਚ ਪੰਜਾਬੀ ਬੋਲਣ ਤੇ ਸਮੱਸਿਆ ਹੈ। ਅੱਜ ਆਪਾਂ ਪਿੰਡਾਂ 'ਚ ਇਹ ਗੱਲ ਸਾਂਭ ਕੇ ਬੈਠੇ ਆ, ਥੋੜਾ ਗਾਂਹ ਤੁਰੇ ਜਾਓ, ਹਮਕੋ ਤੁਮਕੋ ਕਹਾਂ ਗਏ ਥੇ। 4 ਦਿਨ ਪਹਿਲਾਂ ਮੈਨੂੰ ਯੂਪੀ ਕਾਨਪੁਰ ਜਾਣ ਦਾ ਮੌਕਾ ਮਿਲਿਆ, ਉੱਥੇ ਮੈਂ ਰਿਹਾ ਨਹੀਂ, ਮੇਰੇ ਕੋਲ ਗਿਆ। ਮੈਂ ਕਿਹਾ ਕੀ ਕਰਦੇ ਹੋ ਤੁਸੀਂ? ਆਪਸ ਵਿੱਚ ਵੀ ਹਿੰਦੀ ਬੋਲੀ ਜਾਂਦੇ ਹੋ। ਕਈਆਂ ਦੇ ਵਿਦੇਸ਼ਾਂ 'ਚ ਵੀ ਬੱਚੇ ਪਲਦੇ ਨੇ, ਏਡੀ ਠੇਠ ਪੰਜਾਬੀ ਬੋਲਦੇ ਆ। ਕਿਉਂ? ਘਰਾਂ ਦੇ ਮਾਹੌਲ ਡਿਪੈਂਡ ਕਰਦਾ। ਅਗਲੇ ਕਹਿੰਦੇ ਆ ਘਰ ਦੇ ਮਾਹੌਲ, ਘਰ ਦੇ ਵਿੱਚ ਆਣ ਕੇ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰੋ। ਜੇ ਅੱਜ ਆਪਾਂ ਨਹੀਂ ਬੋਲਾਂਗੇ ਸਾਡੇ ਬੱਚਿਆਂ ਨਾਲ ਕੌਣ ਬੋਲੇਗਾ? ਜੇ ਅਸੀਂ ਆਪ ਆਪਣੇ ਘਰ ਨੂੰ ਨਹੀਂ ਸਾਂਭਾਂਗੇ, ਕਿਸੇ ਨੇ ਕੋਈ ਅੱਗਿਓਂ ਜਵਾਬ ਕਿਵੇਂ? ਸਾਨੂੰ ਸਿੱਖੀ ਬਾਰੇ ਕਿਸੇ ਨੇ ਦੱਸਿਆ ਹੀ ਨਹੀਂ, ਇਹ ਜਵਾਬ ਮਿਲਦਾ। ਕਿਹਨੇ ਦੱਸਣਾ ਸੀ? ਸਵਾਲ ਇਹ ਪੈਦਾ ਹੁੰਦਾ। ਕਿਹੜੇ ਸਕੂਲ 'ਚ ਅਸੀਂ ਐਡਮਿਸ਼ਨ ਕਰਾਉਣੀ ਹੈ, ਕਿਹੜੀ ਦੁਕਾਨ ਤੋਂ ਕੱਪੜਾ ਲੈ ਕੇ ਆਉਣਾ ਹੈ, ਰਾਸ਼ਨ ਕਿਹੜੀ ਦੁਕਾਨ ਤੋਂ ਵਧੀਆ ਮਿਲਦਾ ਹੈ, ਕਿਹੜੇ ਪੈਟਰੋਲ ਪੰਪ ਤੋਂ ਤੇਲ ਮਿਲਾਵਟ ਵਾਲਾ ਮਿਲਦਾ ਹੈ, ਕਿਹਦੇ ਤੋਂ ਵਧੀਆ ਮਿਲਦਾ ਹੈ, ਇਹ ਕੋਈ ਦੱਸਦਾ ਕਿ ਆਪੇ ਪਤਾ ਕਰਦੇ? ਅੱਛਾ, ਪਾਸਪੋਰਟ ਦਫ਼ਤਰ ਕਿੱਥੇ ਹੈ, ਪਾਸਪੋਰਟ ਕਿੱਦਾਂ ਮਿਲਦਾ ਹੈ, ਕਿੱਦਾਂ ਪਾਸਪੋਰਟ ਤੇ ਵੀਜ਼ਾ ਲੱਗਦਾ, ਇਹ ਕੋਈ ਦੱਸਦਾ ਕਿ ਆਪੇ ਪਤਾ ਕਰਦੇ ਆ ਜੀ? ਬੋਲ ਕੇ ਦੱਸੋ। ਤੇ ਜਦੋਂ ਗੱਲ ਆਈ ਸਿੱਖੀ ਦੀ, ਕੀ ਆਂਦੇ ਭਲਾ? ਘਰ ਬਣਾਉਣਾ ਹੋਵੇ, ਇੱਟਾਂ ਕਿਹੜੇ ਭੱਠੇ ਤੋਂ ਵਧੀਆ ਮਿਲਦੀਆਂ, ਕਿੱਥੋਂ ਅੱਬਲ ਵਧੀਆ ਮਿਲਦੀ ਹੈ, ਟਾਇਲ ਕਿੱਥੋਂ ਵਧੀਆ ਮਿਲਦੀ ਹੈ, ਪੱਥਰ ਕਿੱਥੋਂ ਵਧੀਆ ਮਿਲਦਾ ਹੈ, ਲੱਕੜ ਵਾਲਾ ਮਿਸਤਰੀ ਕਿਹੜਾ ਵਧੀਆ, ਇਹ ਪੁੱਛਦੇ ਆ ਜਾ ਕੇ ਆਪ। ਪਰ ਜਦੋਂ ਗੱਲ ਆਈ ਸਿੱਖੀ ਦੀ, ਅੱਗੇ ਕੀ ਜਵਾਬ? ਸਾਨੂੰ ਕਿਹੜਾ ਕਿਸੇ ਨੇ ਕੋਈ ਦੱਸਿਆ ਜੀ? ਕਿਸੇ ਨੇ ਨਹੀਂ ਦੱਸਣਾ, ਸਾਨੂੰ ਖੁਦ ਆਪਣੇ ਬੱਚਿਆਂ ਨੂੰ ਆਪ ਦੱਸਣਾ ਪੈਣਾ ਹੈ। ਆਪਣੀ ਨੀਂਹ ਆਪ ਪੱਕੀ ਕਰਨੀ ਪੈਣੀ ਹੈ। ਮੈਂ ਅਮਰੀਕਾ ਦੀ ਗੱਲ ਦੱਸਦਾ। ਅਮਰੀਕਾ 'ਚ ਇੱਕ ਪਰਿਵਾਰ 10 ਮਿੰਟ ਹੀ ਮੈਨੂੰ ਜਾਣ ਦਾ ਮੌਕਾ ਮਿਲਿਆ। ਬਜ਼ੁਰਗ ਦੇ ਘਰ 'ਚ ਇਦਾਂ ਜਦੋਂ ਵੜੇ, ਸਾਰਾ ਪਰਿਵਾਰ ਪੰਜਾਬੀ ਬੋਲੇ। ਮੈਂ ਪੁੱਛ ਲਿਆ, ਮੈਂ ਕਿਹਾ ਬਾਪੂ ਜੀ ਇੰਨਾ ਸੋਹਣਾ ਪਰਿਵਾਰ ਪੰਜਾਬੀ ਬੋਲਦਾ, ਕਾਰਨ? ਉਹਨੇ ਕਿਹਾ ਪੁੱਤਰ ਮੈਂ ਬਹੁਤ ਲੰਬੇ ਟਾਈਮ ਦਾ ਇੰਗਲੈਂਡ ਆਇਆ ਸੀ, ਮੇਰੇ ਬੱਚਿਆਂ ਦਾ ਜਨਮ ਇੰਗਲੈਂਡ ਦਾ, ਉੱਥੋਂ ਮੈਂ ਅਮਰੀਕਾ ਆ ਗਿਆ। ਮੇਰੇ ਬੱਚੇ ਜਿਹੜੇ ਨੇ ਇੰਗਲੈਂਡ ਦੇ ਜੰਮਪਲ ਨੇ, ਮੇਰੇ ਪੋਤਰੇ ਅੱਗੇ ਜਿਹੜੇ ਪੋਤਰੀਆਂ ਨੇ ਉਹ ਅਮਰੀਕਾ ਦੀਆਂ ਜੰਮਪਲ ਨੇ, ਪਰ ਬੱਚੇ ਏਡੀ ਠੇਠ ਪੰਜਾਬੀ ਬੋਲਣ। ਮੈਂ ਕਿਹਾ ਬਾਪੂ ਜੀ ਕਾਰਨ ਦੱਸੋ, ਇਹ ਕਿੱਦਾਂ? ਕਹਿੰਦਾ ਬਸ ਆਪਣੀਆਂ ਨੂੰਹਾਂ ਤੇ ਪੁੱਤਰਾਂ ਨੂੰ ਇੱਕੋ ਸ਼ਬਦ ਸਿਖਾਇਆ ਸੀ ਮੈਂ ਕਿ ਘਰ ਦੇ ਦਰਵਾਜ਼ੇ ਤੋਂ ਬਾਹਰ ਇੰਗਲੈਂਡ, ਅਮਰੀਕਾ, ਕੈਨੇਡਾ, ਜਦੋਂ ਘਰ ਦੇ ਦਰਵਾਜ਼ਾ ਟੱਪ ਕੇ ਤੁਸੀਂ ਲੰਘ ਆਏ ਅੰਦਰ, ਇਹਨੂੰ ਪੰਜਾਬ ਬਣਾ ਲਿਓ। ਤੇ ਮੇਰੇ ਘਰ 'ਚ ਪੰਜਾਬੀ ਤੋਂ ਬਿਨਾਂ ਦੂਜਾ ਸ਼ਬਦ ਨਹੀਂ ਜੇ ਬੋਲਣਾ ਚਾਹੀਦਾ। ਤੇ ਮੈਂ ਹੈਰਾਨ ਸੀ, ਪੰਜਾਬ ਦਾ ਬੱਚਾ ਵੀ ਇਦਾਂ ਦੀ ਠੇਠ ਪੰਜਾਬੀ ਨਹੀਂ ਸੀ ਬੋਲਦਾ ਜਿੱਦਾਂ ਦੇ ਉੱਥੋਂ ਦੇ ਜੰਮਪਲ ਬੱਚੇ ਠੇਠ ਪੰਜਾਬੀ ਬੋਲਦੇ ਸੀ। ਹੁਣ ਇਹ ਦੱਸੋ ਉਸ ਪਰਿਵਾਰ ਨੂੰ ਕੌਣ ਸਿਖਾ ਕੇ ਆਇਆ? ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ। ਅਸੀਂ ਆਪਣੀ ਜ਼ਿੰਮੇਵਾਰੀ ਖੁਦ ਸਮਝੀਏ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਤਰਲਾ ਤੁਹਾਡੇ ਅੱਗੇ, ਕਿਸੇ ਨੇ ਕੁਝ ਨਹੀਂ ਦੱਸਣਾ। ਜਾਂ ਉਸਤਾਦ ਲੱਗਾ ਵੱਧ ਲੈ ਕੇ ਜਾਓ, ਨਹੀਂ ਤੇ ਇੱਕ ਕਿਤਾਬ ਤੇ ਜ਼ਰੂਰ ਲੈ ਕੇ ਜਾਓ। ਉਹ ਤੁਹਾਡੀ ਮਰਜ਼ੀ, ਤੁਸੀਂ ਅੱਗੇ ਕਿੰਨੀਆਂ ਲੈ ਕੇ ਜਾਂਦੇ ਹੋ। ਇੱਕ ਕਿਤਾਬ ਤੋਂ ਸ਼ੁਰੂਆਤ ਕਰ ਲਓ, ਸੋਹਣੀਆਂ ਲਾਇਬ੍ਰੇਰੀਆਂ ਬਣਾਓ। ਜਦੋਂ ਘਰ 'ਚ ਕੋਈ ਨਹੀਂ ਹੈਗਾ, ਇਕੱਲੇ ਜੇ, ਕਿਤਾਬ ਫੜੋ, 2 ਪੇਜ ਪੜ੍ਹੋਗੇ, ਸ਼ੌਂਕ ਪੈਦਾ ਹੋ ਜਾਊ ਸਾਨੂੰ ਪੜ੍ਹਨ ਦਾ। ਟਾਈਮ ਬਹੁਤ ਹੈ ਅੱਜ ਬੰਦੇ ਕੋਲ। ਜੇ ਬੰਦਾ ਕਹਿੰਦਾ ਵਕਤ ਹੈ ਨਹੀਂ, ਵਕਤ ਬੜਾ ਹੈ, ਚੁਗਲੀਆਂ ਕਰਨ ਲੱਗ ਜਾਓ ਨਾ। ਮੈਂ ਅੱਜ ਦਿਨੇ ਵੀ ਗੱਲ ਕਰ ਰਿਹਾ ਸੀ, ਨਿੰਦਿਆ ਚੁਗਲੀ ਕਰਨ ਲੱਗਿਆ ਨਾ ਕਿਸੇ ਨੂੰ ਵਾਸੀ ਆਉਂਦੀ ਹੈ, ਨਾ ਕਿਸੇ ਦੀ ਲੱਤ ਦੁਖਦੀ ਹੈ, ਨਾ ਕਿਸੇ ਦੀ ਬਾਂਹ ਦੁਖਦੀ ਹੈ। ਕਿਸੇ ਦਾ ਸਿਰ ਦੁਖਦਾ ਹੋਵੇ ਨਾ, ਉਹਦੇ ਕੋਲ ਗੱਲ ਸ਼ੁਰੂ ਕਰਕੇ ਵੇਖ ਲਓ, ਕੋਈ ਨਿੰਦਿਆ ਚੁਗਲੀ, ਸਿਰ ਦਰਦ ਹਟ ਹੀ ਜਾਣਾ ਉਹਦਾ, ਕਿਉਂਕਿ ਉਹਨੇ ਸਾਰਾ ਧਿਆਨ ਤੇ ਗੱਲਾਂ ਸੋਚਣ ਤੇ ਲਾ ਦੇਣਾ, ਤੇ ਸਿਰ ਦਰਦ ਕਿੱਥੋਂ ਹੋਣਾ? ਉਹਨੂੰ ਸਵਾਦ ਲੈਂਦਾ, ਜਿਵੇਂ ਮੱਖੀਆਂ ਸਵਾਦ ਲੈਂਦੀ ਹੈ, ਇਦਾਂ ਬੰਦਾ ਦੂਜੇ ਦੀਆਂ ਗੱਲਾਂ ਕਰਕੇ ਵਿੱਚੋਂ ਸਵਾਦ ਲੈਂਦਾ, ਉਹ 'ਚੋਂ ਲੱਭਦਾ ਕੁਝ। ਛੱਡ ਦਿਓ ਇਹਨਾਂ ਗੱਲਾਂ ਨੂੰ, ਚੰਗਾ ਸੋਚੋ, ਚੰਗਾ ਹੋਏਗਾ। ਆਪਣੇ ਮਨ ਨੂੰ ਚੰਗੀਆਂ ਵਿਚਾਰਾਂ ਦਿਓ। ਸਰੀਰ ਨੂੰ ਜਿਹੜੀਆਂ ਅੱਜ ਬਿਮਾਰੀਆਂ ਲੱਗੀਆਂ ਨੇ, ਸਾਰੀਆਂ ਬਿਮਾਰੀਆਂ ਦਾ ਇਲਾਜ ਮੈਡੀਸਨ ਨਹੀਂ ਹੈ।
ਚੰਗਾ ਸੋਚਣਾ ਸ਼ੁਰੂ ਕਰ ਦਿਓ, ਤੁਹਾਡੀ ਬੋਡੀ 'ਚ ਇੰਨੀ ਪਾਵਰ ਹੈ, ਤੁਸੀਂ ਵੱਡੀ ਤੋਂ ਵੱਡੀ ਬਿਮਾਰੀ ਨਾਲ ਵੀ ਲੜ ਸਕਦੇ ਹੋ। ਕਈ ਕੈਂਸਰ ਦੇ ਮਰੀਜ਼ ਐਸੇ ਵੇਖੇ ਨੇ ਜਿਨ੍ਹਾਂ ਦੇ ਅੰਦਰ ਐਡੀ ਵੱਡੀ ਪਾਵਰ ਹੈ, 20-20 ਸਾਲ ਤੋਂ ਕੈਂਸਰ ਦੀ ਬਿਮਾਰੀ ਨਾਲ ਲੜ ਕੇ, ਕਿਉਂ? ਉਹ ਬ੍ਰੇਨ ਤੱਕ ਮੈਸੇਜ ਨਹੀਂ ਜਾਣ ਦਿੰਦੇ ਵੀ ਸਾਨੂੰ ਇਦਾਂ ਦੀ ਬਿਮਾਰੀ ਲੱਗੀ ਹੋਈ ਹੈ। ਤਾਂ ਕਈ ਮਾੜੀ ਜੀ ਬਿਮਾਰੀ ਨਾਲ, ਅੱਜ ਕਰੋਨਾ 'ਚ ਵੇਖਿਆ ਹੀ ਆਪਾਂ, ਜੇ ਕਰੋਨਾ ਸਾਰੇ ਦੇਸ਼ ਵਿੱਚ ਸੀ ਤੇ ਦਰਮਿਆਨਾ ਬੰਦਾ ਕਿਉਂ ਨਹੀਂ ਮਰਿਆ? ਸਧਾਰਨ ਬੰਦਾ ਜਿਹੜਾ ਬੰਦਾ, ਤੁਸੀਂ ਵੇਖਿਓ ਇਸ ਕਰੋਨਾ 'ਚ ਨਾ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਦੇ ਪੈਸੇ ਦੇਣੇ ਉਹਨਾਂ ਨੂੰ ਬਿਮਾਰੀ ਇਹ ਲੱਗੀ ਨਹੀਂ, ਕਿਉਂਕਿ ਉਹਨੂੰ ਟੈਨਸ਼ਨ ਹੀ ਕੋਈ ਨਹੀਂ, ਉਹ ਤਾਂ ਠਾਠਾ ਵੱਜਦੇ ਰਹੇ ਲੋਕਾਂ ਦੇ ਵਿੱਚ। ਹੁਣ ਜਿਹਨੇ ਬੰਦੇ ਨੇ ਲੋਕਾਂ ਦੇ ਪੈਸੇ ਦੇਣੇ ਸੀ, ਨਾ ਅਗਲੇ ਨੇ ਸੈਨੀਟਾਈਜ਼ਰ ਵਰਤਿਆ, ਨਾ ਉਹਨੇ ਮਾਸਕ ਵਰਤਿਆ। ਅਗਲਾ ਕਹਿੰਦਾ ਮੈਂ ਮਰਨਾ, ਨਾਲੇ ਤੂੰ ਵੀ ਮਰ, ਮੈਂ ਤੇਰੇ ਦੇਣੇ ਨੇ। ਕੰਮ ਨਿਬੜਿਆ। ਜਿਆਦੇ ਕੌਣ ਬੰਦੇ ਬਿਮਾਰੀ ਦੇ ਸ਼ਿਕਾਰ ਹੋਏ? ਜਿਨ੍ਹਾਂ ਨੇ ਕੋਈ ਇੰਨਾ ਇਕੱਠਾ ਕਰ ਲਿਆ, ਹੁਣ ਫਿਕਰ ਪਿਆ ਸੀ ਸਾਂਭੀਏ ਕਿੱਦਾਂ। 8-8 ਮੰਜ਼ਲੇ ਫਲਾਈਟਾਂ ਤੋਂ ਉਤਰੇ ਹੀ ਨਹੀਂ ਥੱਲੇ, ਸਬਜ਼ੀਆਂ ਧੋ ਕੇ ਖਾਧੀਆਂ, ਮਾਸਕ ਵਰਤੇ, ਕਿੰਨਾ ਕੁਝ ਕੀਤਾ, ਸਭ ਕੁਝ ਕਰਕੇ ਵੇਖ ਲਿਆ। ਅੱਛਾ, 1 ਸਾਲ 13 ਦਿਨ ਕਿਸਾਨੀ ਅੰਦੋਲਨ ਚੱਲਿਆ, ਅਸੀਂ ਲਗਾਤਾਰ ਉੱਥੇ ਰਹਿ ਕੇ ਵੇਖਿਆ, ਮੌਤਾਂ ਹੋਈਆਂ ਉੱਥੇ, ਪਰ ਕਿਸਾਨੀ ਅੰਦੋਲਨ 'ਚ ਇੱਕ ਵੀ ਕਰੋਨਾ ਦੇ ਨਾਲ ਡੈਥ ਨਹੀਂ ਹੋਈ। ਕਿਉਂ ਜੀ? ਉੱਥੇ ਕਰੋਨਾ ਹੈ ਨਹੀਂ ਸੀ। ਸਰਕਾਰ ਕੋਲ ਤੇ ਬਹਾਨਾ ਹੀ ਬੜਾ ਤਗੜਾ ਸੀ ਅੰਦੋਲਨ ਨੂੰ ਖਤਮ ਕਰਨ ਦਾ, ਵੀ ਇੱਥੇ ਜੀ ਕਰੋਨਾ ਵੱਧ ਰਿਹਾ, ਉੱਠ ਜਾਓ ਇੱਥੋਂ। ਨਾ ਉੱਥੇ ਕੋਈ ਸੈਨੀਟਾਈਜ਼ਰ, ਨਾ ਉੱਥੇ ਕੋਈ ਮਾਸਕ। ਪਤਾ ਕਿਉਂ? ਕਿਉਂਕਿ ਮਨ 'ਚ ਬਿਮਾਰੀ ਦਾ ਖਿਆਲ ਹੈ ਨਹੀਂ ਸੀ। ਬਹੁਤੇ ਲੋਕ ਦਹਿਲ ਨਾ ਮਰੇ, ਵਹਿਮ ਨਾ ਮਰੇ। ਵਹਿਮ ਦਾ ਕੋਈ ਇਲਾਜ ਨਹੀਂ। ਅਸੀਂ ਵਹਿਮ ਕੱਢੋ ਆਪਣੇ ਅੰਦਰੋਂ, ਬੋਡੀ ਨੂੰ ਤਗੜਾ ਕਰੋ, ਸਟਰੋਂਗ ਕਰੋ। ਫਿਲਟਰ ਦਾ ਪਾਣੀ ਪੀਂਦੇ ਹੋ ਨਾ, ਕਦੀ ਕਦੀ ਬਿਨਾਂ ਫਿਲਟਰ ਤੋਂ ਵੀ ਪਾਣੀ ਪੀਆ ਕਰੋ। ਆ ਤੁਸੀਂ ਵੇਖੋ ਨਾ, ਕਈ ਬੋਤਲਾਂ ਚੱਕੀ ਫਿਰਦੇ ਬਾਹਰੋਂ ਵੀ ਆਉਣ ਇੱਥੇ, ਉਹਨਾਂ ਦਾ ਸੈਂਸਿਟਿਵ ਹੋ ਜਾਂਦਾ ਅੰਦਰਲਾ ਸਿਸਟਮ, ਬਿਲਕੁਲ ਹੀ ਨਾਜ਼ੁਕ। ਆ ਵੇਖਿਆ ਜਿਹੜੇ ਲੋਕ ਨਲਕਿਆਂ ਦਾ ਪਾਣੀ ਪੀ ਜਾਂਦੇ, ਆਮ ਹੀ ਪੀ ਜਾਂਦੇ, ਉਹਨੂੰ ਹੁੰਦਾ ਹੀ ਕੱਖ ਨਹੀਂ, ਲੱਕੜਾਂ ਚੱਪ ਜਾਂਦੇ ਅਗਲੇ ਉੱਦਾਂ ਹੀ। ਪੁਰਾਣੇ ਬਜ਼ੁਰਗਾਂ ਨੂੰ ਤੁਸੀਂ ਵੇਖੋ ਕਿੱਡੇ ਹਿਰਦੇ, ਮਿਹਦੇ ਤਗੜੇ ਸੀ ਉਹਨਾਂ ਦੇ। ਹੁਣ ਜਿਹੜਾ ਬੰਦਾ ਦੁੱਧ ਵੀ ਪੁਣ ਕੇ ਪੀਂਦਾ, ਰੱਬ ਹੀ ਖੈਰ ਆ ਉਹਦੀ। ਹੁਣ ਕੀ ਕਰੋਗੇ ਤੁਸੀਂ ਉਹਦੇ ਬਾਰੇ? ਹਾਂਜੀ, ਕਈ ਕਹਿਣਗੇ ਸਾਡਾ ਜਵਾਕ ਨਾ ਚਾਹ ਤੇ ਮਲਾਈ ਆ ਜੇ ਪੀਂਦਾ ਨਹੀਂ, ਬਸ ਭਲਵਾਨ ਬਣ ਗਿਆ। ਫਿਰ ਜਿਹੜਾ ਦੁੱਧ ਤੋਂ ਮਲਾਈ ਲਾ ਕੇ ਪਰਾਂ ਦੁੱਧ ਪੀਂਦਾ, ਸੋਚ ਕੇ ਵੇਖੋ ਨਾ ਫਿਰ ਤੁਸੀਂ। ਫਿਰ ਕਰੋਨਾ ਦੇ ਬਿਮਾਰੀਆਂ ਨਹੀਂ ਹੈਗੀਆਂ, ਬਿਮਾਰੀਆਂ ਨੂੰ ਅਸੀਂ ਸੱਦਾ ਪੱਤਰ ਇਨਵਾਈਟ ਆਪ ਕੀਤਾ, ਅਸੀਂ ਆਪ ਸੱਦਾ ਪੱਤਰ ਦਿੱਤਾ। ਆ ਡਾਕਟਰ ਸੁਲੇਮਾਨ ਸਿੰਘ ਟਿਕਰੀ, ਅਸੀਂ ਜਦੋਂ ਜਾਣਾ ਤੇ ਮੈਨੂੰ ਕਹਿੰਦੇ, ਜਦੋਂ ਮੈਂ ਪਹਿਲੀ ਦਿਨ ਉਤਰਿਆ ਨਾ ਤੇ ਮੈਂ ਵੀ ਮਾਸਕ ਲਾਇਆ ਸੀ। ਉਹ ਖੁਦ ਡਾਕਟਰ ਹੈ, ਕਹਿੰਦਾ ਜਦੋਂ ਮੈਂ ਇੱਥੇ ਆਣ ਕੇ ਵੇਖਿਆ ਵੀ ਮੈਂ ਅਮਰੀਕਾ ਤੋਂ ਆਇਆ, ਮੈਂ ਮਾਸਕ ਲਾਉਂਦਾ ਨਹੀਂ, ਇਹਨਾਂ ਮਾਸਕ ਲਾਇਆ ਕੋਈ ਨਹੀਂ। ਕਹਿੰਦਾ ਮੈਂ ਹਿਸਾਬ ਲਾਇਆ ਵੀ ਇਹ ਤੇ ਕਰੋਨਾ ਉਦਾਂ ਖਾਈ ਫਿਰਦੇ ਆ। ਉਹਨੇ ਵੀ ਲਾਤਾ, ਵੇਖ ਕੇ ਉਹ ਨਾਲ। ਅੱਛਾ, ਕਮਾਲ ਦੀ ਗੱਲ ਤੁਸੀਂ ਵੇਖੋ, PM ਨੇ ਮਾਸਕ ਲਾਇਆ ਤੇ ਬਾਬੇ ਮਾਸਕ ਤੋਂ ਬਿਨਾਂ ਬੈਠੇ ਆ। ਉਹ ਬੋਲੋ ਭਾਈ, ਫੇਰ ਕਹਿਣਾ ਬਾਰ-ਬਾਰ ਉੱਥੇ ਆਉਂਦਾ, ਉੱਥੇ ਆਉਣਾ ਜੀ ਨੂੰ ਕੁਝ ਹੁੰਦਾ ਮੇਰੇ ਵੇਖ ਕੇ ਇਹਨਾਂ ਨੂੰ, ਵੀ ਇਹ ਕਿਹੜੇ ਬੰਨੇ ਸਾਡੇ ਤੁਰੇ ਫਿਰਦੇ ਆ। ਤੇ ਸਭ ਤੋਂ ਵੱਡਾ ਕਸੂਰ ਉਹਨਾਂ ਦੇ ਆ ਜਿਹੜੇ ਇਹਨਾਂ ਦੇ ਝੰਡੇ ਚੱਕੀ ਫਿਰਦੇ ਆ। ਵਾਪਸ ਪਰਤੋ। ਅੱਛਾ ਵੇਖੋ, ਉਦਾਂ ਸਰਕਾਰਾਂ ਆਂਦੀਆਂ ਜੇ ਕੋਈ ਕਰੋਨਾ, ਜੇ ਕੋਈ ਮਾਸਕ ਨਾ ਲਾਵੇ, ਪਲੇਨ ਦੇ ਵਿੱਚ ਮਾਸਕ ਨਾ ਲਾਵੇ ਤੇ ਪਰਚਾ ਦਰਜ ਕਰ ਦੋ। ਤੇ PM ਦੇ ਕੋਲ ਤੇ ਬਹਾਨਾ ਬੜਾ ਤਗੜਾ ਸੀ ਨਾ, ਤੇ ਪਰਚੇ ਦਰਜ ਕਰਦੇ ਵੀ ਮਾਸਕ ਨਹੀਂ ਲਾਏ। ਸੋਚ ਕੇ ਵੇਖੋ ਸਾਡੇ ਬਾਬੇ ਕਿੱਥੇ ਬੈਠੇ, ਕਿਹੜੀਆਂ ਮੀਟਿੰਗਾਂ ਹੋ ਰਹੀਆਂ। ਅੱਜ ਲੱਗਦਾ ਨਹੀਂ ਆ ਕੁੱਤੀ ਚੋਰਾਂ ਨਾਲ। ਉੱਚੀ ਬੋਲੋ ਜੀ। ਕਈਆਂ ਦਾ ਆਖਣ ਨੂੰ ਜੀ ਨਹੀਂ ਕਰਦਾ ਵੀ ਰਾਤ ਨੂੰ ਬਾਬਾ ਸਰਾਫ ਹੀ ਨੂੰ ਦੇ ਦੇ ਕਿਤੇ। ਹਾਂਜੀ, ਮਨ 'ਚ ਡਰ ਬੈਠਾ ਨਾ ਸਾਡੇ, ਕੱਖ ਨਹੀਂ ਹੁੰਦਾ ਇਹਨਾਂ ਗੱਲਾਂ ਨਾਲ। ਗੁਰੂ ਤੇ ਭਰੋਸਾ ਰੱਖੋ। ਧੰਨ ਧੰਨ ਸੋ ਗੁਰਸਿੱਖ ਕਹੀਏ, ਉਹ ਧੰਤਾ ਦੇ ਯੋਗ ਹੈ ਗੁਰਸਿੱਖ ਜੋ ਸਤਿਗੁਰ ਚਰਨੀ ਜਾਏ ਪਿਆ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਧੰਨ ਧੰਨ ਸੋ ਗੁਰਸਿੱਖ ਕਹੀਏ ਜੋ ਸਤਿਗੁਰ ਚਰਨੀ ਜਾਏ ਪਿਆ। ਮਹਾਰਾਜ ਕੀ ਜਿਹੜਾ ਗੁਰੂ ਦਾ ਸਿੱਖ ਗੁਰੂ ਦੇ ਕੋਲ ਆ ਗਿਆ, ਉਹ ਧੰਤਾ ਦੇ ਯੋਗ ਹੈ। ਉਹ ਤੇ ਕੋਈ ਵੀ ਆਣ ਕੇ ਬਹਿ ਸਕਦਾ। ਕੱਲ ਨੂੰ ਕੋਈ ਚੋਰ ਚੋਰੀ ਕਰਦਾ ਵੀ ਆਣ ਕੇ ਸੰਗਤ 'ਚ ਬਹਿ ਜੂ, ਉਹ ਵੀ ਧੰਤਾ ਦੇ ਯੋਗ ਹੈ। ਕਹਿੰਦੇ ਅਗਲੀ ਪੰਕਤੀ ਪੜੋ, ਗੱਲ ਕਲੀਅਰ ਹੋ ਜੂਗੀ। ਧੰਨ ਧੰਨ ਸੋ ਗੁਰਸਿੱਖ ਕਹੀਏ ਜਿਨ ਹਰ ਨਾਮਾ ਮੁਖ ਰਾਮ ਕਹਿਆ। ਉਹ ਧੰਤਾ ਦੇ ਯੋਗ ਹੈ ਜਿਹਨੇ ਮੁਖ ਨਾਲ ਰਾਮ ਕਿਹਾ ਵਾ, ਉਸ ਵਾਹਿਗੁਰੂ ਨੂੰ ਯਾਦ ਕੀਤਾ। ਮਹਾਰਾਜ ਉਹ ਤੇ ਚੋਰ ਵੀ ਕਹਿ ਸਕਦਾ ਮੂੰਹ ਨਾਲ। ਮਤਲਬ ਹੁਣ ਚੋਰ ਬੈਠਾ ਹੋਵੇ, ਪਾਠ ਹੋ ਰਿਹਾ ਹੋਵੇ, ਕੀਰਤਨ ਹੋ ਰਿਹਾ ਹੋਵੇ, ਤਾਂ ਉਹ ਵੀ ਨਾਲ ਗਾ ਸਕਦਾ। ਕਹਿੰਦੇ ਅਗਲੀ ਪੰਕਤੀ ਪੜੋ, ਗੱਲ ਕਲੀਅਰ ਹੋ ਜੂ। ਧੰਨ ਧੰਨ ਸੋ ਗੁਰਸਿੱਖ ਕਹੀਏ ਜਿਸ ਹਰ ਨਾਮ ਸੁਣੇ ਮਨ ਆਨੰਦ ਭਇਆ। ਇੱਥੇ ਆਣ ਕੇ ਗੱਲ ਕਲੀਅਰ ਹੋ ਜਾਣੀ ਆ। ਚੋਰ ਨੂੰ ਆਨੰਦ ਨਹੀਂ ਆਉਣਾ, ਮੂੰਹ ਤੇ ਕਹਿ ਸਕਦਾ। ਆਨੰਦ ਉਹਨੂੰ ਹੀ ਆਊ ਜਿਹੜਾ ਅੰਦਰੋਂ ਜੁੜਿਆ ਹੋ, ਕਿਉਂਕਿ ਸਾਕਤ ਹਰ ਰਸ ਸਾਧ ਨਾ ਜਾਣਿਆ ਤੇ ਨੰਤਰ ਹਉਮੈ। ਕੋਈ ਵੀ ਚੀਜ਼ ਖਾਣੀ ਹੈ ਨਾ ਤੁਸੀਂ, ਵਸਤੂ ਸਵਾਦ ਤਾਂ ਲੱਗੂ ਜੇ ਮੂੰਹ 'ਚ ਸਵਾਦ ਹੈਗਾ ਤੇ। ਹੁਣ ਮੰਨ ਲਓ ਬੰਦੇ ਨੂੰ ਬੁਖਾਰ ਚੜਿਆ ਹੋਵੇ ਤੇ ਰੋਟੀ ਖਾਵੇ ਤੇ ਸਵਾਦ ਲੱਗਦੀ ਉਹਨੂੰ ਜੀ? ਕੀ ਆਂਦਾ ਭਲਾ?
ਕਹਿੰਦਾ ਮੂੰਹ ਦਾ ਸਵਾਦ ਵਿਗੜਿਆ, ਸਬਜ਼ੀ ਨਹੀਂ ਚੰਗੀ ਲੱਗਦੀ। ਘਰਦਿਆਂ ਦੇ ਸਬਜ਼ੀ ਸਵਾਦ ਬੜੀ ਬਣੀ ਹੈ, ਉਹਨੂੰ ਕਿਉਂ ਨਹੀਂ ਲੱਗਦੀ? ਕਿਉਂਕਿ ਉਹਦੇ ਆਪਣੇ ਅੰਦਰ ਸਵਾਦ ਹੈ ਨਹੀਂ। ਬਾਣੀ ਸਵਾਦ ਉਹਨੂੰ ਲੱਗਣੀ ਹੈ ਜਿਹਦੇ ਅੰਦਰ ਸਵਾਦ ਆ, ਜਿਹਦੇ ਆਪਣੇ ਅੰਦਰ ਹੀ ਸਵਾਦ ਹੈ ਨਹੀਂ। ਜਿਹਨੂੰ ਆਪਣੇ ਅੰਦਰ, ਹੁਣ ਜਿਹਨੂੰ ਬੁਖਾਰ ਚੜਿਆ ਉਹਨੂੰ ਕਿੱਦਾਂ ਬਾਣੀ ਸਵਾਦ ਲੱਗ ਜੂ ਜੀ? ਤੇ ਬੁਖਾਰ ਕਾਹਦਾ ਚੜਿਆ? ਕਿਸੇ ਨੂੰ ਲੀਡਰਸ਼ਿਪ ਦਾ ਬੁਖਾਰ ਚੜਿਆ, ਕਿਸੇ ਨੂੰ ਫੈਸ਼ਨ ਪ੍ਰਸਤੀ ਦਾ ਬੁਖਾਰ ਚੜਿਆ, ਕਿਸੇ ਨੂੰ ਲਾਲਚ ਦਾ ਬੁਖਾਰ ਚੜਿਆ, ਕਿਸੇ ਨੂੰ ਪਰਾਇਆ ਰੂਪ ਤੱਕਣ ਦਾ ਬੁਖਾਰ ਚੜਿਆ। ਇਹ ਬੁਖਾਰ ਲੈਣਗੇ, ਇਹ ਬਾਣੀ ਬੜੀ ਸਵਾਦ ਲੱਗਣੀ, ਫਿਰ ਇਹ ਬਾਣੀ ਬੜੀ ਮਿੱਠੀ ਲੱਗਣੀ ਹੈ। ਧੰਨ ਧੰਨ ਸੋ ਗੁਰਸਿੱਖੀ ਹੈ, ਜਿਸ ਹਰ ਨਾਮ ਸੁਣੇ ਮਨ ਆਨੰਦ ਭਇਆ। ਧੰਨ ਧੰਨ ਸੋ ਗੁਰਸਿੱਖੀ ਹੈ, ਜਿਨ ਸਤਿਗੁਰ ਸੇਵਾ ਕਰ, ਜਿਹੜਾ ਸੇਵਾ ਕਰਕੇ ਉਹਨੇ ਮੰਗਿਆ ਕਿ ਹਰ ਨਾਮ ਲਿਆ। ਕਹਿੰਦਾ ਬਾਪੂ ਹੁਣ ਜੇ ਦੇਣ ਹੀ ਲੱਗੇ ਹੋ ਨਾ, ਮੈਂ ਤੁਹਾਡੇ ਕੋਲੋਂ ਕੁਝ ਮੰਗਣ ਨਹੀਂ ਆਇਆ, ਮੈਂ ਤੁਹਾਨੂੰ ਮੰਗਣ ਆਇਆ। ਮੈਂ ਤੁਹਾਡੇ ਕੋਲੋਂ ਪਦਾਰਥ ਮੰਗਣ ਨਹੀਂ ਆਇਆ, ਮੈਂ ਤੁਹਾਨੂੰ ਮੰਗਣ ਆਇਆ। ਤੁਸੀਂ ਮੇਰੇ ਨਾਲ ਚਲੋ, ਤੁਹਾਡੇ ਤੋਂ ਬਿਨਾਂ ਮੇਰਾ ਘਰ ਸੁਣਿਆ ਵਾ। ਹੁਣ ਇੱਕ ਪਿਓ ਕੋਲੋਂ ਮੰਗਦਾ, ਇੱਕ ਪਿਓ ਮੰਗਦਾ, ਫਰਕ ਆ ਨਾ। ਇੱਕ ਕਹਿੰਦਾ ਪਿਓ ਨੂੰ ਆਂਦਾ ਆ ਵੀ ਦੇ ਦੇ, ਆ ਵੀ ਦੇ ਦੇ। ਦੂਜਾ ਆਂਦਾ ਮੈਨੂੰ ਬਾਪੂ ਚਾਹੀਦਾ। ਆਂਦਾ ਕਿਉਂ? ਆਂਦਾ ਬਾਪੂ ਚਲੇ ਗਿਆ, ਸਭ ਕੁਝ ਨਾਲ ਹੀ ਚੱਲ ਜਾਣਾ। ਬਾਪੂ ਆ ਜਾ ਤੂੰ ਮੇਰੇ ਘਰ, ਸਾਰਾ ਕੁਝ ਹੀ ਮੇਰੇ ਘਰੇ ਆ। ਪਿਓ ਮੰਗ ਲਓ, ਤੂੰ ਸਾਂਝਾ ਸਾਹਿਬ। ਸਾਰੇ ਬੋਲੋ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਮੰਗੋ, ਤੁਹਾਡਾ ਸਾਂਝਾ ਸਾਹਿਬ ਬਾਪ ਹੈ। ਬਾਪੂ ਜੀ ਤੁਹਾਡੇ ਤੋਂ ਬਿਨਾਂ ਮੇਰੀ ਕੋਠੀ ਬੜੀ ਵਧੀਆ ਵਾ, ਮੇਰੇ ਘਰ ਟਰੈਕਟਰ ਵੀ ਆ, ਮੇਰੇ ਘਰ ਗੱਡੀ ਵੀ ਆ, ਮੇਰਾ ਬੈਡਰੂਮ ਬਹੁਤ ਵਧੀਆ ਵਾ, ਸਭ ਕੁਝ ਹੈਗਾ ਵਾ, ਪਰ ਪਤਾ ਨਹੀਂ ਤੁਹਾਡੇ ਬਿਨਾਂ ਮੇਰਾ ਜੀ ਨਹੀਂ ਲੱਗਦਾ, ਮੈਂ ਤੁਹਾਨੂੰ ਲੈਣ ਆਇਆ। ਆਪੇ ਘਰ ਵਧੀਆ ਬਣ ਜੂ। ਬਾਣੀ ਖੜੋ ਸਤਿਗੁਰ ਦੀ, ਪੜੋ, ਸਹਿਜ ਪਾਠ ਕਰੋ, ਗੁਰਬਾਣੀ ਨੂੰ ਵਿਚਾਰੋ। ਸਵੇਰੇ ਦਿਨ ਦੀ ਸ਼ੁਰੂਆਤ ਸਤਿਗੁਰ ਦੀ ਬਾਣੀ ਤੋਂ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਮਨ ਨੂੰ ਸੋਧੋ, ਆਪਣੇ ਮਨ ਨੂੰ ਪੁੱਤਰ ਸਮਝ ਕੇ ਇਹਦੀ ਡਿਊਟੀ ਲਾ ਦਿਓ। ਰਾਤ ਨੂੰ ਸੌਣ ਤੋਂ ਪਹਿਲਾਂ ਅਵਚੇਤਨ ਮਨ ਦੀ ਡਿਊਟੀ ਲਾ ਦਿਓ। ਸੌਣ ਤੋਂ ਪਹਿਲਾਂ ਮੈਂ ਸਵੇਰੇ ਫਰੈਸ਼ ਉੱਠਣਾ ਚਾਹੁੰਦਾ, ਮੈਂ ਚੰਗੇ ਵਿਚਾਰ ਲੈ ਕੇ ਸੌਵਾਂ। ਵੇਖਿਓ ਸਵੇਰੇ ਤਰੋ ਤਾਜ਼ਾ ਦਿਮਾਗ ਹੋਏਗਾ, ਫਰੈਸ਼। ਹੁਣ ਆਪਾਂ ਰਾਤ ਨੂੰ ਸੌਣ ਲੱਗਿਆ, ਪੁੱਠੀਆਂ ਗੱਲਾਂ, ਪੁੱਠੀਆਂ ਵਿਚਾਰਾਂ, ਪੁੱਠੇ ਖਿਆਲ ਦਿਮਾਗ 'ਚ ਆਉਣੇ ਨੇ। ਕਈ ਵਾਰੀ ਐਸਾ ਵੀ ਹੁੰਦਾ, ਕਿਸੇ ਰਿਸ਼ਤੇਦਾਰ ਦਾ ਫੋਨ ਹੀ ਰਾਤ ਨੂੰ ਸੌਣ ਲੱਗਿਆ ਆ ਗਿਆ, ਉਹਨੇ ਕੋਈ ਉਹੋ ਜਿਹੀ ਗੱਲਬਾਤ ਕਰਤੀ। ਕਈ ਵਾਰੀ ਕਈ ਰਿਸ਼ਤੇਦਾਰ ਵੀ ਇਦਾਂ ਦੇ ਹੁੰਦੇ ਆ, ਕੋਈ ਕਾਰ ਨਵੀਂ ਲਈ ਹੋਵੇ, ਕੋਈ ਕੋਠੀ ਨਵੀਂ ਲਈ ਹੋਵੇ, ਕੋਈ ਕਾਰੋਬਾਰ ਸ਼ੁਰੂ ਕੀਤਾ, ਉਹ ਫੋਨ ਵੀ ਰਾਤ ਨੂੰ ਕਰਦੇ। ਵਧਾਈ ਹੋਵੇ ਸੁੱਖ ਨਾਲ ਦੇ, ਕਾਹਦੀ? ਅੱਜ ਕਾਰ ਨਵੀਂ ਲੈ ਕੇ ਆਏ ਆ। ਉਹ ਕਾਰ ਕਹਿ ਕੇ ਸੌਂ ਗਏ, ਸਾਰਾ ਟੱਬਰ ਹੀ ਉੱਠ ਕੇ ਬਹਿ ਗਿਆ ਵੀ ਸਾਡੇ ਕੋਲ ਪੁਰਾਣੀਆਂ ਦੀਆਂ ਕਿਸ਼ਤਾਂ ਲੈਂਦੀਆਂ, ਨਵੀਂ ਲੈ ਕੇ ਆ ਗਏ। ਹੁਣ ਏਦਾਂ ਦਾ ਖਿਆਲ ਲੈ ਕੇ ਰਾਤ ਨੂੰ ਸੌਂ ਗਏ, ਨੀਂਦ ਆਉਂਦੀ ਕੋਈ ਨਹੀਂ ਹੈ। ਅੱਛਾ ਜਾਗਣ ਉਹ ਜਿਹੜੇ ਲੈ ਕੇ ਆਏ, ਜਿਨ੍ਹਾਂ 15,000 ਦੀ ਕਿਸ਼ਤ ਤਾਰਨੀ ਆ, ਉਹ ਜਾਗਣ, ਉਹ ਸੌਂ ਗਏ ਆ। ਜਿਨ੍ਹਾਂ ਕਿਸ਼ਤ ਨਹੀਂ ਤਾਰਨੀ, ਇਹ ਸਾਰਾ ਟੱਬਰ ਉੱਠ ਕੇ ਬਹਿ ਗਿਆ। ਪਤਾ ਨਹੀਂ ਕਿੱਥੋਂ ਲਈ ਆਉਂਦੇ ਆ ਗੱਡੀਆਂ। ਸਾਡੇ ਕੋਲ ਤਾਂ ਪਹਿਲੀ ਦੀ ਕਿਸ਼ਤ ਨਹੀਂ ਲੈਣ ਦੀ। ਵੀ ਕਮਾਈ ਕਰਦੇ ਅਗਲੇ, ਮਿਹਨਤ ਕਰਦੇ ਆ, ਮੁਸ਼ੱਕਤ ਕਰਦੇ ਆ। ਰਾਤ ਨੂੰ ਸੌਣ ਲੱਗਿਆ ਮਨ ਦੀ ਡਿਊਟੀ ਲਾ ਦੋ, ਫਰੈਸ਼। ਪੜ੍ਹਦੇ ਰੋਜ਼ ਆਪਾਂ, ਕਰੋ ਬੇਨਤੀ ਸੰਤ ਟਹਿਲ ਕੀ ਇਹਾਂ ਖਾਟ ਆ ਗਏ, ਔਦ ਘਟੈ ਮਨ। ਮਨ ਨੂੰ ਕਿਹਾ ਗੁਰੂ ਨੂੰ ਮਿਲ ਕੇ ਕਾਰਜ ਸਵਾਰ ਲਾ ਆਪਣੇ। ਮਨ ਗੁਰ ਮਿਲ ਕਾਜ, ਗੁਰੂ ਨੂੰ ਮਿਲ ਕੇ ਕਾਜ ਸਵਾਰ ਲਾ। ਫਿਰ ਸਵੇਰੇ ਉੱਠਦਿਆਂ ਸਾਰੇ ਇਦਾਂ, ਸਭ ਤੋਂ ਪਹਿਲਾਂ ਸਾਡਾ ਮਿੱਤਰ ਮਨ। ਮਮਾ ਮਨ ਸਿਉ ਕਾਜ ਹੈ, ਮਮਾ ਮਨ ਸਿਉ ਕਾਜ ਹੈ। ਮਨ ਨਾਲ ਹੀ ਕਾਜ ਹੈ ਤੇਰਾ। ਸਭ ਤੋਂ ਪਹਿਲਾਂ, ਸਭ ਤੋਂ ਪਹਿਲਾਂ ਸਾਡਾ ਸਵੇਰੇ ਮਿੱਤਰ ਕਿਹਦੇ ਨਾਲ ਵਾਹ ਪੈਂਦਾ? ਮਨ ਨਾਲ। ਮਨ ਤਗੜਾ ਹੋਵੇ ਤਾਂ ਸਵੇਰੇ ਸਾਨੂੰ ਕਾਇਮ ਕਰ ਦਿੰਦਾ ਨਾਲ ਹੀ। 4 ਵਜੇ ਬੰਦਾ ਕਹਿੰਦਾ ਮੈਂ ਉੱਠਣਾ, 5:30 ਵਾਕ ਕਰਨ ਜਾਣਾ। ਹਾਂਜੀ, ਰਾਤ ਨੂੰ ਕਹਿ ਕੇ ਸੁੱਤਾ, ਟਾਈਮ ਨਾਲ ਹੀ ਜਾਗ ਖੁੱਲ ਗਈ। ਮਾੜਾ ਮਾੜਾ ਮੀਂਹ ਪੈਣ ਡਿਆ, ਭੂਰ ਜੀ ਪੈਣ ਦੀ ਸੀ। ਘਰ ਦੇ ਆਂਦੇ ਆ ਮੀਂਹ ਪੈਣ ਡਿਆ, ਕਹਿੰਦਾ ਨਹੀਂ ਜਾਣਾ, ਜਾਣਾ ਛਤਰੀ ਲੈ ਜਾਊਗਾ, ਕਿਉਂਕਿ ਨਾਗਾ ਨਹੀਂ ਪਾਉਣਾ ਉਹਨੇ, ਕਿਉਂਕਿ ਮਿੱਤਰ ਮਨ ਨੂੰ ਕਿਹਾ ਨਾ ਵੀ ਜਾਣਾ ਹੀ ਜਾਣਾ। ਜਿਹੜਾ ਮਨ ਰੂਪੀ ਮਿੱਤਰ ਢਿੱਲਾ, ਉਹ ਲੰਮੇ ਪਿਆ ਪੁੱਛੀ ਜਾਂਦਾ। ਘਰ ਦੇ ਆਂਦੇ ਤੁਸੀਂ ਤੇ ਕਿਹਾ ਸੈਰ ਕਰਨ ਜਾਣਾ, ਕਹਿੰਦਾ ਮੀਂਹ ਨਹੀਂ ਪੈਣ ਡਿਆ ਬਾਹਰ। ਉਹ ਆਂਦੇ ਵੀ ਨਾ, ਬਾਹਰ ਤੇ ਸੁੱਖ ਨਾਲ ਤਾਰੇ ਨਿਕਲੇ ਆ। ਮਤਲਬ ਉਹ ਚਾਹੁੰਦਾ ਵੀ ਘਰ ਦੇ ਕਹਿ ਦੇਣ ਵੀ ਮੀਂਹ ਪੈ ਰਿਹਾ, ਘਰਦਿਆਂ ਵੱਲੋਂ ਸੱਚਾ ਹੋ ਜਾ ਵੀ ਮੈਂ ਜਾਣਾ ਚਾਹੁੰਦਾ ਸੀ, ਬਦਲਾ ਨੇ ਨਹੀਂ ਜਾਣ ਦਿੱਤਾ ਮੈਨੂੰ। ਹੁੰਦਾ ਕਿ ਨਹੀਂ ਹੁੰਦਾ? ਏਦਾਂ ਬੋਲੋ ਭਾਈ। ਮਮਾ ਮਨ ਸਿਉ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ। ਸਾਡਾ ਸਾਰਿਆਂ ਦਾ ਆਪਣਾ ਆਪਣਾ ਮਿੱਤਰ ਪਤਾ ਕੌਣ ਹੈ? ਮਨ। ਮੇਰਾ ਮਿੱਤਰ ਮੇਰਾ ਮਨ। ਹੁਣ ਐਗਜ਼ਾਮਪਲ ਦੇਵਾਂ ਸੌਖੀ ਜੀ। ਭੈਣ ਨੂੰ ਸਵੇਰੇ ਘਰ 'ਚ ਬੁਖਾਰ ਚੜ ਗਿਆ 102, ਪਤਾ ਵੀ ਆ, ਤੇ ਕੱਲੀ ਆ ਘਰ 'ਚ, ਤੇ ਪੁੱਤ ਨੂੰ ਸਕੂਲੇ ਭੇਜਣਾ। ਉਹਦਾ ਧਿਆਨ ਆਪਣੀ ਬੁਖਾਰ ਵੱਲ ਆਉਣਾ ਹੀ ਨਹੀਂ।
ਉਹਨੂੰ ਪਤਾ ਵੀ ਮੇਰੇ ਤੋਂ ਬਿਨਾਂ ਮੇਰੇ ਪੁੱਤ ਨੂੰ ਤਿਆਰ ਕਰਨ ਵਾਲਾ ਘਰ 'ਚ ਹੋਰ ਕੋਈ ਹੈ ਹੀ ਨਹੀਂ। ਉਹਨੇ ਇੱਦਾਂ ਬੱਚੇ ਨੂੰ ਤਿਆਰ ਕਰਨਾ, ਵਰਦੀ ਪ੍ਰੈਸ ਕਰਨੀ, ਤਿਆਰ ਕਰਕੇ ਉਹਨੇ ਜਾ ਕੇ ਮਗਰੋਂ 8-9 ਵਜੇ ਬਾਕੀ ਜੀਆਂ ਨੂੰ ਦੱਸਣਾ, ਘਰ ਵਾਲੇ ਨੂੰ ਦੱਸਣਾ ਮੈਨੂੰ ਬੁਖਾਰ ਚੜਿਆ ਵਾ। ਕਿਉਂ? ਉਹਦੇ ਕੋਲ ਆਪਸ਼ਨ ਹੀ ਕੋਈ ਨਹੀਂ ਹੈਗੀ, ਉਹਨੂੰ ਪਤਾ ਹੈ। ਤੇ ਜੇ ਆਪਸ਼ਨ ਹੁੰਦੀ ਵੀ ਦਰਾਣੀ ਹੁੰਦੀ ਘਰ, ਜਠਾਣੀ ਹੁੰਦੀ ਘਰ, ਲਾਗੇ ਕੋਈ ਹੈਲਪ ਕਰਨ ਵਾਲਾ ਹੁੰਦਾ, ਫੇਰ ਮਨ ਨੇ ਕਹਿਣਾ ਸੀ ਵੀ ਨਹੀਂ ਹੈਗਾ ਹੈਲਪ ਕਰਾਉਣ ਵਾਲਾ, ਕੋਈ ਨਹੀਂ ਹੈਲਪ ਹੋ ਜਾਣੀ ਹੈ। ਪਤਾ ਵੀ ਆ ਵੀ ਮੇਰੇ ਤੋਂ ਬਿਨਾਂ ਉੱਥੇ ਜਾਣ ਵਾਲਾ ਕੋਈ ਦੂਜਾ ਹੈ ਨਹੀਂ। ਮੰਡੀ ਵਿੱਚ ਝੋਨਾ ਤੁਲਦਾ ਹੋਵੇ ਤੇ ਬਾਪੂ ਨੂੰ ਪਤਾ ਹੋਵੇ ਕਿ ਮੇਰੇ ਤੋਂ ਬਿਨਾਂ ਝੋਨਾ ਨਹੀਂ ਕਿਸੇ ਨੇ ਤਲਾਉਣਾ ਜਾ ਕੇ। ਕਿਉਂ ਜੀ? 102 ਬੁਖਾਰ ਚੜਿਆ ਹੋਵੇ, ਬੰਦਾ ਬੁਖਾਰ ਨੂੰ ਲਾਗੇ ਆਉਣ ਦਿੰਦਾ ਭਲਾ? ਪਤਾ ਵੀ 10 ਟਰਾਲੀਆਂ ਝੋਨਾ ਤੁਲਣਾ ਉੱਥੇ, ਅਵਾ ਲੱਗਦਾ ਕੋਈ ਗੱਲ ਲਿਆਓ ਉਹਦਾ ਗੋਲੀ ਚਾਹ ਦਾ ਗਲਾਸ ਨਾਲ ਪੀਣਾ, ਠੀਕ ਹੋ ਜਾਣਾ ਮੈਂ। ਘਰ ਦੇ ਮਾੜਾ ਮੋੜ ਕਹਿਣ ਵੀ ਨਾ ਜਾਓ, ਪਤਾ ਉੱਥੇ ਵੀ ਨਿਆਣਿਆਂ ਕੋਲੋਂ ਇੱਧਰ ਉੱਧਰ ਗੱਲ ਹੋ ਜਾਣੀ ਆ, ਮੈਂ ਜਾ ਕੇ ਉੱਥੇ ਕੋਲ ਬਹਿ ਕੇ ਜਖਾਉਣਾ ਵਾ। ਇਹ ਸਾਰੀ ਖੇਡ ਤੁਹਾਡੇ ਮਨ ਦੀ ਆ ਪਿਆਰਿਓ। ਮਨ ਤਗੜਾ ਹੋਏਗਾ, ਵੱਡੀ ਤੋਂ ਵੱਡੀ ਬਿਮਾਰੀ ਨੂੰ ਜਿੱਤ ਸਕਦੇ ਆ। ਜੇ ਮਨ ਤਗੜਾ ਨਹੀਂ, ਬੱਚਿਆਂ ਨੂੰ ਵੀ ਕਦੀ ਇਹ ਨਾ ਕਹੋ ਕਿਸੇ ਦੇ ਸਾਹਮਣੇ ਇਹਨੂੰ ਆਉਂਦਾ ਕੱਖ ਨਹੀਂ, ਇਹ ਨਖਿੱਧ ਹੈ, ਇਹ ਨਕੰਮਾ ਹੈ, ਨਾ ਨਾ। ਇੱਕ ਆਪਣੇ ਬੱਚਿਆਂ ਦਾ ਕਦੀ ਕੰਪੈਰੀਜ਼ਨ ਨਾ ਕਰੋ ਕਿਸੇ ਨਾਲ, ਕਦੀ ਤੁਲਨਾ ਨਾ ਕਰੋ ਆਪਣੇ ਬੱਚੇ ਦੀ ਕਿਸੇ ਨਾਲ। ਕਦੀ ਇਹ ਨਾ ਕਹੋ ਉਹ ਵੇਖ ਕਿਦਾਂ, ਤੂੰ ਕਿਦਾਂ। ਸੌਖੀ ਐਗਜ਼ਾਮਪਲ ਦੇਵਾਂ, ਤੁਹਾਡੇ ਅੰਗੂਠੇ ਵਰਗਾ ਦੁਨੀਆ ਤੇ ਕੋਈ ਹੋਰ ਅੰਗੂਠਾ ਬਣਾਇਆ ਰੱਬ ਨੇ? ਤੁਹਾਡੇ ਸਰੀਰ ਦਾ ਇੱਕ ਰੋਮ ਜਿਹੜਾ ਨਾ, ਉਹਦੇ ਵਰਗਾ ਦੂਜਾ ਰੋਮ ਹੈ ਨਹੀਂ ਦੁਨੀਆ ਤੇ ਹੋਰ। DNA ਟੈਸਟ ਇਦਾਂ ਹੀ ਕਰਦੇ ਅਗਲੇ, ਯੂਨੀਕ ਹੈ, ਅਲੱਗ ਹੈ ਦੁਨੀਆ ਤੇ। ਜੇ ਇੱਕ ਫਿੰਗਰਪ੍ਰਿੰਟ ਕਿਉਂ ਲੈਂਦੇ ਨੇ ਭਲਾ? ਜੇ ਅੰਗੂਠੇ ਵਰਗਾ, ਇੱਕ ਪੱਤੇ ਵਰਗਾ ਦੂਜਾ ਪੱਤਾ ਨਹੀਂ ਰੱਬ ਨੇ ਬਣਾਇਆ। ਇੱਕ ਅੰਗੂਠੇ ਵਰਗਾ, ਇੱਕ ਬੰਦੇ ਦੀਆਂ ਉਂਗਲਾਂ ਵਰਗੀਆਂ ਦੂਜੇ ਦੀਆਂ ਉਂਗਲਾਂ ਨਹੀਂ ਰੱਬ ਨੇ ਬਣਾਈਆਂ। ਤੇ ਫਿਰ ਜੇ ਤੁਹਾਡਾ ਬੱਚਾ ਕਿਉਂ ਇਹ ਕਹਿ ਦੇਵੇ ਜੇ ਰੱਬ ਨੇ ਹਰ ਇੱਕ ਚੀਜ਼ ਇਕੱਲੀ ਇਕੱਲੀ ਬਣਾਈ, ਮੇਰੀ ਤੁਲਨਾ ਤੁਸੀਂ ਮੇਰੇ ਮਾਸੀ ਦੇ ਮੁੰਡੇ ਨਾਲ ਕਿਦਾਂ ਕਰੀ ਜਾਂਦੇ? ਹੋ ਸਕਦਾ ਉਹਦੇ 'ਚ ਆਹ ਗੁਣ ਨਾ ਹੋਣ ਤੇ ਮੇਰੇ 'ਚ ਇਹ ਗੁਣ ਵੱਧ ਹੋਣ। ਅਸੀਂ ਇੱਥੋਂ ਹੀ ਕਈ ਬੱਚਿਆਂ ਨੇ ਆਤਮ ਹੱਤਿਆ ਕਰ ਲਈ ਕਿ ਤੂੰ 98% ਕਿਉਂ ਨਹੀਂ ਲੈ ਕੇ ਆਇਆ, ਤੂੰ ਫੇਲ ਹੋ ਗਿਆ। ਉਹਨੇ ਜੀਵਨ ਲੀਲਾ ਹੀ ਖਤਮ ਕਰ ਲਈ। ਬਹੁਤ ਬੱਚੇ ਇਸੇ ਗੱਲੋਂ ਹੀ ਦਮ ਤੋੜ ਜਾਂਦੇ। ਪ੍ਰੈਸ਼ਰ ਨਾ ਪਾਓ, ਗੁੱਸਾ ਨਾ ਮਨਾਇਓ, ਪ੍ਰੈਸ਼ਰ ਨਹੀਂ। ਪਤਾ ਨਹੀਂ ਤੁਹਾਡੇ ਬੱਚੇ 'ਚ ਕਿਹੜੀ ਕਲਾ ਹੈ, ਕਿਹੜਾ ਹੁਨਰ ਹੈ। ਪਿਆਰ ਕਰੋ, ਸਮਝਾਓ। ਜ਼ਿੰਦਗੀ 'ਚ ਇਹ ਚੀਜ਼ਾਂ ਸਾਨੂੰ ਸਿੱਖਣ ਸਿਖਾਉਣ ਦੀ ਲੋੜ ਹੈ। ਬਹੁਤ ਕੁਝ ਹੈ, ਭਾਵੇਂ ਨੂੰਹ ਹੈ, ਭਾਵੇਂ ਪੁੱਤ ਹੈ, ਭਾਵੇਂ ਪਰਿਵਾਰਕ ਮੈਂਬਰ ਹੈ। ਗੁਰਬਾਣੀ ਸਾਨੂੰ ਇਹੋ ਕੁਝ ਸਾਨੂੰ ਸਿਖਾਉਂਦੀ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਗੁਰੂ ਬਖਸ਼ਿਸ਼ ਕਰੇ। ਸਿਰ ਝੁਕਦਾ ਉਹਨਾਂ ਮਹਾਨ ਯੋਧਿਆਂ ਦੇ ਚਰਨਾਂ 'ਚ ਜਿਨ੍ਹਾਂ ਨੇ ਸਾਨੂੰ ਇੰਨੇ ਇੰਨੇ ਸੋਹਣੇ ਮੌਕੇ ਦਿੱਤੇ, ਆਪ ਜਾਨਾਂ ਕੁਰਬਾਨ ਕਰ ਗਏ ਕਿ ਅਸੀਂ ਬੈਠ ਕੇ ਵਿਚਾਰ ਕਰ ਸਕੀਏ, ਆਪਣੇ ਜੀਵਨ ਨੂੰ ਸਵਾਰ ਸਕੀਏ, ਗੁਰਬਾਣੀ ਪੜ੍ਹ ਸਕੀਏ। ਆਓ ਆਪਣੇ ਪਰਿਵਾਰਾਂ 'ਚ ਸਹਿਜ ਪਾਠ ਕਰੋ, ਗੁਰਬਾਣੀ ਖੁਦ ਪੜ੍ਹੋ, ਖੁਦ ਵਿਚਾਰੋ। ਸਮੂਹ ਸਾਰੇ ਵੀਰਾਂ ਦਾ, ਇੱਥੋਂ ਦੇ ਗ੍ਰੰਥੀ ਸਾਹਿਬਾਨ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ। ਤੁਸੀਂ ਹਰ ਸਾਲ ਬੜਾ ਵਧੀਆ ਉਪਰਾਲਾ ਕਰਦੇ ਹੋ। ਇਹ ਅੰਦਰ ਦਾ ਦਰਦ ਹੈ ਕਿ ਅਸੀਂ ਉਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦੇ ਹਾਂ, ਉਹਨਾਂ ਨੂੰ ਸਮਰਪਿਤ ਹੋ ਕੇ ਬੈਠੇ ਹਾਂ। ਅਖੀਰ ਤੇ ਫਿਰ ਦੁਬਾਰਾ ਬੇਨਤੀ ਹੈ, ਬਾਹਰ ਸਟਾਲ ਲੱਗਾ, ਕੋਸ਼ਿਸ਼ ਕਰੋ ਇੱਕ ਤਾਂ ਜ਼ਰੂਰ ਲੈ ਕੇ ਜਾਓ। ਇਹ ਤੋਂ ਅੱਗੇ ਵਾਧਾ ਭਾਵੇਂ 5 ਲੈ ਜਾਓ, ਇਹ ਤੁਹਾਡੀ ਮਰਜ਼ੀ ਹੈ, ਪਰ ਸ਼ੁਰੂਆਤ ਕਰੋ। ਇੱਕ ਕਿਤਾਬ ਤੋਂ ਸ਼ੁਰੂਆਤ ਕਰ ਲਓ ਤੇ ਨੇਮ ਬਣਾ ਲਓ। ਜਿੱਥੇ ਵੀ ਜਾਓ ਚੰਗੀਆਂ ਕਿਤਾਬਾਂ, ਚੰਗੇ ਮੈਗਜ਼ੀਨ ਆਪਣੇ ਘਰਾਂ 'ਚ ਲਵਾਓ, ਤਾਂ ਕਿ ਸਾਡੇ ਘਰਾਂ ਸੋਹਣੀਆਂ ਲਾਇਬ੍ਰੇਰੀਆਂ ਬਣਨ, ਅਸੀਂ ਪੜ੍ਹੀਏ, ਵਿਚਾਰੀਏ ਤੇ ਆਪਣੀ ਜ਼ਿੰਦਗੀ ਵਿੱਚ ਸਵਾਰ ਸਕੀਏ। ਸਾਰਿਆਂ ਦਾ ਧੰਨਵਾਦ। ਤੁਸੀਂ ਦੂਰਾਂ ਨੇੜਿਆਂ ਤੋਂ ਚੱਲ ਕੇ ਆਏ ਹੋ। ਜਿਹੜੀ ਗੱਲ ਗੁਰੂ ਅਮਰਦਾਸ ਜੀ ਨੇ ਕਹੀ ਹੈ, ਧੰਨ ਧੰਨ ਸੋ ਗੁਰ ਸਿੱਖ ਕਹੀ ਹੈ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਅਖੀਰ ਤੇ ਕਹਿੰਦੇ ਤਿਸ ਗੁਰ ਸਿੱਖ ਕਉ ਹਉ ਮੈਂ ਸਦਾ ਨਮਸਕਾਰੀ, ਜੋ ਗੁਰ ਕੇ ਭਾਣੇ ਗੁਰ ਸਿੱਖ ਚੱਲਿਆ। ਮੈਂ ਨਮਸਕਾਰ ਕਰਦਾ ਐਸੇ ਸਿੱਖ ਨੂੰ ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ, ਗੁਰੂ ਦੀ ਰਜ਼ਾ ਵਿੱਚ ਤੁਰਦਾ ਹੈ। ਸਾਰੇ ਜਾਣੇ ਇੱਕ ਵਾਰ ਪੜ੍ਹੋ ਪੰਕਤੀਆਂ, ਫਿਰ ਸਮਾਪਤੀ ਹੈ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹੈ ਸੋਈ ਫਲ ਮਾਨੋ, ਜੋ ਗੁਰ ਕਹੈ ਸੋਈ ਫਲ ਮਾਨੋ। ਵਾਹ ਵਾਹ। ਹਰ ਹਰ ਕਥਾ ਨਿਰਾਲੀ,
हर हर कथा निराली, हर हर गुर सिख मीत चलो गुर चाली, गुर सिख मीत चलो गुर चाली। जो गुर कहे सोई फल मानो, जो गुर कहे सोई फल मानो। हर हर कथा निराली, हर हर कथा निराली। हर हर कथा निराली, हर हर कथा निराली। कोटान कोट शुकराना है उस मालिक दा जिन्हां ने साडे सारियां ते पार बख्शिश कीती है। असीं अपने वडेरियां नूं जिन्हां ने साडे लई पूरने पाए कुर्बानियां कीतियां, उन्हां दी मिठी अते प्यारी याद विच आपां सारे जुड़ के बैठे हाँ। गुरु बख्शिश करे। आप जी नूं अखीर ते मेरी इक्को ही बेनती है कि जिवें आपां सतगुर दी गोद विच बैठे हाँ, मेरियां भैणां बैठियां ने, मेरे वीर बैठे ने, एक दो गल्लां करनियां ने तुहाडे नाल सांझियां। अकाल तख्त वालों प्रवान सिख रहत मर्यादा 1931-32 खरड़ा तैयार होना शुरू होया, 45 तक उहदे ते विचार गोष्ठी हुई। लगातार 13 साल उहदे ते स्टडी रिसर्च हुंदी रही। मैं कुछ गल्लां सवाल पुछने ने, मैनूं आस है कि तुहाडे विचों कोई भैण कोई वीर उहदा आंसर जरूर, ये एक शुरुआत कर लगे आपां, कोशिश करनगे भी वीर उन्हां नूं प्राइज भी देणगे जे कोई वीर जां भैण उस सवाल का जवाब देवेगा। भैणां विचों जां वीरां विचों जिन्हां ने अपनी जिंदगी में सिख रहत मर्यादा खुद आप पढ़ी है, कोई भैण होवे कोई वीर होवे, हाथ खड़ा कर सकता है। वाह जी वाह। बच्चियां नूं अगे पढ़ाई होवे, शाबाश। इधरों दो हाथ खड़े हुए ने, भैणां वालों नहीं है जी, इधर आवाज आई है ना, बहुत चंगी गल है। इधरों वीरां वालों दो वीरां ने हाथ खड़े कीते ने, भैणां वालों भी आप पढ़ी होवे ते अगे गाड़ी बच्चियां नूं पढ़ाई हो। फिर जी हुणे कर दिए जी नाल ही। आओ वीर जी खड़े हो तुसीं दोनों वीर ही, इधरों भैणां वाले बन्ने होवे नहीं, शाबाश, कोई गल नहीं, वधिया गल है जी। ये शुरुआत है। भैणों तुहाडे विचों भी जे किसी भैण ने आप सिख रहत मर्यादा पढ़ी है, अपने अगे बच्चियां नूं पढ़ाउण दी प्रेरणा दित्ती है, बड़ी चंगी गल है। कोशिश करो जाण लग्गिआं स्टाल तो लैके जाओ, मर्यादा भी मैगजीन भी लवाओ अपने घरां च, शुरुआत करो। आजो शाबाश जी, आजो 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 वीर जी जसपीर जी, आजो आजो, शाबाश। बोले सो निहाल, बोले सो निहाल। मैनू हुण उम्मीद है भी अगले साल, एक पिछे वीर ने भी हाथ खड़ा किया सी, पिछे भी है वीर, और एक होर दिओ जो। बोले सो निहाल। भैणों एक बेनती हुण तुहाडे अगे हाथ जोड़ के, अगले साल ना इधरों भैणां वाले बन्नों हाथ ज्यादा खड़े होने चाहिए। कोई भी प्रचारक आवे तुसीं अगले साल बोले सो निहाल शुरुआत करो। देखो तुहानू अपने हक मंगने, बोलो जी भैणे हक इदां मंगने पैणे भी पढ़ो, स्टडी करो, मर्यादा आप पढ़ो, अपने बच्चों को पढ़ाओ, बहुत चंगी गल है। कोई औखा काम नहीं है, कोई बहुत वड्डी नहीं है। तुसीं एक पेज भी रोज़ पढ़ो, सानू पता होएगा असीं अपने बच्चों को समझावांगे। 4 संस्कार उहदे विच लिखे ने। जो घर च बच्चा बच्ची जन्म लैंदी उदों असीं की करना है, आनंद कारज वेले की करना है, सहज पाठ किदां आरंभ करना है, घर च पुरानी चढ़ाई कर जांदा उदों असीं की करना, वो सारा कुछ लिखिया होया उहदे च। किसी नूं पुछण दी लोड़ नहीं, कोई तुहाडे घर आण के दखल देवे, उहदे घरे मर्यादा कर दो भी इदां लिखिया भाई असीं इहदे मुताबक करना है।
ਸਾਡੇ ਘਰਾਂ 'ਚੋਂ ਬਹੁਤ ਮਨਮਤਾਂ ਬਾਹਰ ਜਾ ਸਕਦੀਆਂ ਨੇ ਜੇ ਅਸੀਂ ਆਪਣੇ ਘਰ 'ਚ ਸਿੱਖ ਰਹਿਤ ਮਰਿਆਦਾ ਦੀਆਂ ਕਾਪੀਆਂ ਰੱਖ ਕੇ ਪੜ੍ਹ ਕੇ ਉਹਦੇ ਤੇ ਪਹਿਰਾ ਦੇਣਾ ਸ਼ੁਰੂ ਕਰ ਦਿਓ। ਤੁਸੀਂ ਘਰ 'ਚ ਮੰਨ ਲਓ ਪਾਠ ਹੀ ਰਖਾਉਣਾ, ਕੋਈ ਕਹੇ ਜੀ ਕੁੰਭ ਜੋਤ ਨਾਰੀਅਲ ਨਾ ਰੱਖਣਾ, ਤੁਸੀਂ ਕਹੋ ਜੀ ਨਹੀਂ ਰੱਖਣਾ, ਉਹ ਕਹੇ ਜੀ ਕਿੱਥੇ ਲਿਖਿਆ, ਤੁਸੀਂ ਮਰਿਆਦਾ ਦੀ ਕਾਪੀ ਅੱਗੇ ਕਰ ਦਿਓ ਜੀ। ਵੀ ਅਸੀਂ ਕੋਲੋਂ ਨਹੀਂ ਕਹਿ ਰਹੇ ਜੀ, ਆਹ ਧਰਮ ਪ੍ਰਚਾਰ ਕਮੇਟੀ ਵੱਲੋਂ ਸ਼ਬਦੀ ਹੈ ਜਿਹੜੀ 1945 ਚ ਪਾਸ ਹੋਈ ਜੀ, ਆਹ ਪੜ੍ਹ ਲਓ ਇਹਨੂੰ, ਜਾਂ ਇਹ ਕਹਿ ਦਿਓ ਇਹ ਗਲਤ ਹੈ। ਸਿੱਧਾ ਸਵਾਲ, ਜਾਂ ਉਹਨਾਂ ਨੂੰ ਇਹ ਕਹਿ ਦਿਓ, ਦੱਸ ਦਿਓ ਜੀ ਇਹ ਗਲਤ ਹੈ। ਅਸਲ ਚ ਉਹਨਾਂ ਦਾ ਕਸੂਰ ਹੀ ਨਹੀਂ ਹੈਗਾ, ਉਹ ਜਿੱਦਾਂ ਤੁਰਿਆ ਆਉਂਦਾ ਕੰਮ ਉਦਾਂ ਹੀ ਕਰੀ ਜਾਂਦੇ ਆ। तो मेरी बेनती आस है कि फिर सुधार होना, नहीं तो इदा प्रचारक आया बोल के चला गया, आप भी प्रसादा पानी छकिया तो घर तुर पे, गल फिर उत्थे दी शुरुआत करो आपो अपने घर में। आस है बेनती प्रवान करोगे तो अजो तुसी आनंद साहब दा कर दो पाठ। सानू हुण छुट्टियां बख्शो जी क्योंकि असीं बड़ी दूर जाना, इन्नी की सेवा प्रवान करियो। फिर जदों किते समा बनिया, क्योंकि समय समय ते वीर समागम रखते रहिंदे आ, तुहाडी फिर आण के इदां ही सेवा करते रवांगे। तो मेरी इहो बेनती है, कोशिश करो आप बाणी दी विचार करिया करो, आप बाणी नूं समझिया करो ते अपने घरां विच गुरु दा उपदेश आप विचारन दा यतन करिए। सारिआं दा धन्नवाद। बुलंद आवाज़ विच फतेह बुलाओ ते गज के आखो साध संगत जी वाहिगुरू जी का खालसा वाहिगुरू जी की फतेह। धन्यवाद।